ਅਸੀਂ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਹੈ ਇਹ ਵਿਚਾਰ ਚਰਚਾ ਵਾਲਾ, ਜਿਸ ਦੇ ਵਿੱਚ ਕਿ ਸਰਦਾਰ ਨਿਰਮਲ ਸਿੰਘ ਜੀ ਖਾਖ ਸ਼ਾਮਲ ਹਨ ਤੇ ਕਰਾਂਗੇ ਕੁਝ ਖਬਰਾਂ ਤੇ ਗੱਲਬਾਤ। ਸਭ ਤੋਂ ਪਹਿਲਾਂ ਕਰਦੇ ਹਾਂ ਪ੍ਰੋਗਰਾਮ 'ਚ ਭਾਈ ਸਾਹਿਬ ਦਾ ਨਿੱਘਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਔਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਚੱਲਦੇ ਹਾਂ ਖਬਰਾਂ ਦੇ ਸਿਲਸਿਲੇ ਵੱਲ ਨੂੰ ਤੇ ਸਭ ਤੋਂ ਪਹਿਲਾਂ ਇਸ ਖਬਰ 'ਤੇ ਵਿਚਾਰ ਚਰਚਾ ਕਰਦੇ ਹਾਂ। ਸਰਦਾਰ ਖਾਖ ਜੀ ਕਿ ਕਾਫੀ ਚਰਚਾ ਰਹਿੰਦੀ ਹੈ ਪੰਜਾਬ ਦੇ ਵਿੱਚ ਕਿ ਸ਼ਰਾਬ ਦੇ ਠੇਕੇ ਜਗ੍ਹਾ ਜਗ੍ਹਾ 'ਤੇ ਖੁੱਲ੍ਹਦੇ ਜਾ ਰਹੇ ਨੇ ਅਤੇ ਇਹ ਵੀ ਚਰਚਾ ਰਹਿੰਦੀ ਹੈ ਕਿ ਕੁਝ ਕੁ ਪਿੰਡਾਂ ਦੇ ਵਿੱਚ ਲੋਕ ਇਕੱਠੇ ਹੋ ਕੇ ਸਮਾਜ ਸੇਵੀ ਸੰਸਥਾਵਾਂ ਜਾਂ ਪੰਚਾਇਤਾਂ ਵੱਲੋਂ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਸ਼ਰਾਬ ਦੇ ਠੇਕੇ ਬੰਦ ਕਰਵਾਏ ਜਾਣ, ਨਸ਼ਿਆਂ ਦਾ ਰੁਝਾਨ ਜਿਹੜਾ ਇਹ ਨੌਜਵਾਨ ਪੀੜ੍ਹੀ ਦੇ ਵਿੱਚ ਠੱਲਿਆ ਜਾ ਸਕੇ। ਸੋ ਲੇਕਿਨ ਕਿ ਕੁਝ ਕੁ ਪੰਚਾਇਤਾਂ ਜੇ ਫਰਜ਼ ਕੀਤਾ ਮਤਾ ਪਾਸ ਕਰਕੇ ਇਹ ਸਰਕਾਰ ਨੂੰ ਭੇਜਦੀਆਂ ਵੀ ਨੇ ਜਾਂ ਆਬਕਾਰੀ ਵਿਭਾਗ ਨੂੰ ਭੇਜਦੀਆਂ ਨੇ ਕਿ ਸ਼ਰਾਬ ਦਾ ਠੇਕਾ ਪਿੰਡ ਵਿੱਚੋਂ ਹਟਾਇਆ ਜਾਵੇ, ਅਤੇ ਫਿਰ ਆ ਜਾਂਦੀ ਹੈ ਪੰਚਾਇਤੀ ਰਾਜ ਐਕਟ ਦੀ ਗੱਲ। ਅਤੇ ਉਸ ਐਕਟ ਦੀ ਇੱਕ ਧਾਰਾ ਹੈ 40B, ਜਿਸ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜੇ ਫਰਜ਼ ਕਰੋ ਕਿਸੇ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਕੱਢਦਿਆਂ ਕੋਈ ਬੰਦਾ ਫੜਿਆ ਜਾਂਦਾ, ਵੇਚਦਿਆਂ ਫੜਿਆ ਜਾਂਦਾ ਹੈ, ਅਤੇ ਉਸ ਪਿੰਡ ਦੇ ਵਿੱਚ ਫਿਰ ਸਮਝ ਲਿਆ ਜਾਂਦਾ ਜੀ ਕਿ ਸ਼ਰਾਬ ਦੀ ਲੋੜ ਹੈ, ਸ਼ਰਾਬ ਦੀ ਮੰਗ ਹੈ, ਅਤੇ ਜੇ ਠੇਕਾ ਨਾ ਹੋਇਆ ਤਾਂ ਲੋਕ ਦੇਸੀ ਸ਼ਰਾਬ ਘਰ ਦੀ ਕੱਢ ਕੇ ਪੀਂਦੇ ਰਹਿਣਗੇ ਜਾਂ ਵੇਚਦੇ ਰਹਿਣਗੇ। ਸੋ ਇਸ ਕਰਕੇ ਉਸ ਪਿੰਡ ਵਿੱਚੋਂ ਫਿਰ ਧਾਰਾ 40B ਦੇ ਤਹਿਤ ਸ਼ਰਾਬ ਦਾ ਠੇਕਾ ਬੰਦ ਕਰਨ ਤੋਂ ਆਬਕਾਰੀ ਵਿਭਾਗ ਵੱਲੋਂ ਨਾ ਕਰ ਦਿੱਤੀ ਜਾਂਦੀ ਹੈ। ਅਤੇ ਹੁਣ ਬਹੁਤ ਸਾਰੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਪੰਚਾਇਤ ਮੰਤਰੀ ਜੋ ਹਨ ਸੁਰਜੀਤ ਸਿੰਘ ਰੱਖੜਾ, ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਔਰ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹ ਜੋ ਧਾਰਾ 40B ਹੈ ਪੰਚਾਇਤੀ ਰਾਜ ਐਕਟ ਦੀ, ਇਸ ਵਿੱਚ ਸੋਧ ਕੀਤੀ ਜਾਵੇ। ਸੋ ਜੇ ਪਿੰਡ ਦੀ ਪੰਚਾਇਤ ਚਾਹਵੇ ਵੀ ਤਾਂ ਇੱਕ ਲਕੂਨਾ ਅਜਿਹਾ ਬਣਾ ਲਿਆ ਜਾਂਦਾ ਸਰਦਾਰ ਖਾਖ ਜੀ ਕਿ ਸ਼ਰਾਬ ਦਾ ਠੇਕਾ ਹਟਾਇਆ ਨਹੀਂ ਜਾ ਸਕਦਾ ਜੇ ਇੱਕ ਵੀ ਕਿਸੇ ਪਿੰਡ ਦੇ ਵਿੱਚੋਂ ਫਰਜ਼ ਕਰੋ ਕਿ ਦੇਸੀ ਸ਼ਰਾਬ ਜਾਂ ਘਰ ਦੀ ਸ਼ਰਾਬ ਕੱਢਦਾ ਕੋਈ ਬੰਦਾ, ਨਜਾਇਜ਼ ਸ਼ਰਾਬ ਕੱਢਦਾ ਫੜਿਆ ਜਾਂਦਾ, ਉਸ 'ਤੇ ਕੇਸ ਦਰਜ ਹੋ ਜਾਂਦਾ। ਜਲ ਸਾਹਿਬ ਗੱਲ ਇਹ ਆ ਕਿ ਠੀਕ ਆ ਭਈ ਲੋਕ ਜੇ ਚਾਹੁੰਦੇ ਆ ਅਤੇ ਇਹ ਬਿਲਕੁਲ ਠੀਕ ਹੈ। ਸ਼ਰਤ ਇਹ ਹੋਣੀ ਚਾਹੀਦੀ ਆ ਕਿ ਜੇ ਤਾਂ ਬਿਲਕੁਲ ਪਿੰਡ ਸਮੁੱਚੇ ਨੇ ਇਹ ਤਹੱਈਆ ਕੀਤਾ ਹੋਇਆ ਵੀ ਅਸੀਂ ਪਿੰਡ ਨੂੰ ਨਸ਼ਾ ਰਹਿਤ ਪਿੰਡ ਬਣਾਉਣਾ, ਫਿਰ ਤਾਂ ਮੈਂ ਸਮਝਦਾ ਕਿ ਜੇ ਧਾਰਾ 40B ਵਾਲੀ ਗੱਲ ਵੀ ਆ ਨਾ, ਤਾਂ ਫਿਰ ਉਹ ਇਸ ਪੱਖ ਤੋਂ ਵੀ ਇਹ ਸਹੀ ਸਾਬਤ ਹੁੰਦੇ ਆ ਕਿ ਸਾਡੇ ਕੋਈ ਨਜਾਇਜ਼ ਸ਼ਰਾਬ ਕੱਢਣ ਵਾਲਾ ਵੀ ਨਹੀਂ, ਜਾਣੀ ਕਿ ਪੰਚਾਇਤ ਨੂੰ ਗਰੰਟੀ ਦੇਣੀ ਪਏਗੀ। ਰਹੀ ਗੱਲ ਇਹ ਕਿ ਜੇ ਉਹਨਾਂ ਨੇ ਇਹ ਧਾਰਾ ਲਾ ਕੇ ਇੱਕ ਤਰ੍ਹਾਂ ਦਾ ਟਕਵੰਜ ਬਣਾਇਆ ਜਾਂ ਉਹ ਸ਼ਰਤ ਬਣਾ ਲਈ ਆ, ਉਹਦੀ ਤਹਿਤ ਠੇਕਾ ਖੋਲ੍ਹਿਆ ਜਾ ਸਕਦਾ, ਕਿਉਂਕਿ ਨਸ਼ਾ ਜੇ ਸਰਕਾਰ ਚਾਹੁੰਦੀ ਆ ਵੀ ਕੋਈ ਵੀ ਮਾੜਾ, ਨਸ਼ਿਆਂ ਦੇ ਵਿੱਚ ਸ਼ਰਾਬ ਵੀ ਆਉਂਦੀ ਆ, ਅਤੇ ਜੇ ਸ਼ਰਾਬ ਨਸ਼ੇ ਦੇ ਤੇ ਨਾਲ ਲਿਖਿਆ ਹੁੰਦਾ ਵੀ ਸਿਹਤ ਲਈ ਮਾੜੀ ਆ ਤਾਂ ਕਿਉਂ ਵੇਚੀ ਜਾਂਦੀ ਠੇਕੇ ਖੋਲ੍ਹ ਕੇ। ਦੂਸਰੇ ਨਸ਼ੇ ਜਿਹਨਾਂ ਤੋਂ ਅਸੀਂ ਦਿਨ ਰਾਤ ਇਹ ਪ੍ਰਚਾਰ ਚੱਲਦਾ ਕਿ ਇਹ ਨਸ਼ੇ ਬੰਦ ਹੋਣੇ ਚਾਹੀਦੇ ਆ, ਜਵਾਨੀ ਨੂੰ ਗਾਹ ਰਿਹਾ, ਪਰ ਇਹ ਵੀ ਦੇਖਣਾ ਚਾਹੀਦਾ ਵੀ ਇਹ ਨਸ਼ੇ ਕਿੱਥੋਂ ਆ ਰਹੇ ਅਤੇ ਕੌਣ ਲਿਆ ਰਿਹਾ ਔਰ ਇਹਨਾਂ ਦੀ ਸਰਪ੍ਰਸਤੀ ਕੌਣ ਕਰ ਰਿਹਾ। ਸੋ ਗੱਲ ਇਹ ਆ ਕਿ ਇਹ ਗੱਲਾਂ ਨਾਲ ਜਾਂ ਮਤਲਬ ਕਿ ਦੋਹਰੀ ਨੀਤੀ ਨਾਲ ਗੱਲ ਨਹੀਂ ਬਣਨੀ, ਸਾਨੂੰ ਇੱਕ ਪਾਸੇ ਹੋਣਾ ਪਏਗਾ ਕਿ ਜੇ ਅਸੀਂ ਸਾਫ਼ ਮਨ ਦੇ ਨਾਲ ਚਾਹੁੰਦੇ ਹਾਂ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਜਾਣੀ ਕਿ ਹਰ ਪਰਿਵਾਰ ਦੇ ਵਿੱਚੋਂ ਸਾਨੂੰ ਨਸ਼ਾ ਰਹਿਤ ਨੌਜਵਾਨੀ ਚਾਹੀਦੀ ਆ, ਤਾਂ ਮੈਂ ਸਮਝਦਾ ਕਿ ਫਿਰ ਸਰਕਾਰ ਨੂੰ ਵੀ ਸਿਹਰਦ ਹੋਣ ਦੀ ਲੋੜ ਆ, ਪ੍ਰਸ਼ਾਸਨ ਨੂੰ ਵੀ, ਪੰਚਾਇਤਾਂ ਨੂੰ ਵੀ, ਇੱਥੋਂ ਤੱਕ ਕਿ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਇਹ ਇੱਕ ਤਹੱਈਆ ਕਰਨ ਦੀ ਲੋੜ ਆ, ਇਹ ਮਨ ਬਣਾਉਣ ਦੀ ਲੋੜ ਆ ਕਿ ਇਹ ਨਸ਼ਾ ਨਾ ਹੋਵੇ। ਸਰਦਾਰ ਖਾਖ ਜੀ, ਸਾਰਿਆਂ ਨੂੰ ਸੁਹਿਰਦ ਹੋਣ ਦੀ ਲੋੜ ਹੈ ਅਤੇ 84 ਲੱਖ ਜੂਨਾਂ ਤੋਂ ਬਾਅਦ ਮਿਲਦੇ ਇਸ ਮਨੁੱਖਾ ਜੀਵਨ ਦੀ ਅਹਿਮੀਅਤ ਨੂੰ ਸਮਝਣ ਦੀ ਵੀ ਲੋੜ ਹੈ ਸ਼ਰਾਬ ਦੇ ਸ਼ੌਕੀਨਾਂ ਨੂੰ। ਅਤੇ ਕੋਈ ਦੁਕਾਨ ਚੱਲਦੀ ਹੈ ਉਹਨਾਂ ਚਿਰ ਜਿੰਨਾ ਚਿਰ ਉੱਤੇ ਗਾਹਕ ਜਾਂਦਾ ਹੈ, ਅਤੇ ਫਿਰ ਸ਼ਰਾਬ ਦੀਆਂ ਦੁਕਾਨਾਂ ਵੀ ਤਾਂ ਉਨਾ ਚਿਰ ਹੀ ਚੱਲ ਸਕਦੀਆਂ ਨੇ ਜਿੰਨਾ ਚਿਰ ਉਸ 'ਤੇ ਸ਼ਰਾਬ ਖਰੀਦਣ ਵਾਲੇ ਲੋਕ ਜਾਂਦੇ ਰਹਿਣਗੇ। ਸੋ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਵੀ ਤਾਂ ਥੋੜ੍ਹਾ ਜਿਹਾ ਸਾਵਧਾਨ ਹੋਣ ਦੀ ਲੋੜ ਹੀ ਹੈ। ਹਾਂ ਜਲ ਸਾਹਿਬ, ਮੈਂ ਇਸੇ ਕਰਕੇ ਕਿਹਾ ਵੀ ਜੇ ਅਸੀਂ ਸਰਕਾਰ ਦੀ ਗੱਲ ਕਰ ਲਈਏ, ਪ੍ਰਸ਼ਾਸਨ ਦੀ ਗੱਲ ਕਰ ਲਈਏ ਜਾਂ ਪੰਚਾਇਤਾਂ ਦੀ ਗੱਲ ਕਰ ਲਈਏ, ਇਹ ਨਹੀਂ, ਲੋੜ ਹੈ ਪਿੰਡ ਦੇ ਲੋਕਾਂ ਨੂੰ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ, ਔਰ ਜਿਹੜੇ ਬੱਚੇ ਆ ਉਹ ਮਨ ਸਾਫ਼ ਕਰ ਲੈਣ, ਉਹ ਇਹ ਤਹੱਈਆ ਕਰ ਲੈਣ ਕਿ ਅਸੀਂ ਨਸ਼ਾ ਨਹੀਂ ਕਰਨਾ। ਐਟੋਮੈਟਿਕਲੀ ਜਦੋਂ ਮੁੱਢ ਤੋਂ ਜੜ੍ਹ ਤੋਂ ਅਸੀਂ ਚੱਲਾਂਗੇ, ਜੜ੍ਹ ਠੀਕ ਹੋਏਗੀ, ਤਾਂ ਫਿਰ ਜਿਹੜਾ ਉਹ ਅਖੀਰ ਤੱਕ ਜਿਹੜਾ ਸਾਰੇ ਦਾ ਸਾਰਾ ਪ੍ਰਸ਼ਾਸਨ ਆਪਣੇ ਆਪ ਹੀ ਇਸ ਗੱਲ ਤੋਂ ਮੁਕਤ ਹੋ ਜਾਏਗਾ ਕਿ ਨਸ਼ਾ ਹੁਣ ਸਾਡਾ ਜੇ ਵਿਕਦਾ ਹੀ ਨਹੀਂ ਤਾਂ ਦੁਕਾਨ ਕਿੱਥੇ ਖੋਲ੍ਹੀਏ। ਸੋ ਇਹ ਲੋੜ ਹੈ ਕਿ ਸਾਨੂੰ ਪਰਿਵਾਰਾਂ ਦੇ ਵਿੱਚ ਇਹ ਤਹੱਈਆ ਕਰਨ ਦੀ ਕਿ ਅਸੀਂ ਨਸ਼ਾ ਨਹੀਂ ਕਰਨਾ।
ਬਿਲਕੁਲ ਜੀ। ਸੋ ਜੇ ਤਹਈਆ ਹੀ ਕਰ ਲਿਆ ਜਾਵੇ ਤੇ ਫਿਰ ਪੰਚਾਇਤੀ ਰਾਜ ਐਕਟ ਨੂੰ ਵੀ ਸੋਧਣ ਦੀ ਲੋੜ ਨਹੀਂ ਮਹਿਸੂਸ ਕੀਤੀ ਜਾ ਸਕਦੀ, ਪਰ ਜਿੰਨਾ ਚਿਰ ਅਜਿਹਾ ਨਹੀਂ ਹੁੰਦਾ ਉਨਾ ਚਿਰ ਸਰਕਾਰ ਨੂੰ ਉਪਰਾਲਾ ਕਰਦੇ ਰਹਿਣ ਦੀ ਲੋੜ ਹੋਵੇਗੀ। ਪੰਚਾਇਤਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਸਰਗਰਮੀ ਕਰਕੇ ਜੇ ਸ਼ਰਾਬ ਰਹਿਤ ਆਪਣੇ ਪਿੰਡਾਂ ਨੂੰ ਬਣਾਉਣਾ ਹੈ ਤੇ ਫਿਰ ਜਿੱਥੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਵਾਲੇ ਪਾਸੇ ਨੂੰ ਚੱਲਣਾ ਹੋਵੇਗਾ। ਇਸ ਦੇ ਨਾਲ ਹੀ ਲੇਕਿਨ ਕਿ ਦੇਸੀ ਸ਼ਰਾਬ ਜਾਂ ਕਹਿ ਲਓ ਕਿ ਘਰ ਦੀ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਤੇ ਪੀਣ ਵਾਲਿਆਂ ਨੂੰ ਵੀ ਪ੍ਰੇਰਿਤ ਕਰਨ ਦੀ ਹੋਏਗੀ ਲੋੜ। ਸੋ ਸਾਰੇ ਆਪੋ ਆਪਣੀ ਜਗ੍ਹਾ ਜਿਸ ਤਰ੍ਹਾਂ ਸਰਦਾਰ ਖੱਖ ਜੀ ਦੱਸ ਰਹੇ ਹਨ ਕਿ ਜੇ ਸੁਹਿਰਦ ਹੋ ਜਾਣ ਤਾਂ ਕੋਈ ਅਜਿਹੀ ਗੱਲ ਨਹੀਂ ਕਿ ਇਹੋ ਜਿਹੀਆਂ ਬੁਰਾਈਆਂ ਜੋ ਹਨ ਇਹ ਲਗਾਤਾਰ ਸਾਡੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਖਤਮ ਨਾ ਕੀਤਾ ਜਾ ਸਕਦਾ ਹੋਵੇ। ਤੇ ਫਿਰ ਚੱਲਦੇ ਹਾਂ ਅਗਲੀ ਖਬਰ ਵੱਲ ਪ੍ਰੋਗਰਾਮ ਦੇ ਵਿੱਚ। ਤੇ ਖਬਰ ਇਹ ਹੈ ਜੀ ਕਪੂਰਥਲਾ ਤੋਂ ਕਿ ਜੂਆ ਖੇਡ ਰਹੇ ਸਨ ਦੋ ਗਰੁੱਪ ਆਪਸ ਦੇ ਵਿੱਚ, ਤੇ ਜੂਆ ਖੇਡਦਿਆਂ ਹੀ ਸਰਦਾਰ ਖੱਖ ਜੀ ਕਿਸੇ ਤਰ੍ਹਾਂ ਦੋਨੇ ਧੜੇ ਜਿਹੜੇ ਆ ਇਹ ਆਪਸ ਦੇ ਵਿੱਚ ਲੜ ਪਏ, ਝਗੜਾ ਹੋ ਗਿਆ। ਝਗੜਾ ਇਸ ਕਦਰ ਵੱਧ ਗਿਆ ਕਿ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਗਿਆ, ਤੇ ਜਿਹੜੇ ਮਾਰਨ ਵਾਲੇ ਸਨ ਸਮਝਿਆ ਜਾਂਦਾ ਕਿ ਉਹ ਤਿੰਨ ਸਕੇ ਭਰਾ ਹੀ ਸਨ। ਇਹ ਤਿੰਨੇ ਹੀ ਦੋਸ਼ੀ ਫਰਾਰ ਨੇ। ਸੋ ਇੱਕ ਤਰੀਕੇ ਦੇ ਨਾਲ ਜੂਆ ਖੇਡਿਆ ਜਾ ਰਿਹਾ ਸੀਗਾ, ਜੂਆ ਖੇਡਦਿਆਂ ਹੀ ਹਾਰਨ ਜਿੱਤਣ ਤੋਂ ਕਿਸੇ ਤਰੀਕੇ ਦੇ ਨਾਲ ਹੋ ਗਿਆ ਝਗੜਾ ਤੇ ਇੱਕ ਵਿਅਕਤੀ ਦਾ ਕਤਲ ਤੇ ਦੋਸ਼ੀ ਹਨ ਫਰਾਰ ਜੀ। ਜੌਹਲ ਸਾਹਿਬ, ਜੂਆ ਖੇਡਣਾ ਵੀ ਇੱਕ ਤਰ੍ਹਾਂ ਦਾ ਅਪਰਾਧ ਮੰਨਿਆ ਜਾਂਦਾ, ਪਰ ਗੱਲ ਇਹ ਆ ਕਿ ਅਸੀਂ ਦੇਖਦੇ ਹਾਂ, ਅਸੀਂ ਆਪਣੇ ਪਿੰਡ ਦੇ ਵਿੱਚ ਵੀ ਆਸ-ਪਾਸ ਵੇਖੀਏ ਤਾਸ਼ ਆਮ ਤੌਰ 'ਤੇ ਲੋਕ ਖੇਡਦੇ ਆ, ਅਤੇ ਤਾਸ਼ ਦੇ ਦੌਰਾਨ ਬਾਜੀ ਜਿੱਤ ਜਾਣੀ ਹਾਰ ਜਾਣੀ ਜਦੋਂ ਉਦੋਂ ਕਸ਼ਮਕਸ਼ ਇੱਥੋਂ ਤੱਕ ਵੱਧਦੀ ਆ। ਅਤੇ ਇਹ ਵਾਕਈ ਗੱਲ ਠੀਕ ਆ ਕਿ ਲੜਾਈ ਝਗੜੇ ਤੱਕ ਵੀ ਨੌਬਤ ਆਉਂਦੀ ਆ। ਅਤੇ ਗੱਲ ਰਹੀ ਜੂਏ ਦੀ, ਜੂਏ ਦੇ ਵਿੱਚ ਜਦੋਂ ਪੈਸੇ ਅਤੇ ਦਾ ਇੱਕ ਦੂਜੇ 'ਤੇ ਲੱਗਦਾ ਆ ਤਾਂ ਉੱਥੇ ਹੋਰ ਵੀ ਇਹ ਜਿਹੜੀ ਆ ਸਥਿਤੀ ਬੜੀ ਨਾਜ਼ੁਕ ਜਿਹੀ ਹੋ ਜਾਂਦੀ ਆ। ਸੋ ਮੈਂ ਇਹੀ ਵਜ੍ਹਾ ਸਮਝਦਾ ਕਿ ਜਿੱਥੇ ਇਹ ਝਗੜਾ ਜਿਹੜਾ ਇੱਥੋਂ ਤੱਕ ਗਿਆ ਕਿ ਜਿਹੜਾ ਉਹ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਅਤੇ ਗੱਲ ਇਹ ਆ ਕਿ ਜੇ ਅਸੀਂ ਪ੍ਰਸ਼ਾਸਨ ਦੀ ਵੀ ਗੱਲ ਕਰੀਏ ਜਾਂ ਲੋਕਾਂ ਦੀ ਗੱਲ ਕਰੀਏ, ਲੋਕਾਂ ਦਾ ਰੁਝਾਨ ਜੇ ਜ਼ਿਆਦਾ ਮਤਲਬ ਕਿ ਸਿੱਧੇ ਪਾਸੇ ਜਾਂ ਅਸੀਂ ਸੁਧਾਰ ਪਾਸੇ ਦੇਖਿਆ ਜਾਵੇ ਅਤੇ ਉਲਾਰ ਪਾਸੇ ਵੀ ਬਹੁਤ ਜ਼ਿਆਦਾ ਆ ਕਿ ਜਿਵੇਂ ਇੱਦਾਂ ਦੇ ਅੱਡੇ ਜਿਹੜੇ ਬਣਾਏ ਜਾਂਦੇ ਆ, ਇੱਦਾਂ ਦੀ ਕਮਾਈ ਦੇ ਜਿਹੜੇ ਸਾਧਨ ਬਣਾਏ ਜਾਂਦੇ, ਜਿਨ੍ਹਾਂ ਨੇ ਮਿਹਨਤ ਨਹੀਂ ਕਰਨੀ ਉਹ ਇਹੋ ਜਿਹੇ ਸਾਧਨਾਂ ਦੇ ਨਾਲ ਹੀ ਕਹਿੰਦਾ ਵੀ ਅਸੀਂ ਕਮਾਈ ਕਰ ਲਈਏ। ਉਹ ਮੈਂ ਸਮਝਦਾ ਕਿ ਕਈ ਵਾਰੀ ਕਈ ਟੱਬਰ ਉੱਜੜ ਵੀ ਜਾਂਦੇ ਆ। ਜੂਏ ਜ਼ਰੂਰੀ ਨਹੀਂ ਕਿ ਜਿੱਤੇ ਜਾਣ, ਹਾਰਨ ਦਾ ਵੀ ਮੂੰਹ ਸਾਹਮਣਾ ਸਾਨੂੰ ਕਰਨਾ ਪੈਂਦਾ। ਸੋ ਇਹ ਹੈ ਕਿ ਜੁਆਰੀਏ ਜਿਹੜੇ ਜੂਆ ਖੇਡਣ ਵਾਲੇ ਆ ਉਹਨਾਂ ਦੇ ਕਹਿੰਦੇ ਆ ਵੀ ਕਦੇ ਘਰ ਨਹੀਂ ਵਸੇ। ਸੋ ਇਹੀ ਨੌਬਤ ਆ ਇੱਥੋਂ ਤੱਕ ਆਉਂਦੀ ਜਦੋਂ ਇੱਦਾਂ ਦੀਆਂ ਲੜਾਈਆਂ ਪੈਂਦੀਆਂ ਤਾਂ ਹੋਰ ਵੀ ਜਿਹੜੀ ਆ ਸਥਿਤੀ ਉਹ ਨਾਜ਼ੁਕ ਹੋ ਜਾਂਦੀ, ਕਾਫੀ ਨਾਜ਼ੁਕ ਜੀ। ਸੋ ਜਾਨ ਗਵਾ ਬੈਠਾ ਨੌਜਵਾਨ ਗਿਆ ਤੇ ਹੋਵੇਗਾ ਜੂਆ ਖੇਡਣ ਲਈ ਕੁਝ ਜਿੱਤਣ ਦੇ ਵਾਸਤੇ। ਤੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਖਿਡਾਰੀ ਕੋਈ ਵੀ ਜੇ ਖੇਡ ਖੇਡਦਾ ਤੇ ਹਮੇਸ਼ਾ ਜਿੱਤ ਨਹੀਂ ਸਕਦਾ, ਉਹ ਹਾਰਨਾ ਵੀ ਉਸ ਨੂੰ ਪੈ ਸਕਦਾ ਹੈ। ਸੋ ਜੇ ਕੋਈ ਖੇਡ ਖੇਡਣ ਜਾਂਦੇ ਹੋ ਤੇ ਹਾਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਲੇਕਿਨ ਕਿ ਇਹ ਦੜਾ ਸੱਟਾ ਅਤੇ ਜੂਆ ਇਸ ਕਿਸਮ ਦੇ ਜਿੰਨੇ ਵੀ ਪ੍ਰਚਲਨ ਹਨ ਸਮਾਜ ਦੇ ਵਿੱਚ, ਜਿਸ ਤਰ੍ਹਾਂ ਸਰਦਾਰ ਖੱਖ ਜੀ ਦੱਸ ਰਹੇ ਨੇ ਕਿ ਕਦੀ ਕਿਸੇ ਨੂੰ ਇਸ ਪੱਖੋਂ ਬਹੁਤਾ ਅਮੀਰ ਹੁੰਦਾ ਨਹੀਂ ਦੇਖਿਆ, ਲੇਕਿਨ ਕਿ ਵੱਡੀ ਤਾਦਾਦ ਦੇ ਵਿੱਚ ਲੋਕ ਕੰਗਾਲ ਹੁੰਦੇ ਹਨ ਸਾਰਾ ਕੁਝ ਹਾਰ ਕੇ। ਦੜਾ ਸੱਟਾ ਇਸ ਦਾ ਬਿਜ਼ਨਸ ਵੀ ਵੱਡੇ ਸ਼ਹਿਰਾਂ ਦੇ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਕਈ ਸਾਰੀਆਂ ਖੇਡਾਂ ਨੂੰ ਜਾਂ ਕਿਸੇ ਵੀ ਫੰਕਸ਼ਨ ਨੂੰ ਕੋਈ ਨਾ ਕੋਈ ਅਜਿਹਾ ਆਧਾਰ ਬਣਾ ਕੇ ਜਿੱਤ ਹਾਰ ਦਾ ਰਾਜਨੀਤਿਕ ਅੱਜ ਤੇ ਪੋਲੀਟਿਕਸ ਨੂੰ ਵੀ ਇਸ ਦੇ ਵਿੱਚ ਹੀ ਸ਼ਾਮਲ ਕਰ ਲਿਆ ਕਿ ਜਿੱਤਾਂ ਹਾਰਾਂ ਨੂੰ। ਸੋ ਇਹ ਦੜੇ ਸੱਟੇ ਜੋ ਲਗਾਏ ਜਾਂਦੇ ਹਨ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਤਾਂ ਲਗਾਈਆਂ ਜਾਂਦੀਆਂ ਹਨ। ਇਸ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕ ਹਾਰਦੇ ਨੇ ਪੈਸੇ, ਲੇਕਿਨ ਕਿ ਜਿੱਤਣ ਵਾਲਿਆਂ ਦੀ ਗਿਣਤੀ 'ਚ ਉਹ ਆਟੇ ਦੇ ਵਿੱਚ ਲੂਣ ਦੇ ਬਰਾਬਰ ਵੀ ਕਈ ਵਾਰੀ ਨਹੀਂ ਹੋਇਆ ਕਰਦੀ ਹੈ। ਸੋ ਇਸ ਕਦਰ ਇਹ ਜੂਆ ਵੀ ਸਰਦਾਰ ਖੱਖ ਜੀ ਇੱਕ ਪੁਰਾਣਾ ਸਾਡੇ ਸਮਾਜ ਦੇ ਵਿੱਚ ਕਹਿ ਲਓ ਕਿ ਕੁਰੀਤੀ ਹੈ, ਬੁਰਾਈ ਹੈ। ਜਿਸ ਤਰ੍ਹਾਂ ਆਪਾਂ ਸ਼ਰਾਬ ਦੀ ਗੱਲ ਕਰ ਰਹੇ ਸੀਗੇ ਕਿ ਜਦੋਂ ਕਦਾ ਮਨੁੱਖ ਦਾ ਇਤਿਹਾਸ ਮਿਲਦਾ ਹੈ, ਸੋ ਸ਼ਰਾਬ ਮਨੁੱਖ ਨੇ ਕਦੋਂ ਪੀਣੀ ਸ਼ੁਰੂ ਕੀਤੀ ਉਹ ਇਸ ਦਾ ਕੋਈ ਮੁੱਢ ਕਦੀਮ ਨਹੀਂ ਲੱਭਦਾ। ਸੋ ਹਮੇਸ਼ਾ ਤੋਂ ਹੀ ਅਜਿਹਾ ਰਿਹਾ ਹੈ ਕਿ ਜਦੋਂ ਤੋਂ ਵੀ ਕਿਤੇ ਮਨੁੱਖ ਦਾ ਇਤਿਹਾਸ ਲੱਭਦਾ ਉਦੋਂ ਤੋਂ ਸ਼ਰਾਬ ਵੀ ਉਸ ਦੇ ਨਾਲ ਜੁੜੀ ਹੋਈ ਹੈ। ਇਹ ਇਸ ਦੇ ਨਾਲ ਹੀ ਅੱਗੇ ਚੱਲ ਕੇ ਇਹ ਜੂਏ ਵਾਲੀ ਬੁਰਾਈ ਵੀ ਨਾਲ ਹੀ ਜੁੜ ਗਈ। ਸੋ ਸਦੀਆਂ ਤੋਂ ਮਨੁੱਖ ਜੂਆ ਖੇਡਦੇ ਆ ਰਹੇ ਨੇ, ਜੂਆ ਖੇਡ ਕੇ ਹਾਰਦੇ ਵੀ ਆ ਰਹੇ ਨੇ, ਲੜਦੇ ਘੁਲਦੇ ਵੀ ਆ ਰਹੇ ਨੇ, ਕਤਲਾਂ ਤੱਕ ਵੀ ਗੱਲ ਪਹੁੰਚਦੀ ਜਾ ਰਹੀ ਹੈ, ਪਰ ਜੂਆ ਹਾਲ ਦੀ ਘੜੀ ਸਮਾਜ 'ਚੋਂ ਬੰਦ ਨਹੀਂ ਹੋ ਰਿਹਾ ਜੀ। ਜੌਹਲ ਸਾਹਿਬ, ਜੇ ਆਪਾਂ ਇਹ ਪਿੱਛੇ ਚੱਲੀਏ, ਮਿਥਿਹਾਸ ਵੱਲ ਚੱਲੀਏ, ਕ੍ਰਿਸ਼ਨ ਭਗਵਾਨ ਦੇ ਮਹਾਭਾਰਤ ਦੀ ਗੱਲ ਕਰੀਏ ਤਾਂ ਉਹਦਾ ਮੁੱਢ ਵੀ ਜੂਏ ਤੋਂ ਵੱਜਦਾ, ਕਿਉਂਕਿ ਪਾਂਡਵਾਂ ਨੇ ਜਦੋਂ ਦ੍ਰੋਪਦੀ ਨੂੰ ਹਾਰਿਆ ਤਾਂ ਉਹ ਜੂਏ ਦੀ ਖੇਡ ਹੀ ਸੀ। ਜਦੋਂ ਉਹਨਾਂ ਨੇ ਸਾਰਾ ਕੁਝ ਦਾਅ 'ਤੇ ਲਾ ਲਿਆ, ਉਹਨਾਂ ਦੇ ਕੋਲੋਂ ਇੱਕ ਦ੍ਰੋਪਦੀ ਬਚੀ ਅਤੇ ਉਹਨਾਂ ਨੇ ਦ੍ਰੋਪਦੀ ਨੂੰ ਵੀ ਦਾਅ 'ਤੇ ਲਾ ਦਿੱਤਾ। ਅਖੀਰ ਉਹਨਾਂ ਦੇ ਪਾਸ ਕੁਝ ਵੀ ਨਾ ਰਿਹਾ, ਇੱਥੋਂ ਤੱਕ ਵੀ ਨਾ ਜਦੋਂ ਉਹਦਾ ਚੀਰ ਹਰਨ ਕੀਤਾ ਤਾਂ ਉਹ ਬੇਬਸ ਹੋ ਗਏ। ਸੋ ਗੱਲ ਆ ਕਿ ਇੱਦਾਂ ਦੀ
ਭੈੜੀ ਖੇਡ ਦਾ ਔਰ ਇੱਦਾਂ ਦੇ ਗਲਤ ਕੰਮ ਦਾ ਜਿਹੜਾ ਹੈ ਸਾਨੂੰ ਸਾਡੇ ਮਿਥਿਹਾਸ ਦੇ ਵਿੱਚੋਂ ਵੀ ਪ੍ਰੇਰਨਾ ਮਿਲਦੀ ਆ ਕਿ ਉਹਨਾਂ ਲੋਕਾਂ ਨੇ ਜੇ ਇਹ ਖੇਡ ਖੇਡੀ ਆ ਤਾਂ ਉਹਨਾਂ ਨੂੰ ਕਿਹਨਾਂ ਦੁਸ਼ਵਾਰੀਆਂ ਵਿੱਚੋਂ ਦੀ ਲੰਘਣਾ ਪਿਆ ਔਰ ਮਹਾਭਾਰਤ ਦਾ ਮੁੱਢ ਵੀ ਉਸ ਖੇਡ ਤੋਂ ਵੱਜਾ। ਸੋ ਇਹ ਗੱਲ ਬਿਲਕੁਲ ਜੌਹਰ ਸਾਹਿਬ ਜਾਇਜ਼ ਆ, ਠੀਕ ਆ ਕਿ ਲੜਾਈ ਜੇ ਉਦੋਂ ਐਡੀ ਵੱਡੀ ਮਹਾਭਾਰਤ ਜੂਏ ਕਰਕੇ ਹੋਈ ਸੀ ਤਾਂ ਜਿਹੜੀਆਂ ਹੁਣ ਇੱਦਾਂ ਦੇ ਜੇ ਇੱਕ ਦੂਜੇ ਨੂੰ ਮਾਰਦੇ ਆ ਜਾਂ ਇਹ ਘਰ ਉਜੜਦੇ ਆ ਤਾਂ ਇਹ ਮੈਂ ਕਹਿੰਦਾ ਇੱਕ ਸੁਭਾਵਿਕ ਆ, ਕਿਉਂਕਿ ਖੇਡ ਦੇ ਵਿੱਚ ਜਿੱਤ ਹਾਰ ਬਣ ਜਾਣੀ ਸੁਭਾਵਿਕ ਗੱਲ ਆ ਅਤੇ ਉਹਦੇ ਵਿੱਚੋਂ ਜੋ ਗੁੱਸਾ ਜਾਂ ਇੱਕ ਦੂਜੇ ਦਾ ਵੈਰ ਵਿਰੋਧ ਉਪਜਦਾ ਉਹ ਸਾਡੇ ਸਾਹਮਣੇ ਦੇਖਣ ਵਿੱਚ ਆਉਂਦਾ। ਸੋ ਇੱਦਾਂ ਦੀਆਂ ਖੇਡਾਂ ਜੇ ਸਾਡੇ ਇਤਿਹਾਸ ਨਾਲ ਜੁੜਦੀਆਂ, ਮਿਥਿਹਾਸ ਨਾਲ ਜੁੜਦੀਆਂ ਤਾਂ ਮੈਂ ਸਮਝਦਾ ਜੇ ਪਿੱਛੇ ਤੋਂ ਕੋਈ ਕਿਸੇ ਨੇ ਫਾਇਦਾ ਨਹੀਂ ਲਿਆ ਤਾਂ ਹੁਣ ਗਾਂਹ ਅੱਗੋਂ ਵੀ ਮੈਂ ਸਮਝਦਾ ਇਹਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਸਰਦਾਰ ਖੱਖ ਜੀ, ਸਮੇਂ ਦੇ ਚੱਲਦਿਆਂ ਭਾਵੇਂ ਪ੍ਰਚਲਨ ਨਡਾਲਾ ਵਿਖੇ ਇਹ ਘਟ ਗਿਆ ਹੈ ਕਿ ਜੂਆ ਹਾਂਜੀ ਹੁਣ ਘੱਟ ਖੇਡਿਆ ਜਾਂਦਾ ਹੈ, ਪਰ ਦੀਵਾਲੀ ਦੇ ਮੌਕੇ 'ਤੇ ਖਾਸ ਤੌਰ 'ਤੇ ਆਮ ਤੌਰ 'ਤੇ ਦੇਖਣ ਨੂੰ ਮਿਲਿਆ ਕਰਦਾ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਵੀ ਲੋਕ ਇਕੱਠੇ ਹੋ ਕੇ ਰਾਤ ਨੂੰ ਜੂਆ ਖੇਡਦੇ ਸੀਗੇ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਨੇ ਛੋਟਿਆਂ ਨੂੰ ਅੱਗੇ ਆਪਣੀ ਵਿਰਾਸਤ ਦੀ ਸਿੱਖਿਆ ਇਸ ਤਰੀਕੇ ਦੇ ਨਾਲ ਦੇਣੀ ਹੁੰਦੀ ਹੈ ਕਿ ਉਹ ਬੁਰਾਈਆਂ ਦੇ ਵਿੱਚ ਨਾ ਫਸਣ। ਪਰ ਜਿਹੜੇ ਫਿਰ ਸਾਡੇ ਵੱਡੇ ਇਕੱਠੇ ਹੋ ਕੇ ਦੀਵਾਲੀ ਵਰਗੇ ਪਵਿੱਤਰ ਤਿਉਹਾਰ 'ਤੇ ਜੂਆ ਖੇਡਣ ਦੇ ਵਿੱਚ ਵਿਸ਼ਵਾਸ ਰੱਖਦੇ ਆ ਅਤੇ ਉਹ ਆਪਣੀ ਅਗਲੀ ਪੀੜ੍ਹੀ ਨੂੰ, ਆਪਣੀਆਂ ਔਲਾਦਾਂ ਨੂੰ ਕਿਵੇਂ ਕਹਿ ਸਕਦੇ ਵੀ ਤੁਸੀਂ ਜੂਆ ਨਾ ਖੇਡਿਓ? ਜੌਹਰ ਸਾਹਿਬ, ਜੇ ਦੇਖਿਆ ਜਾਵੇ ਜੂਏ ਦੇ ਵਿੱਚ ਵੀ ਤਾਂ ਇੱਕ ਮਾਨਸਿਕਤਾ ਇਹੀ ਪਾਈ ਜਾ ਸਕਦੀ ਆ ਕਿ ਦੀਵਾਲੀ ਵਾਲੇ ਦਿਨ ਲక్ష్ਮੀ ਦੀ ਪੂਜਾ ਜਿਹੜੀ ਹੁੰਦੀ ਆ ਨਾ ਜੀ, ਹਰੇਕ ਵਿਅਕਤੀ ਦੇ ਮਨ ਦੇ ਵਿੱਚ ਇਹ ਹੁੰਦਾ, ਖਾਸ ਤੌਰ 'ਤੇ ਵਪਾਰੀ ਤਬਕੇ ਵਿੱਚ ਕਿ ਲక్ష్ਮੀ ਸਾਡੇ ਘਰ ਆਉਣੀ ਆ। ਘਰਾਂ ਨੂੰ ਸਜਾਇਆ ਜਾਂਦਾ, ਦੁਕਾਨਾਂ ਨੂੰ ਸਜਾਇਆ ਜਾਂਦਾ, ਹਰ ਤਰ੍ਹਾਂ ਦੀ ਦੁਕਾਨ ਜਿਹੜੀ ਆ ਉੱਤੇ ਵੱਧ ਤੋਂ ਵੱਧ ਆਪਣਾ ਸਮਾਨ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਘਰਾਂ ਦੇ ਵਿੱਚ ਇੱਕ ਮਾਨਤਾ ਪਾਈ ਜਾਂਦੀ ਆ ਕਿ ਜੇ ਘਰਾਂ ਨੂੰ ਸਵਾਰਾਂਗੇ, ਦੀਪਮਾਲਾ ਕਰਾਂਗੇ, ਬੂਹੇ ਖੁੱਲ੍ਹੇ ਰੱਖਾਂਗੇ ਅਤੇ ਲక్ష్ਮੀ ਦੇਵੀ ਨੇ ਆਉਣਾ। ਅਤੇ ਇਸੇ ਨਾਲ ਹੀ ਜੁੜਦੀ ਇੱਕ ਜੂਏ ਦੀ ਗੱਲ ਆ ਵੀ ਉਹਦੇ ਵਿੱਚ ਹਰੇਕ ਦੇ ਮਨ ਵਿੱਚ ਇਹ ਹੁੰਦਾ ਵੀ ਜੂਆ ਖੇਡਾਂਗੇ, ਜਿੱਤਾਂਗੇ, ਪੈਸੇ ਆਉਣਗੇ। ਪਰ ਹਾਰ ਨੂੰ ਨਹੀਂ ਦੇਖਿਆ ਜਾਂਦਾ। ਜਦੋਂ ਅਸੀਂ ਚੀਜ਼ ਨੂੰ ਜਿਹੜੀ ਨੂੰ ਪਹਿਲਾਂ ਅਸੀਂ ਤੈਅ ਨਹੀਂ ਕਰਦੇ ਵੀ ਹਾਰ ਵੀ ਹੋ ਸਕਦੀ ਆ, ਜਦੋਂ ਹਾਰ ਦਾ ਮੂੰਹ ਵੇਖਣਾ ਪੈਂਦਾ ਤਾਂ ਫਿਰ ਇਹ ਜਿਹੜਾ ਆ ਕਲੇਸ਼ ਪਰਿਵਾਰ ਦੇ ਵਿੱਚ ਵੀ ਆਉਂਦਾ, ਖੇਡਣ ਵਾਲੇ ਦੇ ਮਨ ਵਿੱਚ ਵੀ ਆਉਂਦਾ। ਸੋ ਇਹ ਕਲੇਸ਼ ਦਾ ਥਾਂ ਹੀ ਬਣਦਾ ਆ, ਨਾ ਕਿ ਮੈਂ ਸਮਝਦਾ ਕਿ ਲక్ష్ਮੀ ਦੇ ਆਉਣ ਦੀ ਗੱਲ ਬਣਦੀ ਆ। ਇਹ ਜਿਹੜੀ ਰਵਾਇਤ ਬਜ਼ੁਰਗਾਂ ਵੱਲੋਂ ਚੱਲੀ ਆ, ਗਾਂ ਅੱਗੇ ਉਹਦਾ ਕੀ ਜਵਾਬ ਦੇ ਆ, ਇਹ ਤਾਂ ਖੁਦ ਉਹਨਾਂ ਦੇ ਨਤੀਜੇ ਸਾਨੂੰ ਦੱਸਦੇ ਆ ਵੀ ਉਹਨਾਂ ਦੇ ਕੋਲੋਂ ਜਿਹੜਾ ਸਿੱਖਿਆ ਮਿਲਦੀ ਆ ਉਹ ਕੋਈ ਬਹੁਤੀ ਵਧੀਆ ਨਹੀਂ ਹੈ। ਇਹ ਇੱਕ ਪਰੰਪਰਾ ਜ਼ਰੂਰ ਚਲਾਈ ਆ, ਪਰ ਚਲਾਈ ਕਿਉਂ ਆ, ਇਹਦੇ ਪਿੱਛੇ ਵੀ ਕੀ ਇਹਦਾ ਤਰਕ ਕੀ ਆ ਉਹ ਨਹੀਂ ਸਮਝਦੇ। ਪਰ ਸਾਨੂੰ ਹੁਣ ਇਹ ਸਪਸ਼ਟ ਗੱਲ ਹੁੰਦੀ ਆ ਵੀ ਝਗੜੇ ਤੋਂ ਸਿਵਾਏ, ਕਲੇਸ਼ ਤੋਂ ਸਿਵਾਏ ਦੇ ਵਿੱਚ ਕੁਝ ਵੀ ਨਹੀਂ ਹੈ। ਤੇ ਲਓ ਜੀ, ਫਿਰ ਸਫਲਤਾ ਅਤੇ ਅਸਫਲਤਾ ਇਹ ਦੋਨੋਂ ਹੀ ਹਾਂਜੀ ਜ਼ਿੰਦਗੀ ਦੇ ਇੱਕ ਅਜਿਹੇ ਪਹਿਲੂ ਹਨ ਜੋ ਕਿ ਨਾਲ ਹੀ ਹਮੇਸ਼ਾ ਚੱਲਦੇ ਨੇ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਅਸੀਂ ਸਫਲ ਹੋਣ ਲਈ ਕਰਦੇ ਹਾਂ, ਪਰ ਅਸਫਲ ਵੀ ਹੋ ਸਕਦੇ ਹਾਂ ਅਤੇ ਹੋ ਜਾਂਦੇ ਹਾਂ। ਜ਼ਿੰਦਗੀ ਦੇ ਵਿੱਚ ਹਮੇਸ਼ਾ ਕੋਈ ਵਿਅਕਤੀ ਸਫਲ ਨਹੀਂ ਰਹਿ ਸਕਦਾ, ਹਮੇਸ਼ਾ ਕੋਈ ਵਿਅਕਤੀ ਅਸਫਲ ਨਹੀਂ ਰਹਿ ਸਕਦਾ। ਸੋ ਜਿੱਤ ਅਤੇ ਹਾਰ ਇਸੇ ਤਰੀਕੇ ਦੇ ਨਾਲ ਕੋਈ ਖਿਡਾਰੀ ਜੇ ਖੇਡਦਾ ਹਮੇਸ਼ਾ ਉਹ ਜਿੱਤ ਨਹੀਂ ਸਕਦਾ, ਅਤੇ ਲੇਕਿਨ ਕਿ ਜੇ ਮਿਹਨਤ ਕਰੇ ਤਾਂ ਹਮੇਸ਼ਾ ਉਹ ਹਾਰ ਵੀ ਨਹੀਂ ਸਕਦਾ ਹੈ। ਪਰ ਦੂਸਰੇ ਪਾਸੇ ਇਹ ਜੂਏ ਵਰਗੀਆਂ ਅਲਾਮਤਾਂ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜੂਆ ਜਿੱਤ ਕੇ ਕਿਸੇ ਵਿਅਕਤੀ ਨੇ ਕੋਈ ਬਹੁਤ ਵੱਡਾ ਆਪਣੇ ਆਪ ਨੂੰ ਜਾਂ ਆਪਣੇ ਭਵਿੱਖ ਨੂੰ ਬਿਹਤਰ ਬਣਾ ਲਿਆ ਹੋਵੇ। ਅਜਿਹਾ ਜ਼ਿੰਦਗੀ ਦੇ ਵਿੱਚ ਹੋਇਆ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਸੋ ਫਿਰ ਵੀ ਲੇਕਿਨ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਖੇਡਣੀ ਹੈ, ਜੋ ਵੀ ਕਰਮ ਕਰਨਾ ਹੈ, ਉਸ ਦੇ ਵਿੱਚ ਜਿੱਤ ਦੇ ਨਾਲ ਆਪਣੇ ਆਪ ਨੂੰ ਹਾਰ ਬਰਦਾਸ਼ਤ ਕਰਨ ਦੇ ਲਈ ਵੀ ਵਿਅਕਤੀ ਨੂੰ ਹਮੇਸ਼ਾ ਤਿਆਰ ਰਹਿਣਾ ਪਏਗਾ। ਤਦ ਕਰਕੇ ਫਿਰ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ ਜੇ ਅਸੀਂ ਹਾਰ ਨੂੰ ਬਰਦਾਸ਼ਤ ਕਰਨ ਦਾ ਮਾਦਾ ਆਪਣੇ ਵਿੱਚ ਲੈ ਆਵਾਂਗੇ। ਅਤੇ ਕਪੂਰਥਲਾ ਦੇ ਵਿੱਚ ਜਿਵੇਂ ਇਹ ਘਟਨਾ ਵਾਪਰੀ ਹੈ ਕਿ ਜੂਆ ਖੇਡਦਿਆਂ ਆਪਸ ਦੇ ਵਿੱਚ ਲੜ ਪਏ, ਇੱਕ ਨੌਜਵਾਨ ਦਾ ਕਤਲ ਕਰਕੇ ਬਾਕੀ ਦੇ ਹੋ ਗਏ ਫਰਾਰ, ਅਤੇ ਫਰਾਰ ਹੋਏ 3 ਸਕੇ ਭਰਾ ਨੇ। ਅਸੀਂ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਅੱਗੇ। ਪਠਾਨਕੋਟ ਤੋਂ ਖਬਰ ਆਈ ਹੈ ਸਰਦਾਰ ਖੱਖ ਜੀ ਕਿ ਸਕੂਲ ਦੇ ਵਿੱਚ ਕਲਾਸ ਲੱਗੀ ਹੋਈ ਸੀ 12ਵੀਂ ਜਮਾਤ ਦੀ, ਅਤੇ ਛੱਤ 'ਤੇ ਚੱਲ ਰਿਹਾ ਸੀ ਪੱਖਾ, ਲੇਕਿਨ ਕਿ ਉਹ ਪੱਖਾ ਅਚਾਨਕ ਚੱਲਦਾ ਛੱਤ ਤੋਂ ਖੁੱਲ੍ਹ ਕੇ ਡਿੱਗਾ ਜ਼ਮੀਨ 'ਤੇ, ਅਤੇ ਜ਼ਮੀਨ 'ਤੇ ਡਿੱਗਿਆ ਹਾਂਜੀ ਪੜ੍ਹ ਰਹੀਆਂ ਕੁੜੀਆਂ 'ਤੇ ਇੱਕ ਕੁੜੀ ਦੇ ਤਾਂ ਸਿਰ ਵਿੱਚ ਆ ਕੇ ਉਹ ਜੋ ਪੱਖਾ ਵੱਜਾ, ਜਿਸ ਕਰਕੇ ਉਹ ਕੁੜੀ ਗੰਭੀਰ ਜ਼ਖਮੀ ਹੋ ਗਈ ਜੀ। ਜੌਹਰ ਸਾਹਿਬ, ਗੱਲ ਇਹ ਆ ਕਿ ਜਿਹੜੀਆਂ ਖਾਸ ਤੌਰ 'ਤੇ ਇਹੋ ਜਿਹੀਆਂ ਸੰਸਥਾਵਾਂ, ਸਕੂਲ ਆ ਜੀ, ਜਾਂ ਚਾਹੇ ਕੋਈ ਵੀ ਹੋਵੇ, ਆਪਣੇ ਦਫ਼ਤਰ ਆ ਸਰਕਾਰੀ ਜਾਂ ਪਬਲਿਕਲੀ ਜਿੰਨੀਆਂ ਵੀ ਆ, ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਸਾਡੇ ਪੱਖੇ ਚੱਲਦੇ ਆ ਤਾਂ ਉਹ ਜ਼ਰੂਰੀ ਹੈ ਕਿ ਮਕੈਨਿਕ ਦੇ ਕੋਲੋਂ ਪਹਿਲਾਂ ਚੈੱਕਅਪ ਕਰਵਾਇਆ ਜਾਵੇ ਵੀ ਪੱਖਿਆਂ ਦੇ ਵਿੱਚ ਕੋਈ ਢਿੱਲ ਜਾਂ ਕੋਈ ਬੈਰਿੰਗਾਂ ਦਾ ਜਾਂ ਕੋਈ ਇੱਦਾਂ ਦਾ ਟੈਕਨੀਕਲੀ ਕੋਈ ਫਾਲਟ ਨਾ ਹੋਵੇ। ਸੋ ਗੱਲ ਇਹ ਆ ਕਿ ਸਕੂਲਾਂ ਦੀ ਤਰਸਯੋਗ ਹਾਲਤ ਤੋਂ ਇਹ ਪਤਾ ਲੱਗਦਾ ਕਿ ਉੱਥੇ ਪੱਖੇ 'ਤੇ ਜਿਹੜੀ ਆਪਣਾ
ਰਿਪੇਅਰ ਕਰਾਉਣੀ ਜਾਂ ਕੋਈ ਇੱਦਾਂ ਦਾ ਦੇਖਣਾ ਨਵਾਂ ਲੱਗ ਜਾਏ, ਇਹ ਨਹੀਂ ਦੇਖਿਆ ਗਿਆ ਤਾਂ ਹੀ ਇਹ ਇੱਥੋਂ ਤੱਕ ਨੌਬਤ ਆਈ ਆ। ਸੋ ਗੱਲ ਇਹ ਆ ਕਿ ਸਕੂਲ ਦੇ ਪ੍ਰਬੰਧਕਾਂ ਨੂੰ ਖਾਸ ਤੌਰ 'ਤੇ ਪ੍ਰਿੰਸੀਪਲ ਸਾਹਿਬ ਇਸ ਗੱਲ ਦੀ ਨਿਗਰਾਨੀ ਕਰਦੇ ਕਿ ਉਹ ਸਾਰੇ ਪੱਖਾਂ ਦੀ ਮਤਲਬ ਦੇਖਭਾਲ ਕਰਦੇ। ਜੇ ਕੋਈ ਇੱਦਾਂ ਦੀ ਤਰੁੱਟੀ ਸੀ ਤਾਂ ਉਹਨਾਂ ਨੂੰ ਪਹਿਲਾਂ ਠੀਕ ਕਰਨਾ ਚਾਹੀਦਾ ਹੈ ਗਰਮੀਆਂ ਸ਼ੁਰੂ ਹੋਣ ਤੋਂ। ਅਤੇ ਇਹ ਜਿਹੜੀ ਗੱਲ ਆ, ਇਸ ਖਬਰ ਤੋਂ ਸਾਨੂੰ ਪਤਾ ਲੱਗਦਾ ਕਿ ਆਮ ਜਿਹੜੇ ਸਕੂਲ ਆ ਉਹ ਰਹਿਮ ਦੇ ਪਾਤਰ ਆ, ਖਾਸ ਤੌਰ 'ਤੇ ਸਰਕਾਰੀ ਸਕੂਲ ਮੈਂ ਸਮਝਦਾ। ਅਤੇ ਉਹਨਾਂ ਨੂੰ, ਟੀਚਰਾਂ ਨੂੰ, ਉਹਨਾਂ ਪ੍ਰਬੰਧਕਾਂ ਨੂੰ ਜਾਂ ਪ੍ਰਿੰਸੀਪਲ ਸਾਹਿਬਾਂ ਨੂੰ ਇਹ ਹੁਣ ਇਸ ਖਬਰ ਤੋਂ ਸੁਚੇਤ ਹੋ ਜਾਣਾ ਚਾਹੀਦਾ ਕਿ ਸਾਨੂੰ ਵੀ ਇਸ ਵੱਲ ਤਵੱਜੋ ਦੇਣੀ ਚਾਹੀਦੀ ਆ ਕਿ ਸਾਡੇ ਪੱਖੇ ਤੇ ਨਹੀਂ ਇੱਦਾਂ ਦੇ ਜਿਨ੍ਹਾਂ ਦੇ ਪਰ ਢਿੱਲੇ ਹੋਣ ਜਾਂ ਬੈਰਿੰਗਾਂ 'ਚ ਕਸੂਰ ਹੋਵੇ ਜਾਂ ਉਹ ਜਿੱਥੇ ਟੰਗੇ ਗਏ ਆ ਉਹਨਾਂ 'ਚ ਕੋਈ ਫਾਲਟ ਹੋਵੇ। ਸੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹ ਤਾਂ ਇੱਕ ਜ਼ਖਮੀ ਹੋਈ ਆ, ਹੋ ਸਕਦਾ ਉਹ ਜਿੰਨੇ ਤੱਕ ਤਿੱਖੇ ਪਰ ਹੁੰਦੇ ਆ ਕਿਸੇ ਦੀ ਮੌਤ ਵੀ ਹੋ ਸਕਦੀ ਆ। ਅਤੇ ਇਸ ਗੱਲ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ ਜੀ। ਬਿਲਕੁਲ ਜੀ, ਬੜਾ ਆਪਣੇ ਆਪ ਦੇ ਵਿੱਚ ਅਜੀਬ ਹਾਦਸਾ ਹੈ ਕਿ ਲੱਗੀ ਹੋਈ ਕਲਾਸ ਦੇ ਵਿੱਚ ਚੱਲਦਾ ਪੱਖਾ ਜੋ ਹੈ ਇਹ ਪੜ੍ਹ ਰਹੀਆਂ ਲੜਕੀਆਂ 'ਤੇ ਡਿੱਗਾ। ਸੋ ਇੱਕ ਲੜਕੀ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਵਿੱਚ ਕੁਝ ਇੱਕ ਹੋਰ ਵੀ ਲੋਕ ਦਾਖਲ ਨੇ। ਹਾਂਜੀ, 1 2 4 5 ਨਹੀਂ ਸਗੋਂ 27 ਤੋਂ ਜ਼ਿਆਦਾ ਲੋਕ। ਸਮਝਿਆ ਜਾਂਦਾ ਕਿ 2 ਧੜਿਆਂ ਦੇ ਵਿੱਚ ਕੋਈ ਜ਼ਮੀਨੀ ਵੰਡ ਕਰਕੇ ਲੱਖਣ ਕਲਾਂ ਤੋਂ ਇਹ ਖਬਰ ਹੈਗੀ ਹੈ ਕਿ 2 ਪਰਿਵਾਰਾਂ ਦੇ ਵਿੱਚ ਇਹ ਜ਼ਮੀਨੀ ਝਗੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ, ਲੇਕਿਨ ਕਿ ਵੱਟ ਹਾਂਜੀ ਢਾਉਣ ਦਾ, ਬਣਾਉਣ ਦਾ, ਪਾਉਣ ਦਾ ਇਹ ਫੈਸਲਾ ਆਪਸ ਵਿੱਚ ਨਾ ਹੋ ਸਕਿਆ ਅਤੇ ਫਿਰ ਦੋਨਾਂ ਧੜਿਆਂ ਨੇ ਆਪੋ ਆਪਣੇ ਸਮਰਥਕ ਇਕੱਠੇ ਕੀਤੇ, ਲੜਾਈ ਹੋਈ, ਕਾਫੀ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਅਤੇ 24 ਦੇ ਖਿਲਾਫ ਤੇ ਪੁਲਿਸ ਨੇ ਕੇਸ ਦਰਜ ਕੀਤਾ 24 ਲੋਕਾਂ ਦੇ ਖਿਲਾਫ। ਸੋ ਇੱਕ ਮਾਮੂਲੀ ਜ਼ਮੀਨ ਦੀ ਵੰਡ ਦੇ ਝਗੜੇ ਤੋਂ ਐਡਾ ਵੱਡਾ ਵਿਵਾਦ ਪੈਦਾ ਕਰ ਲੈਣਾ ਅਤੇ ਹੁਣ ਗ੍ਰਿਫਤਾਰੀ ਤੋਂ ਬਚਣ ਲਈ ਇਹ ਸਾਰੇ ਭੱਜੇ ਫਿਰਦੇ ਆਪਣੇ ਰਿਸ਼ਤੇਦਾਰਾਂ ਕੋਲ ਜੀ। ਜੌਹਲ ਸਾਹਿਬ, ਗੱਲ ਇਹ ਆ ਕਿ ਦਿਨ ਬ ਦਿਨ ਜਿਹੜਾ ਸਾਡਾ ਇਹ ਸਮਾਜਿਕ ਢਾਂਚਾ ਕਿਸੇ ਨਾ ਕਿਸੇ ਕਲੇਸ਼ ਦਾ ਮੁੱਢ ਬਣਦਾ ਜਾ ਰਿਹਾ। ਖਾਸ ਤੌਰ 'ਤੇ ਜ਼ਮੀਨੀ ਜਿਹੜਾ ਸਾਡਾ ਇਹ ਹੈ ਇੱਕ ਤਰ੍ਹਾਂ ਦਾ ਵਿਵਾਦ, ਉਹਦੇ ਵਿੱਚ ਵੱਟਾਂ ਬੰਨਿਆਂ ਦਾ ਇੱਧਰ ਉੱਧਰ ਹੋਣਾ ਜਾਂ ਧੱਕੇਸ਼ਾਹੀ ਕਰਨੀ। ਸ਼ੁਰੂ ਤੋਂ ਇਹ ਹੁੰਦੀ ਧੱਕੇਸ਼ਾਹੀ ਤੋਂ ਜਜ਼ਬਾਤੀ ਚੱਲਦੀ ਆ, ਫਿਰ ਉੱਥੋਂ ਕਬਜ਼ਿਆਂ ਦੀ ਦੌੜ ਚੱਲਦੀ ਆ। ਜੇ ਇਹ ਨਾ ਹੋਵੇ ਫਿਰ ਆਪਸ ਵਿੱਚ ਲੜਾਈਆਂ ਝਗੜੇ ਅਤੇ ਨੌਬਤ 24 26 ਤੱਕ। ਫਿਰ ਹਸਪਤਾਲਾਂ ਦੇ ਵਿੱਚ ਫਿਰ ਪੁਲਿਸ ਨੂੰ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਵਾਸਤੇ ਆਪਣੇ ਆਪ ਨੂੰ ਠੀਕ ਕਹਿਣ ਲਈ ਵੱਡੀ ਵੀ ਚੱਲਦੀ ਆ, ਸਾਰਾ ਕੁਝ ਚੱਲਦਾ, ਫਿਰ ਅਦਾਲਤਾਂ ਤੱਕ ਜਾਂਦੇ ਆ। ਸੋ ਇਹ ਆਮ ਜਿਹੜੀ ਸਾਡੀ ਇਹ ਵਰਤਾਰਾ ਜਿਹੜਾ ਸਮਾਜ ਦੇ ਵਿੱਚ ਹੋਇਆ ਉਹਦਾ ਹੀ ਇੱਕ ਇਹ ਅੰਗ ਆ ਬਣਿਆ ਜਿਹੜਾ ਲੱਖਣ ਕਲਾਂ ਦੇ ਵਿੱਚ ਹੋਇਆ। ਸੋ ਗੱਲ ਇਹ ਆ ਕਿ ਅਸੀਂ ਜਾਂ ਤਾਂ ਪ੍ਰਸ਼ਾਸਨ ਦੇ ਕੋਲ ਜਾਂਦੇ ਤਾਂ ਫਿਰ ਉਹਦੇ ਰਹਿਮੋ ਕਰਮ 'ਤੇ ਰਹਿਣਾ ਪਏਗਾ, ਸਾਨੂੰ ਜੋ ਫੈਸਲਾ ਉਹ ਦਿੰਦਾ, ਅਤੇ ਜਾਂ ਪੰਚਾਇਤੀ ਲੈਵਲ 'ਤੇ। ਅਤੇ ਜੇ ਹੁਣ ਦੇਖਿਆ ਜਾਵੇ ਕਿ ਦੋਵਾਂ ਧੜਿਆਂ ਨੇ ਸੱਟਾਂ ਲਾਈਆਂ, ਲੜਾਈ ਹੋਈ ਤਾਂ ਬਣਿਆ ਕੁਝ ਵੀ ਨਹੀਂ, ਫਿਰ ਵੀ ਰਾਜੀਨਾਮੇ 'ਤੇ ਗੱਲ ਆਉਣੀ ਆ। ਸੋ ਗੱਲ ਇਹ ਆ ਕਿ ਜੇ ਅਸੀਂ ਪਹਿਲਾਂ ਹੀ ਸੰਜਮ ਤੋਂ ਕੰਮ ਲੈ ਕੇ ਜਦੋਂ ਵੱਟ ਵੀ ਬਣਨੀ ਆ, ਦੋਵੇਂ ਤਰ੍ਹਾਂ ਜਿਹੜੀਆਂ ਅਸੀਂ ਸਹਿਮਤ ਹੋਈਏ। ਅਤੇ ਸਹਿਮਤ ਹੋਣਾ ਵੀ ਇੱਕ ਪੱਖ ਤੋਂ ਇਹ ਹੁੰਦਾ ਕਿ ਦੂਸਰਾ ਜਿਹੜਾ ਜਾਣ ਬੁੱਝ ਕੇ ਵੀ ਕਹੇ ਵੀ ਮੈਂ ਇਹ ਕਬਜ਼ਾ ਕਰਨਾ ਹੀ ਕਰਨਾ ਭਾਵੇਂ ਕੁਛ ਵੀ ਹੋਵੇ, ਉੱਥੇ ਜਿਹੜੀ ਇਹ ਹਾਲਤ ਜਿਹੜੀ ਬਹੁਤ ਨਾਜ਼ੁਕ ਹੋ ਜਾਂਦੀ ਆ। ਉਦੋਂ ਲੋੜ ਪੈਂਦੀ ਪ੍ਰਸ਼ਾਸਨ ਦੀ, ਪੁਲਿਸ ਦੀ, ਵੀ ਇਹ ਮਸਲਾ ਪੁਲਿਸ ਤੱਕ ਜਾਵੇ ਤਾਂ ਨਿਆਂ ਦਿਵਾਵੇ। ਅਤੇ ਨਿਆਂ ਦਿਵਾਉਣ ਵਾਸਤੇ ਵੀ ਸਾਨੂੰ ਜਿਹੜਾ ਬੰਦਾ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਸ਼ਰੇਆਮ ਇਹ ਕਹਿੰਦਾ ਫਿਰਦਾ ਵੀ ਮੈਂ ਆਪਣੇ ਬਾਹੂ ਬਲ ਦੇ ਨਾਲ ਜਾਂ ਜ਼ੋਰ ਜ਼ਬਰਦਸਤੀ ਮੈਂ ਇਹ ਕਬਜ਼ਾ ਕਰਨਾ, ਉੱਥੇ ਪੁਲਿਸ ਦਾ ਫਰਜ਼ ਬਣਦਾ ਕਿ ਉਸ ਬੰਦੇ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇੰਨੀ ਕੁ ਸਖਤੀ ਨਾਲ ਉਹਨੂੰ ਨਜਿੱਠਿਆ ਜਾਵੇ ਕਿ ਉਹਨੂੰ ਘੱਟੋ ਘੱਟ ਇਸ ਧਰਤੀ 'ਤੇ ਇੱਥੇ ਰਹਿਣ ਦੇ ਜਿਹੜੇ ਅਸੂਲਾਂ ਦਾ ਪਤਾ ਲੱਗੇ। ਕਿਉਂਕਿ ਦੂਸਰਾ ਜਿਹੜਾ ਇਨਸਾਨ ਆ ਉਹ ਵੀ ਉਹਦੇ ਵਰਗਾ ਆ, ਉਹ ਵੀ ਆਪਣਾ ਓਨਾ ਹੀ ਹੱਕ ਰੱਖਦਾ ਜਿੰਨਾ ਕਿ ਦੂਸਰਾ ਰੱਖਦਾ, ਤਾਂ ਹੀ ਜਿਹੜਾ ਆ ਦੂਸਰੇ ਲੋਕਾਂ ਨੂੰ ਨਿਆਂ ਦੇ ਵਿੱਚ ਵਿਸ਼ਵਾਸ ਬਣੇਗਾ। ਬਿਲਕੁਲ ਜੀ, ਨਿਆਂ ਦੇ ਵਿੱਚ ਵਿਸ਼ਵਾਸ ਬਹਾਲ ਰੱਖਣਾ ਹੈ ਬਹੁਤ ਜ਼ਰੂਰੀ। ਸੋ ਜਿਸ ਧਿਰ ਦਾ ਕਬਜ਼ਾ ਸੀਗਾ ਜ਼ਮੀਨ 'ਤੇ, ਹਾਂਜੀ, ਉਹਨਾਂ ਨੇ ਆਪਣੀ ਫਸਲ ਬੀਜੀ ਸੀ ਅਤੇ ਦੂਜੀ ਧਿਰ ਨੇ ਆ ਕੇ ਉਹਨਾਂ ਦੀ ਖੜੀ ਫਸਲ ਹੀ ਵਾਹ ਦਿੱਤੀ। ਇਸ ਤੋਂ ਫਿਰ ਜਿਹੜਾ ਦੋਨਾਂ ਧਿਰਾਂ ਦੇ ਵਿਚਕਾਰ ਜੋ ਹੈ ਬੰਦੇ ਇਕੱਠੇ ਕਰਕੇ ਅਤੇ ਲੜਾਈ ਝਗੜਾ ਵਧਿਆ ਅਤੇ ਵਧਣ ਤੋਂ ਬਾਅਦ ਹੁਣ ਕੁਝ ਕੁ ਤਾਂ ਜ਼ਖਮੀ ਹੋ ਕੇ ਹਸਪਤਾਲਾਂ ਦੇ ਵਿੱਚ ਹੈ, ਦੂਸਰੇ ਜਿਹੜੇ ਕਿ ਸੱਟਾਂ ਮਾਰ ਕੇ ਭੱਜੇ ਹੋਏ ਹੈ। ਪੁਲਿਸ ਦੇ ਕੋਲ ਕੇਸ ਚਲਾ ਗਿਆ ਹੋਇਆ ਅਤੇ ਹਸਪਤਾਲਾਂ ਵਾਲਿਆਂ 'ਤੇ ਵੀ ਜ਼ੋਰ ਪਾਇਆ ਜਾ ਰਿਹਾ ਕਿ 23 24 25 26 ਬਣਾਉਣੀ ਹੈ ਅਤੇ ਹਰ ਇੱਕ ਕੋਈ ਆਪੋ ਆਪਣਾ ਕੇਸ ਜਿਹੜਾ ਬਹੁਤ ਪੱਕਾ ਕਰਨ ਦੇ ਲਈ ਕਦੀ ਪੁਲਿਸ ਦੇ ਕੋਲ ਭੱਜ, ਕਦੀ ਹਾਂਜੀ ਹਸਪਤਾਲਾਂ ਦੇ ਚੱਕਰ ਕੱਢ। ਸੋ ਇਹੋ ਜਿਹੇ ਕਹਿ ਲਓ ਕਿ ਵਾਧੂ ਦੇ ਵਿਵਾਦਾਂ ਦੇ ਵਿੱਚ ਪੈ ਕੇ ਸਾਡੇ ਲੋਕ ਆਪਣੀ ਜ਼ਿੰਦਗੀ ਦਾ ਕਾਫੀ ਕੀਮਤੀ ਸਮਾਂ
ਹਾਂਜੀ ਮਿਹਨਤ ਨਾਲ ਕਮਾਇਆ ਹੋਇਆ ਧਨ ਸੰਪਦਾ ਉਸ ਨੂੰ ਬਰਬਾਦ ਕਰਦੇ ਰਹਿੰਦੇ ਹੈ। ਨਾਲ ਦੀ ਨਾਲ ਆਪਾਂ ਕਹਿੰਦੇ ਹਾਂ ਕਿ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੋਇਆ ਹੈ। ਇਹ ਜ਼ਿੰਦਗੀ ਬੜੀ ਛੋਟੀ ਹੈ, ਸਾਨੂੰ ਇਹ ਸਮਾਂ ਆਪਣਾ ਅਜਾਈਂ ਨਹੀਂ ਗਵਾਉਣਾ ਚਾਹੀਦਾ। ਦੂਸਰੇ ਪਾਸੇ ਅਸੀਂ ਇਹੋ ਜਿਹੇ ਵਿਵਾਦ ਜ਼ਿੰਦਗੀ ਦੇ ਵਿੱਚ ਸਹੇੜ ਕੇ ਇੱਧਰ ਉੱਧਰ ਭੱਜੇ ਫਿਰਦੇ ਹਾਂ, ਨੱਠੇ ਫਿਰਦੇ ਹਾਂ, ਲੁਕੇ ਫਿਰਦੇ ਹਾਂ, ਪੁਲਿਸ ਵਾਲਿਆਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਹਸਪਤਾਲਾਂ ਦੇ ਵਿੱਚ ਅਸੀਂ ਰਕਮਾਂ ਵੰਡਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਪਾਸੇ 84 ਲੱਖ ਜੂਨਾਂ ਤੋਂ ਬਾਅਦ ਮਸਾਂ ਇਹ ਮਨੁੱਖਾ ਜੀਵਨ ਮਿਲਿਆ, ਦੂਸਰੇ ਪਾਸੇ ਅਸੀਂ ਇੱਦਾਂ ਵੀ ਕਰੀ ਜਾਂਦੇ ਹਾਂ। ਜੌਲ ਸਾਹਿਬ ਗੱਲ ਇਹ ਆ ਕਿ ਸ਼ਾਇਦ ਮੈਂ ਸਮਝਦਾ ਕਿ ਅਸੀਂ ਉਪਦੇਸ਼ ਲੋਕਾਂ ਵਾਸਤੇ ਦਿੰਦੇ, ਆਪਣੇ ਵਾਸਤੇ ਇਹੀ ਨਹੀਂ ਹੁੰਦਾ। ਜੇ ਇਸ ਗੱਲ ਨੂੰ ਗੌਰ ਨਾਲ ਸਮਝਿਆ ਜਾਵੇ ਤਾਂ ਫਿਰ ਇੱਥੋਂ ਤੱਕ ਨੌਬਤ ਨਹੀਂ ਆਉਂਦੀ। ਅਸੀਂ ਆਪਣੀਆਂ ਗਰਜਾਂ ਕਰਕੇ, ਦੌਲਤ ਕਮਾਉਣ ਦੀ ਦੌੜ ਕਰਕੇ, ਜਾਇਦਾਦ ਦੀ ਪ੍ਰਾਪਤੀ ਕਰਕੇ ਜੋ ਕੁਛ ਵੀ ਕਰਦੇ ਹਾਂ ਉਹਦੇ ਵਿੱਚ ਅਸੀਂ ਆਪਣੇ ਮਨੁੱਖਾ ਜਨਮ ਨੂੰ ਨਹੀਂ ਵੇਖਦੇ ਵੀ ਇਹ ਕਿਹੜੇ ਪਾਸੇ ਨੂੰ ਜਾ ਰਿਹਾ, ਇਹ ਹੈਵਾਨ ਬਣਦਾ ਜਾ ਰਿਹਾ ਜਾਂ ਇਨਸਾਨੀ ਵਾਲੇ ਪਾਸੇ ਜਾ ਰਿਹਾ। ਸੋ ਜੇ ਸਾਨੂੰ ਇਸ ਗੱਲ ਦੀ ਸਮਝ ਰਵੇ ਤਾਂ ਮੈਂ ਸਮਝਦਾ ਕਿ ਇੱਥੇ ਕੋਈ ਵੀ ਝਗੜਾ ਨਾ ਹੋਵੇ ਅਤੇ ਇਹ ਇੱਕ ਰਾਮ ਰਾਜ ਵਾਲੀ ਜਾਂ ਸਿੱਖ ਹਲੀਮੀ ਰਾਜ ਵਾਲੀ ਗੱਲ ਬਣ ਸਕਦੀ ਆ। ਸੋ ਗੱਲ ਨੌਬਤ ਇਹ ਆ ਕਿ ਪ੍ਰਚਾਰਕ ਵੀ ਪ੍ਰਚਾਰ ਲੋਕਾਂ ਵਾਸਤੇ ਕਰਦੇ ਆ। ਹਰ ਇਨਸਾਨ ਨੂੰ ਜਿਸ ਨਾਲ ਵੀ ਤੁਸੀਂ ਗੱਲ ਕਰੋਗੇ ਉਹ ਆਪਣੇ ਆਪ ਨੂੰ ਠੀਕ ਸਿੱਧ ਕਰੇਗਾ ਅਤੇ ਦੂਸਰੇ ਨੂੰ ਗਲਤ ਕਰੇਗਾ। ਜੇ ਹੋਵੇ ਕਿ ਮੈਂ ਗਲਤ ਹਾਂ ਦੂਸਰਾ ਠੀਕ ਆ, ਹੋ ਸਕਦਾ ਇਹ ਸਾਰੇ ਦਾ ਸਾਰਾ ਜਿਹੜਾ ਪਸਾਰਾ ਉਹ ਠੀਕ ਹੋ ਸਕਦਾ। ਪਰ ਇਨਸਾਨ ਦੇ ਮਨ ਦੇ ਵਿੱਚ ਅਜੇ ਤੱਕ ਇਹ ਗੱਲ ਨਹੀਂ ਕਰ ਸਕੀ ਕਿ ਮੈਂ ਦੂਸਰੇ ਨੂੰ ਵੀ ਆਪਣੇ ਵਰਗਾ ਸਮਝਾਂ। ਸੋ ਪ੍ਰਚਾਰ ਜਿਹੜਾ ਆ ਉਹ ਜਿੰਨਾ ਮਰਜ਼ੀ ਹੋਵੇ, ਲੋੜ ਹੈ ਸਾਨੂੰ ਆਪਣੇ ਆਪ ਨੂੰ ਸਮਝਣ ਦੀ। ਬਿਲਕੁਲ ਜੀ। ਸੋ ਇਨਸਾਨ ਬਣੇ ਰਹਿਣ ਦੀ, ਅਤੇ ਜੇ ਕਿਤੇ ਲੇਕਿਨ ਕਿ ਕੋਈ ਹਾਲਾਤ ਅਜਿਹੇ ਬਣੇ ਹੋਣ ਕਿ ਕੋਈ ਹੈਵਾਨ ਬਣ ਗਿਆ ਅਤੇ ਉਸ ਤੋਂ ਬਾਅਦ ਦੁਬਾਰਾ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਫਿਰ ਕਈ ਵਾਰੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਇਨਸਾਨ ਬਣਨ ਦਾ ਉਸ ਨੂੰ ਮੌਕਾ ਵੀ ਨਹੀਂ ਮਿਲਦਾ। ਤਲਵੰਡੀ ਚੌਧਰੀਆਂ ਤੋਂ ਇੱਕ ਕਮਾਲ ਦੀ ਖਬਰ ਆਈ ਹੈ ਸਰਦਾਰ ਖੱਖ ਜੀ ਕਿ ਕੋਈ ਲੜਾਈ ਹੋਈ, ਕੋਈ ਬੰਦਾ ਵੱਧ ਘੱਟ ਬੋਲ ਬੈਠਾ ਦੂਸਰਿਆਂ ਨੂੰ, ਮੁੜ ਕੇ ਸਮਝਾਉਣ ਬੁਝਾਉਣ ਤੋਂ ਬਾਅਦ ਉਹ ਤਿਆਰ ਹੋ ਗਿਆ ਇਸ ਗੱਲ ਦੇ ਲਈ ਕਿ ਜਿਨ੍ਹਾਂ ਨੂੰ ਵੱਧ ਘੱਟ ਮੈਂ ਬੋਲਿਆ ਉਹਨਾਂ ਕੋਲ ਜਾ ਕੇ ਮਿੰਨਤ ਕਰ ਲੈਣਾ, ਉਹਨਾਂ ਕੋਲ ਮੈਂ ਜਾ ਕੇ ਮੁਆਫੀ ਮੰਗ ਲੈਣਾ। ਉਹ ਪੰਚਾਇਤ ਨੂੰ ਵੀ ਨਾਲ ਲੈ ਕੇ ਗਿਆ ਮੁਆਫੀ ਮੰਗਣ ਦੇ ਵਾਸਤੇ ਦੂਸਰੀ ਧਿਰ ਦੇ ਘਰ, ਜਿਨ੍ਹਾਂ ਦੇ ਨਾਲ ਉਸ ਦਾ ਵਿਵਾਦ ਸੀਗਾ। ਸੋ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਬਜਾਏ ਇਸ ਦੇ ਕਿ ਉਸ ਨੂੰ ਮੁਆਫੀ ਦੇ ਦਿੱਤੀ ਜਾਂਦੀ, ਉਸ ਨੂੰ ਮੁਆਫ ਕਰ ਦਿੱਤਾ ਜਾਂਦਾ, ਦੂਜੀ ਧਿਰ ਨੇ ਫੜ ਕੇ ਜੀ ਸਾਰਿਆਂ ਦੇ ਸਾਹਮਣੇ ਉਹਨੂੰ ਬਹੁਤ ਕੁੱਟਿਆ। ਜੌਲ ਸਾਹਿਬ ਗੱਲ ਇਹ ਆ ਕਿ ਜਿਹੜਾ ਕ੍ਰੋਧ ਆ ਨਾ, ਉਹਨਾਂ ਨੇ ਤਾਂ ਬਦਲਾ ਲਊ ਭਾਵਨਾ ਦੇ ਨਾਲ ਹੀ ਰੱਖਿਆ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜੇ ਸਾਡੇ ਮਿਹਨਤ ਕਰ ਲਏ ਸਾਡਾ ਮਨ ਇਸੇ ਦੇ ਵਿੱਚ ਹੀ ਖੁਸ਼ ਹੋ ਜਾਂਦਾ। ਸਾਡੇ ਮਨ ਦੇ ਵਿੱਚ ਇਹ ਹੁੰਦੀ ਆ ਕਿ ਜੇ ਸਾਨੂੰ ਉਹਨੇ 2 ਮਾਰੀਆਂ ਅਸੀਂ 4 ਮਾਰੀਏ। ਇਹ ਇਸੇ ਗੱਲ ਕਰਕੇ ਸਾਰਾ ਜਿਹੜਾ ਆ ਭਾਵਾਂ ਚਾਹੇ ਉਹ ਪੰਚਾਇਤ ਬੈਠੀ ਸੀ, ਚਾਹੇ ਉਹ ਪੁਲਿਸ ਦੇ ਕੋਲ ਵੀ ਚਲੇ ਜਾਂਦੇ, ਪਰ ਮਨ ਦੇ ਵਿੱਚ ਬਦਲੇ ਦੀ ਭਾਵਨਾ ਜਿਹੜੀ ਸੀਗੀ ਉਹਨਾਂ ਦੇ ਹੋਣ ਕਰਕੇ ਇਹ ਸਾਰਾ ਕੁਝ ਹੋਇਆ। ਸੋ ਜਦੋਂ ਅਸੀਂ ਮਨ ਦੇ ਵਿੱਚ ਬਦਲੇ ਦੀ ਭਾਵਨਾ ਰੱਖਦੇ ਹਾਂ ਉਦੋਂ ਜ਼ਰੂਰ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਜਦੋਂ ਕਹਿੰਦੇ ਤੁਹਾਨੂੰ ਭਾਜੀ ਮੋੜਾਂਗੇ, ਉਹ ਭਾਜੀ ਮੋੜਨ ਦੇ ਵਿੱਚ ਹੀ ਇਹ ਸਾਰੇ ਦਾ ਸਾਰਾ ਢਾਂਚਾ ਜਿਹੜਾ ਵਿਗੜ ਜਾਂਦਾ। ਉਹ ਨੌਬਤ ਜਿਹੜੀ ਆ ਬਹੁਤ ਜ਼ਿਆਦਾ ਗੰਭੀਰ ਸਥਿਤੀ ਵੱਲ ਚਲੀ ਜਾਂਦੀ ਹੈ ਜੀ। ਅੱਛਾ, ਸਮਝਿਆ ਤੇ ਇਸ ਨੂੰ ਵੈਸੇ ਮਹਿਰੂ ਬਿਰਤੀ ਜਾਂਦਾ ਹੈ ਕਿ ਜੇ ਮਨੁੱਖ ਆਪਸ ਦੇ ਵਿੱਚ ਲੜਦੇ ਨੇ ਕਿਉਂਕਿ ਜ਼ੁਬਾਨ ਮਿਲੀ ਹੈ, ਦਿਮਾਗ ਮਿਲਿਆ, ਕਿਹਾ ਜਾਂਦਾ ਨਾ ਕਿ ਆਪਣੇ ਦਿਮਾਗ ਨਾਲ, ਆਪਣੀ ਸੋਚ ਦੇ ਨਾਲ ਇਸ ਕਾਇਨਾਤ ਦੇ ਵਿੱਚ ਮਨੁੱਖ ਬਹੁਤ ਕੁਝ ਬਦਲਣ ਦੀ, ਚੰਗਾ ਕਰਨ ਦੀ ਸਮਰੱਥਾ ਰੱਖਦਾ ਹੈ। ਲੇਕਿਨ ਕਿ ਆਜ਼ਾਦੀ 2 ਤਰ੍ਹਾਂ ਦੀ ਹੈ ਕੁਦਰਤ ਪਰਮਾਤਮਾ ਵੱਲੋਂ ਮਿਲੀ ਹੋਈ ਮਨੁੱਖ ਨੂੰ, ਕਿ ਕੰਮ ਚੰਗਾ ਵੀ ਕਰ ਸਕਦਾ ਹੈ, ਸੋ ਚੰਗੇ ਪਾਸੇ ਨੂੰ ਵੀ ਆਪਣੀ ਸੋਚ ਨੂੰ ਲਿਜਾ ਸਕਦਾ ਹੈ। ਆਜ਼ਾਦੀ ਇਹ ਵੀ ਹੈ ਕਿ ਬੁਰੇ ਪਾਸੇ ਨੂੰ ਵੀ ਲਿਜਾ ਸਕਦਾ, ਸੋ ਕੰਮ ਚੰਗਾ ਵੀ ਕਰ ਸਕਦਾ, ਕੰਮ ਬੁਰਾ ਵੀ ਕਰ ਸਕਦਾ ਹੈ। ਲੇਕਿਨ ਕਿ ਜੇ ਇਹ ਇੱਕ ਦੂਜੇ 'ਤੇ ਹਮਲਾ ਕਰਨ ਵਾਲੀ, ਇਸ ਦੇ ਨਾਲ ਹੀ ਮਾਰ ਕੁਟਾਈ ਵਾਲੀ, ਇੱਕ ਦੂਸਰੇ ਦੇ ਨਾਲ ਇਹ ਲੜਨ ਭਿੜਨ ਵਾਲੀ ਪ੍ਰਵਿਰਤੀ ਜਿਹੜੀ ਹੈ ਖਾਸ ਤੌਰ 'ਤੇ ਸਾਡੇ ਇਸ ਭਾਰਤ ਦੇ ਵਿੱਚ ਪਾਈ ਜਾਂਦੀ ਹੈ। ਦੂਸਰੇ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਬੜੇ ਵਿਕਸਿਤ ਹੁੰਦੇ ਜਾ ਰਹੇ ਹਾਂ, ਅਸੀਂ ਬਹੁਤ ਅਕਲਮੰਦ ਹੁੰਦੇ ਜਾ ਰਹੇ ਹਾਂ, ਬੜੀਆਂ ਪੜ੍ਹਾਈਆਂ, ਬੜਾ ਗਿਆਨ ਆ ਰਿਹਾ ਹੈ, ਬੜੇ ਵਿੱਦਿਅਕ ਅਦਾਰੇ ਖੁੱਲ੍ਹ ਰਹੇ ਨੇ, ਉੱਚ ਵਿੱਦਿਆ ਦੀਆਂ ਡਿਗਰੀਆਂ, ਸਰਟੀਫਿਕੇਟ ਸਾਡੀਆਂ ਜੇਬਾਂ ਦੇ ਵਿੱਚ ਪੈ ਰਹੇ ਨੇ। ਉਸ ਦੇ ਨਾਲ ਹੀ ਲੇਕਿਨ ਕਿ ਗਿਆਨ ਵਧਣ ਦੇ ਨਾਲ, ਇਹ ਜਮਾਤਾਂ ਦੀ ਪੜ੍ਹਾਈ ਵਧਣ ਦੇ ਨਾਲ ਅਜਿਹੀ ਪ੍ਰਵਿਰਤੀ ਤਾਂ ਨਹੀਂ ਮਨੁੱਖਾਂ ਦੇ ਦਿਮਾਗਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਵੀ ਆ ਰਹੀ ਕਿ ਉਹਨਾਂ ਨੇ ਲੜਨਾ ਨਹੀਂ, ਝਗੜਨਾ ਨਹੀਂ, ਦੂਸਰਿਆਂ 'ਤੇ ਹਮਲਾ ਨਹੀਂ ਕਰਨਾ। ਇਸ ਕਿਸਮ ਦੀ ਪ੍ਰਵਿਰਤੀ ਦੇਖਣ ਨੂੰ ਨਹੀਂ ਮਿਲਦੀ। ਸੋ ਹਰ ਇੱਕ ਪਿੰਡ ਦੇ ਤਕਰੀਬਨ ਹਰ ਨੁੱਕਰ 'ਤੇ ਹੁੰਦੇ ਲੜਾਈ ਝਗੜੇ ਰੋਜ਼ਾਨਾ ਹੀ ਹਾਂਜੀ ਮਿਲ ਜਾਂਦੇ ਹਨ। ਪਰ ਜੇ ਆਪਾਂ ਵਿਕਸਿਤ ਸਮਾਜਾਂ ਦੀ ਗੱਲ ਕਰੀਏ, ਉਹਨਾਂ ਮਨੁੱਖਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਕਿ ਜੀਵਨ ਸਾਡੇ ਨਾਲੋਂ ਕਿਤੇ ਪਹਿਲਾਂ ਆਪਣਾ ਬਹੁਤ ਵਧੀਆ ਬਿਹਤਰ ਸਵਰਗੀ ਰੂਪ ਸਿਰਜਿਆ ਹੋਇਆ, ਜਿਨ੍ਹਾਂ ਦੇਸ਼ਾਂ ਦੇ ਵਿੱਚ ਜਾਣ ਨੂੰ ਅੱਜ ਅਸੀਂ ਤਰਸਦੇ ਹਾਂ, ਉੱਥੇ ਉਹਨਾਂ ਲੋਕਾਂ ਨੇ ਚੰਗੇ ਆਪਣੇ ਜੀਵਨ ਸਿਰਜੇ ਹੋਏ ਨੇ, ਤਾਂ ਕਰਕੇ ਸਾਡਾ ਉੱਥੇ ਜਾਣ ਨੂੰ ਦਿਲ ਕਰਦਾ ਹੈ। ਸੋ ਇਸ ਕਰਕੇ ਉਹਨਾਂ ਸਮਾਜਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਜਾ ਕੇ, ਸਰਦਾਰ ਖੱਖ ਜੀ ਤੁਸੀਂ ਵੀ ਗਏ ਹੋ ਇੰਗਲੈਂਡ ਦੇ ਵਿੱਚ ਵੀ ਜਾ ਕੇ ਦੇਖਿਆ ਹੈ ਕਿ ਇੱਕ ਦੂਸਰੇ ਨੂੰ ਤੁਸੀਂ ਮੂੰਹ ਦੇ ਨਾਲ ਗੱਲ ਕਰਨੀ ਹੈ, ਸ਼ਬਦਾਂ ਦੇ ਵਿੱਚ ਆਪਣਾ ਪੱਖ ਬਿਆਨ ਕਰਨਾ ਹੈ। ਹੱਥ ਚੁੱਕਣਾ ਬਿਲਕੁਲ ਬਹੁਤ ਵੱਡਾ ਕਾਨੂੰਨੀ ਤੌਰ 'ਤੇ ਅਪਰਾਧ ਮੰਨਿਆ ਜਾਂਦਾ ਹੈ, ਜੋ ਕਿ ਸਾਡੇ ਸਮਾਜ ਦੇ ਵਿੱਚ ਅੱਜ ਵੀ ਅਜੇ ਆਮ ਗੱਲ ਹੈ। ਜੌਲ ਸਾਹਿਬ, ਇਸੇ ਗੱਲ ਦਾ ਹੀ ਦੁੱਖ ਆ ਕਿ
ਉਹਨਾਂ ਦੇਸ਼ਾਂ ਦਾ ਵਿਕਾਸ ਕਰ ਜਾਣਾ ਤੇ ਸਾਡਾ ਜਿਹੜਾ ਆ ਵਿਕਾਸ ਤੋਂ ਵਿਰਵੇ ਰਹਿ ਜਾਣਾ। ਸਾਡੇ ਲੋਕਾਂ ਦੇ ਵਿੱਚ ਅਜੇ ਇਦਾਂ ਦਾ ਸੁਭਾਅ ਨਹੀਂ ਬਣਿਆ, ਜਾਂ ਸਾਨੂੰ ਪ੍ਰਸ਼ਾਸਨ ਨੇ ਇਹੋ ਜਿਹਾ ਸਾਨੂੰ ਨਹੀਂ ਦਿੱਤਾ, ਜਾਂ ਸਾਨੂੰ ਸਾਡੀ ਜਿਹੜੀ ਵਿੱਦਿਆ ਅਸੀਂ ਕਰਦੇ ਹਾਂ ਪੜ੍ਹਦੇ ਹਾਂ ਉਹਦੇ ਵਿੱਚ ਸਾਨੂੰ ਇਹੋ ਜਿਹਾ ਸਿਲੇਬਸ ਨਹੀਂ ਪੜ੍ਹਾਇਆ ਗਿਆ ਕਿ ਜਿਹਦੇ ਵਿੱਚ ਸਾਡੇ ਮਤਲਬ ਅੰਦਰ ਨੈਤਿਕ ਗੁਣ ਭਰੇ ਗਏ ਹੋਣ, ਸਾਡਾ ਆਚਰਣ ਚੰਗਾ ਬਣ ਸਕੇ, ਸਾਡਾ ਬੋਲਚਾਲ ਵਧੀਆ ਤਰੀਕੇ ਨਾਲ ਹੋ ਸਕੇ, ਅਸੀਂ ਕਿਸੇ ਨਾਲ ਕਿਵੇਂ ਵਿਚਰਨਾ, ਸਮਾਜ ਵਿੱਚ ਕਿਵੇਂ ਵਿਚਰਨਾ, ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਭਾਈਚਾਰੇ ਦੇ ਨਾਲ ਕਿੱਦਾਂ ਅਸੀਂ ਮਿਲ ਵਰਤਨ ਰੱਖਣਾ। ਸੋ ਇੱਦਾਂ ਦੇ ਨੈਤਿਕ ਗੁਣ ਜਿਹੜੇ ਆ ਉਹਨਾਂ ਦੀ ਅਣਹੋਂਦ ਕਰਕੇ ਜੋ ਕੁਛ ਵੀ ਇਹ ਸਾਡੇ ਨਾਲ ਅੱਜ ਸਮਾਜ ਦੇ ਵਿੱਚ ਵਾਪਰਦਾ ਆ। ਦੂਸਰੀ ਗੱਲ, ਇੱਕ ਦੂਜੇ ਨੂੰ ਮਾਤ ਪਾਉਣ ਦੀ ਗੱਲ ਜਿਹੜੀ ਆ ਉਹ ਜਾਇਦਾਦ ਪੱਖੋਂ, ਧਨ ਪੱਖੋਂ, ਫਿਰ ਕਰੋਧ ਪੱਖੋਂ ਵੀ ਮੈਂ ਵੱਡਾ, ਮੈਂ ਚੰਗਾ, ਇਹ ਜਿਹੜੀਆਂ ਗੱਲਾਂ ਆ ਨੈਗੇਟਿਵ ਪੁਆਇੰਟ 'ਤੇ ਜਾਣੀ ਕਿ ਅਸੀਂ ਉਸ ਉਲਾਰੂ ਪੁਆਇੰਟ 'ਤੇ ਅਸੀਂ ਜਦੋਂ ਆਉਂਦੇ ਆ ਉਦੋਂ ਇਹ ਸਾਰਾ ਪਸਾਰਾ ਵੱਧਦਾ। ਸੋ ਉਹ ਲੋਕ ਕਿਉਂ ਸੁਖੀ ਜਿਉਂਦੇ ਆ? ਉਹਨਾਂ ਨੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਦੇ ਵੀ ਇੱਦਾਂ ਦਾ ਮਨ ਵਿੱਚ ਖਿਆਲ ਨਹੀਂ ਲਿਆਂਦਾ ਕਿ ਜਿਹੜਾ ਉਹਨਾਂ ਦੇ ਮਨ 'ਤੇ ਤਣਾਅ ਪੈਦਾ ਹੋ ਸਕੇ। ਉਹ ਜ਼ਿੰਦਗੀ ਨੂੰ ਮਾਣਦੇ ਆ, ਹੰਡਾਉਂਦੇ ਆ। ਅਸੀਂ ਜਿਉਂਦੇ ਨਹੀਂ, ਥੀਂਦੇ ਆ, ਕਿਉਂਕਿ ਅਸੀਂ ਜੇ ਸਾਡਾ ਆਪਣਾ ਘਰ ਦਾ ਫਿਕਰ ਨਹੀਂ ਤੇ ਅਸੀਂ ਕਿਸੇ ਗੁਆਂਢੀ ਦਾ ਫਿਕਰ ਲਾ ਕੇ ਬਹਿ ਜਾਂਦੇ ਹਾਂ। ਸੋ ਇਹਨਾਂ ਗੱਲਾਂ ਕਰਕੇ ਹੀ ਜਿਹੜਾ ਸਾਡਾ ਇਹ ਸਮਾਜ ਪਛੜਿਆ, ਸਾਡਾ ਦੇਸ਼ ਪਛੜਿਆ, ਅਸੀਂ ਆਰਥਿਕ ਪੱਖੋਂ ਵੀ ਪਛੜੇ ਹਾਂ ਜੀ। ਸੋ ਇਹ ਸੋਚ ਪੱਖੋਂ ਵੀ ਲੇਕਿਨ ਕਿ ਪਛੜੇ ਹੋਏ ਆ, ਅਤੇ ਅਜੇ ਪਛੜੇ ਹੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਇਹ ਇੱਕ ਦੂਸਰੇ ਨਾਲ ਸਿਰਫ ਮੂੰਹ ਨਾਲ ਹੀ ਗੱਲ ਕਰਦੀ ਹੋਵੇ, ਇੱਕ ਦੂਸਰੇ ਦਾ ਇੰਨਾ ਸਤਿਕਾਰ ਕਰਦੀ ਹੋਵੇ ਕਿ ਅਟੈਕ ਨਾ ਕੀਤਾ ਜਾਵੇ, ਮਾਰਿਆ ਕੁੱਟਿਆ ਜਾਵੇ ਨਾ ਇੱਕ ਦੂਜੇ ਨੂੰ, ਅਜੇ ਜਾਪਦਾ ਨਹੀਂ। ਅਤੇ ਜਿਹੜੇ ਅਜੇ ਤੱਕ ਇਹ ਨਹੀਂ ਸਿੱਖੇ ਹਨ ਕਿ ਇੱਕ ਦੂਸਰੇ 'ਤੇ ਹਮਲਾ ਨਹੀਂ ਕਰਨਾ, ਅਟੈਕ ਨਹੀਂ ਕਰਨਾ, ਇਹ ਜੁਰਮ ਹੈ, ਅਸੀਂ ਮੂੰਹ ਨਾਲ ਗੱਲ ਕਰਨੀ ਹੈ, ਹਾਂਜੀ ਅਸੀਂ ਅੱਛੇ ਮਨੁੱਖ ਹੋਣ ਦਾ ਸਬੂਤ ਦੇਣਾ, ਅਤੇ ਉਹ ਅਗਲੀਆਂ ਪੀੜ੍ਹੀਆਂ ਨੂੰ ਕਿੱਥੋਂ ਸਿੱਖਿਆ ਦੇ ਦੇਣਗੇ ਕਿ ਆਪਸ ਦੇ ਵਿੱਚ ਲੜਨਾ ਝਗੜਨਾ ਹੀ ਨਹੀਂ ਹੈ। ਸੋ ਇਹ ਹਾਲ ਦੀ ਘੜੀ ਲੱਗਦਾ ਕਿ ਇਸ ਸੋਚ ਦੇ ਪੱਖੋਂ ਸਾਡਾ ਭਾਰਤੀ ਸਮਾਜ, ਸਾਡਾ ਪੰਜਾਬੀ ਸਮਾਜ ਇਸੇ ਹੀ ਤਰ੍ਹਾਂ ਦਾ ਬਣਿਆ ਰਹੇਗਾ ਜਿਵੇਂ ਦਾ ਕਿ ਸਦੀਆਂ ਤੋਂ ਬਣਿਆ ਆ ਰਿਹਾ ਹੈ। ਸੋ ਇਹ ਮਹਿਰੂ ਬਿਰਤੀ ਹਾਲ ਦੀ ਘੜੀ ਸਾਡੇ ਸਮਾਜ ਦੇ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ। ਅਸੀਂ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ, ਅਤੇ ਪਠਾਨਕੋਟ ਲਾਗਿਓਂ ਵੈਸੇ ਇਹ ਖਬਰ ਆਈ ਹੈ ਜੀ ਕਿ ਨਹਿਰ ਦੇ ਵਿੱਚ ਗਰਮੀ ਕਿਉਂਕਿ ਕਾਫੀ ਹੋ ਜਾਂਦੀ ਹੈ, ਸੋ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕ ਜਾਂਦੇ ਨੇ ਠੰਡੇ ਪਾਣੀ ਵਾਲੇ ਪਾਸੇ ਨੂੰ ਅਤੇ ਨਹਾਉਣ ਦੀ ਕੋਸ਼ਿਸ਼ ਕਰਦੇ ਨੇ ਦੁਪਹਿਰ ਵੇਲੇ ਜਦੋਂ ਤਪਸ਼ ਵੱਧਦੀ ਹੈ। ਅਤੇ ਫਿਰ ਕੁਝ ਲੋਕ ਪਿਕਨਿਕ ਬਣਾਉਣ ਕਹਿ ਲਓ ਕਿ ਮਨਾਉਣ ਦੇ ਬਹਾਨੇ ਇਕੱਠੇ ਹੋ ਕੇ ਗਏ ਸਨ 5 ਵਿਅਕਤੀ, ਅਤੇ ਇਹਨਾਂ ਦੇ ਵਿੱਚੋਂ 3 ਤਾਂ ਕਿਸੇ ਤਰੀਕੇ ਦੇ ਨਾਲ ਨਹਿਰ ਦੇ ਵਿੱਚੋਂ ਨਹਾ ਕੇ ਵਾਪਸ ਆ ਗਏ, 2 ਲੇਕਿਨ ਕਿ ਇੰਨੀ ਕੁ ਹਾਂਜੀ ਡੂੰਘੀ ਉਹ ਡੁਬਕਣੀ ਲਗਾ ਬੈਠੇ ਕਿ ਉਹ ਵਾਪਸ ਪਾਣੀ ਦੇ ਵਿੱਚੋਂ ਬਾਹਰ ਨਹੀਂ ਆਏ, ਅਤੇ ਇੱਕ ਦੀ ਲਾਸ਼ ਮਿਲ ਸਕੀ ਹੈ, ਦੂਸਰੇ ਦੀ ਮਿਲੀ ਵੀ ਨਹੀਂ ਹੈ। ਇਸੇ ਤਰੀਕੇ ਦੇ ਨਾਲ ਤਰਨਤਾਰਨ ਦੇ ਲਾਗੇ ਬੀਤੇ ਦਿਨੀ ਬਿਆਸ ਦਰਿਆ ਦੇ ਵਿੱਚ ਨਹਾਉਂਦੇ 3 ਨੌਜਵਾਨ ਜੋ ਹਨ ਰੁੜ ਗਏ ਸਨ, ਉਹਨਾਂ ਦੇ ਵਿੱਚੋਂ ਵੀ 2 ਦੀਆਂ ਲਾਸ਼ਾਂ ਨਹੀਂ ਮਿਲੀਆਂ, ਇੱਕ ਦੀ ਲਾਸ਼ ਮਸੀਂ ਕੱਢੀ ਜਾ ਸਕੀ ਸੀ ਅਗਲੇ ਦਿਨ। ਸੋ ਇਹ ਤਪਸ਼ ਤੋਂ ਰਾਹਤ ਪਾਉਣ ਦੇ ਲਈ ਨਹਿਰਾਂ ਦੇ ਵਿੱਚ, ਸੂਇਆਂ ਦੇ ਵਿੱਚ, ਦਰਿਆਵਾਂ ਦੇ ਵਿੱਚ ਨਹਾਉਣ ਜਾਣਾ, ਪਰ ਜਦੋਂ ਕਿ ਤੈਰਨਾ ਨਹੀਂ ਆਉਂਦਾ, ਸਾਡੇ ਪੰਜਾਬੀ ਸਮਾਜ ਦੀ ਇਹ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕਿ ਪਾਣੀ ਦੇ ਵਿੱਚ ਤੈਰਨਾ ਨਹੀਂ ਆਉਂਦਾ ਹੈ, ਲੇਕਿਨ ਕਿ ਫਿਰ ਵੀ ਅਸੀਂ ਕਈ ਵਾਰੀ ਡੂੰਘੀ ਛਾਲ ਮਾਰ ਬੈਠਦੇ ਹਾਂ ਜੋ ਕਿ ਸਾਡੀ ਮੌਤ ਦਾ ਕਾਰਨ ਬਣਦੀ ਹੈ। ਜੌਲ ਸਾਹਿਬ, ਦੇਖਿਆ ਗਿਆ ਕਿ ਸਾਡੇ ਇੱਥੇ ਤਾਂ ਪੰਜਾਬ ਦੇ ਵਿੱਚ ਵੀ ਹੈ ਜਾਂ ਭਾਰਤ ਵਿੱਚ ਹੀ ਕਹਿ ਸਕਦੇ ਹਾਂ, ਵਿਦੇਸ਼ਾਂ ਵਿੱਚ ਵੀ ਜਿਹੜੇ ਪੰਜਾਬੀ, ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਵੀ ਖਬਰ ਆਈ ਸੀ ਕਿ ਸਮੁੰਦਰ ਦੇ ਕੰਢੇ ਨਹਾਉਣ ਗਏ ਦੀ ਡੁੱਬ ਕੇ ਮੌਤ ਹੋ ਗਈ। ਸੋ ਗੱਲ ਇਹ ਆ ਕਿ ਅਸੀਂ ਜੇ ਤੈਰਨਾ ਨਹੀਂ ਜਾਣਦੇ ਤਾਂ ਡੂੰਘੇ ਪਾਣੀਆਂ ਵਿੱਚ ਜਾਣ ਦੀ ਸਾਨੂੰ ਜ਼ਰੂਰਤ ਨਹੀਂ। ਜੇ ਅਸੀਂ ਆਪਣੇ ਪਿੰਡ ਦੀ ਤਪਸ਼ ਮਿਟਾਉਣੀ ਆ ਤਾਂ ਘੱਟ ਡੂੰਘੇ ਪਾਣੀ ਦੇ ਵਿੱਚ ਵੀ ਨਹਾ ਕੇ ਅਸੀਂ ਸਾਰ ਸਕਦੇ ਹਾਂ। ਅਸੀਂ ਦੂਸਰੇ ਦੀ ਰੀਸ ਕਰਕੇ ਅਸੀਂ ਟੁੱਬੀਆਂ ਮਾਰੀਏ ਡੂੰਘੇ ਪਾਣੀਆਂ 'ਚ, ਤੇ ਇਹ ਮੌਤ ਸਹੇੜਨ ਵਾਲੀ ਗੱਲ ਆ। ਸੋ ਇਸੇ ਹੀ ਇਹ ਜਿਹੜੀ ਆ ਵਜ੍ਹਾ ਕਰਕੇ ਜਿਹੜੇ ਬਹੁਤ ਲੋਕੀ ਮੌਤ ਦੀ ਭੇਟ ਚੜ੍ਹੇ ਆ, ਔਰ ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਅਜੇ ਤੱਕ ਲੱਭੀਆਂ। ਸੋ ਸਾਨੂੰ ਜਿਹੜੇ ਸੱਜਣ ਇਹ ਚਾਹੁੰਦੇ ਆ ਕਿ ਅਸੀਂ ਨਹਿਰਾਂ, ਸੂਇਆਂ ਜਾਂ ਦਰਿਆਵਾਂ ਦੇ ਵਿੱਚ ਨਹਾਉਣ ਦੀ ਗੱਲ ਕਰੀਏ ਤਾਂ ਪਹਿਲਾਂ ਉਹ ਸੋਚਣ ਕਿ ਅਸੀਂ ਤੈਰ ਵੀ ਸਕਦੇ ਹਾਂ ਜਾਂ ਅਸੀਂ ਡੂੰਘੇ ਪਾਣੀਆਂ ਦੇ ਵਿੱਚੋਂ ਬਾਹਰ ਨਿਕਲ ਵੀ ਸਕਦੇ ਹਾਂ। ਜੇ ਨਹੀਂ ਨਿਕਲ ਸਕਦੇ ਤਾਂ ਉਹਨਾਂ ਨੂੰ ਇਹੋ ਜਿਹਾ ਕੰਮਾਂ ਦੇ ਤੋਂ ਬਚਣ ਦੀ ਜ਼ਰੂਰਤ ਆ, ਕਿਉਂਕਿ ਉਹ ਖੁਦ ਆਪਣਾ ਬੁਰਾ ਅਤੇ ਭਲਾ ਪਛਾਣ ਸਕਦੇ ਜੀ। ਬਿਲਕੁਲ ਜੀ, ਵਿਦੇਸ਼ਾਂ ਦੇ ਵਿੱਚ ਵੀ ਆਮ ਤੌਰ 'ਤੇ ਪੰਜਾਬੀਆਂ ਦੇ ਨਾਲ ਹੀ ਨਹੀਂ ਸਗੋਂ ਉੱਥੋਂ ਦੇ ਹਾਂਜੀ ਚੰਗੇ ਭਲੇ ਤੈਰਾਕੀ ਕਰ ਸਕਣ ਵਾਲੇ ਲੋਕਾਂ ਦੇ ਨਾਲ ਵੀ ਘਟਨਾਵਾਂ ਵਾਪਰ ਜਾਂਦੀਆਂ ਨੇ, ਕਿਉਂਕਿ ਗਰਮੀਆਂ ਦੇ ਦੌਰਾਨ ਦੇਖਿਆ ਜਾਂਦਾ ਕਿ ਉੱਥੇ ਝੀਲਾਂ 'ਤੇ, ਸਮੁੰਦਰ ਦੇ ਕੰਢਿਆਂ 'ਤੇ, ਦਰਿਆਵਾਂ 'ਤੇ
ਤਲਾਬਾਂ 'ਤੇ ਕਾਫੀ ਰਸ਼ ਹੋ ਜਾਂਦਾ ਕਿ ਲੋਕ ਜਾ ਕੇ ਨਹਾਉਂਦੇ ਨੇ, ਗਰਮੀ ਤੋਂ ਰਾਹਤ ਪਾਉਂਦੇ ਨੇ। ਪਰ ਉਹਨਾਂ ਲੋਕਾਂ ਦੀ ਸਿੱਖਿਆ ਸਾਡੇ ਮੁਕਾਬਲੇ ਕਾਫੀ ਹੋਰ ਕਿਸਮ ਦੀ ਹੈ ਕਿ ਬਚਪਨ ਤੋਂ ਸਕੂਲਾਂ ਦੇ ਵਿੱਚ ਹੀ ਉਹਨਾਂ ਨੂੰ ਤੈਰਨਾ ਸਿਖਾਇਆ ਵੀ ਜਾਂਦਾ, ਜਿਸ ਕਰਕੇ ਕਿ ਪਾਣੀ ਦੀਆਂ ਛੱਲਾਂ ਦਾ ਕਈ ਵਾਰੀ ਉਹ ਸਾਡੇ ਮੁਕਾਬਲੇ ਜ਼ਿਆਦਾ ਚੰਗੀ ਤਰ੍ਹਾਂ ਬਿਹਤਰ ਸਾਹਮਣਾ ਕਰ ਸਕਦੇ ਹਨ। ਪਰ ਸਾਡੇ ਪੰਜਾਬ ਤੋਂ ਗਏ ਹੋਏ ਲੋਕ ਕਈ ਵਾਰੀ ਪਾਣੀ ਦੇ ਵਿੱਚ ਵੜੇ ਨਹੀਂ ਹੁੰਦੇ, ਇਹਨਾਂ ਨੂੰ ਤੈਰਨਾ ਬਿਲਕੁਲ ਨਹੀਂ ਆਉਂਦਾ ਹੁੰਦਾ, ਪਰ ਉਹਨਾਂ ਦੇ ਨਾਲ ਹੀ ਪਾਣੀਆਂ ਦੇ ਵਿੱਚ ਅਠਖੇਲੀਆਂ ਕਰਨ ਦੀ ਕੋਸ਼ਿਸ਼ ਕਰਦੇ ਹੈ, ਜਿਸ ਕਰਕੇ ਕਿ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਭਾਵੇਂ ਕੈਨੇਡਾ ਹੋਵੇ, ਭਾਵੇਂ ਅਮਰੀਕਾ ਹੋਵੇ, ਆਸਟ੍ਰੇਲੀਆ ਦੀ ਉਦਾਹਰਣ ਸਰਦਾਰ ਖੱਖ ਜੀ ਨੇ ਦਿੱਤੀ ਹੈ ਕਿ ਅਕਸਰ ਖਬਰ ਆਉਂਦੀ ਰਹਿੰਦੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਜਿਸ ਵੇਲੇ ਉਹ ਪਾਣੀ ਦੀ ਡੂੰਘਾਈ ਨੂੰ ਨਹੀਂ ਸਮਝਦੇ ਹਨ, ਤੈਰਨਾ ਉਹਨਾਂ ਨੂੰ ਨਹੀਂ ਆਉਂਦਾ ਅਤੇ ਉਹ ਲਾ ਪੈਂਦੇ ਹਨ ਡੁੱਬਕਣੀ, ਅਤੇ ਬਣਦਾ ਉਹਨਾਂ ਦੀ ਮੌਤ ਦਾ ਕਾਰਨ। ਜੌਹਲ ਸਾਹਿਬ ਗੱਲ ਇਹੀ ਆ ਕਿ ਅਸੀਂ ਜਿਵੇਂ ਕਿ ਵਿਦੇਸ਼ੀ ਲੋਕਾਂ ਨੂੰ ਮਤਲਬ ਕਿ ਆਪਣੀ ਸੁਰੱਖਿਆ ਕਿਵੇਂ ਕਰਨੀ ਆ ਜਾਂ ਪਾਣੀ ਦੇ ਵਿੱਚ ਕਿਵੇਂ ਤਾਰਨਾ ਆ, ਉਹਨਾਂ ਦੇ ਸਕੂਲਾਂ ਦੇ ਵਿੱਚ ਇੱਕ ਤਰ੍ਹਾਂ ਦਾ ਸਿਲੇਬਸ ਦਾ ਹਿੱਸਾ ਬਣ ਜਾਂਦਾ। ਜਿਵੇਂ ਖੇਡਾਂ ਐਕਟੀਵਿਟੀਜ਼ ਜਿਹੜੇ ਹੁੰਦੇ ਆ ਉਹਨਾਂ ਦਾ ਇੱਕ ਹਿੱਸਾ ਹੁੰਦਾ। ਸਾਡੇ ਅਜੇ ਤੱਕ ਸਕੂਲਾਂ ਦੇ ਵਿੱਚ ਇੱਦਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਤੈਰਾਕੀ ਵਾਲਾ ਜਾਂ ਕੋਈ ਹੋਰ ਜਿਵੇਂ ਪਾਣੀ ਦੇ ਵਿੱਚ ਜਾਂ ਹੜ੍ਹ ਆ ਜਾਏ ਜਾਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਆ। ਸੋ ਉਹਨਾਂ ਗੱਲਾਂ ਦੀ ਅਣਹੋਂਦ ਕਰਕੇ ਜੇ ਅਸੀਂ ਦੂਸਰਿਆਂ ਦੀ ਰੀਸ ਕਰਕੇ ਅਸੀਂ ਛਾਲਾਂ ਮਾਰ ਬੈਠੀਏ ਤਾਂ ਫਿਰ ਡੁੱਬਣ ਤੋਂ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ। ਗੋਤੇ ਖਾ ਗਏ ਜਾਂ ਜੇ ਅਸੀਂ ਬਾਹਰ ਨਿਕਲ ਵੀ ਗਏ ਜਾਂ ਕਿਸੇ ਨੇ ਸਾਨੂੰ ਬਚਾ ਵੀ ਲਿਆ ਤਾਂ ਇਹ ਸਾਡੀ ਖੁਸ਼ਕਿਸਮਤੀ, ਨਹੀਂ ਤਾਂ ਇਹਦੇ ਨਾਲ ਤਾਂ ਮੌਤ ਸਹਿਣ ਵਾਲੀ ਗੱਲ ਬਣ ਜਾਂਦੀ ਆ। ਸੋ ਗੱਲ ਇਹ ਆ ਕਿ ਇਹ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ, ਜਿਨ੍ਹਾਂ ਸੱਜਣਾਂ ਨੂੰ ਇਹ ਸ਼ੌਂਕ ਆ ਕਿ ਅਸੀਂ ਜਾ ਕੇ ਦਰਿਆਵਾਂ ਦੇ, ਨਹਿਰਾਂ ਦੇ ਜਾਂ ਸੂਹਿਆਂ ਦੇ ਕੰਢੇ ਜਾ ਕੇ ਅਸੀਂ ਨਹਾਉਣਾ ਆ ਡੂੰਘੇ ਪਾਣੀਆਂ 'ਚ, ਤਾਂ ਫਿਰ ਉਹਨਾਂ ਨੂੰ ਆਪਣੇ ਆਪ ਦੀ ਤਿਆਰੀ ਕਰਨੀ ਬੜੀ ਜ਼ਰੂਰੀ ਆ। ਅਤੇ ਇਹ ਤੈਰਨਾ ਜਾਂ ਡੂੰਘੇ ਪਾਣੀਆਂ ਦੇ ਵਿੱਚ ਉਹਨਾਂ ਦੀ ਪਛਾਣ ਕਰਕੇ ਉੱਥੋਂ ਬਚਣਾ, ਇਹ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਜੀ, ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਪੂਰਾ ਆਪਣੇ ਆਪ 'ਤੇ ਭਰੋਸਾ ਨਾ ਹੋਵੇ ਕਿ ਪਾਣੀ ਦੇ ਵਿੱਚ ਜਾ ਕੇ ਹਾਂਜੀ ਆਪਣੇ ਆਪ ਨੂੰ ਸੰਭਲਣ ਦੇ ਕਾਬਲ ਹੈ ਵਿਅਕਤੀ, ਅਤੇ ਫਿਰ ਹੀ ਡੂੰਘੇ ਪਾਣੀ ਦੇ ਵਿੱਚ ਜਾਣ ਦੀ ਹੋਵੇਗੀ ਲੋੜ। ਅਤੇ ਅਸੀਂ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਅੱਗੇ। ਕਾਫੀ ਸਰਦਾਰ ਖੱਖ ਜੀ ਇਨੀ ਦਿਨੀ ਚਰਚਾ ਹੈ ਕਿ ਕਾਫੀ ਜੋ ਸਮਾਜ ਸੇਵੀ ਸੰਗਠਨ ਹਨ ਉਹ ਅੱਗੇ ਆਏ ਹੋਏ ਨੇ, ਉਹ ਸਰਗਰਮੀ ਫੜ ਰਹੇ ਨੇ ਕਿ ਜੋ ਲੱਚਰ ਗਾਇਕੀ ਹੈ, ਭਾਵੇਂ ਕਿ ਗੀਤ ਲਿਖਣ ਵਾਲਾ ਹੋਵੇ, ਭਾਵੇਂ ਗਾਉਣ ਵਾਲਾ ਹੋਵੇ, ਭਾਵੇਂ ਉਹਨੂੰ ਸੰਗੀਤ ਦੇਣ ਵਾਲਾ ਹੋਵੇ, ਅਤੇ ਭਾਵੇਂ ਉਸ ਦੇ ਵੀਡੀਓ ਤਿਆਰ ਕਰਨ ਵਾਲੇ ਹੋਣ। ਸੋ ਕਾਫੀ ਸਾਰੇ ਲੋਕਾਂ ਦਾ ਇਸ ਗੱਲ ਦੇ ਵਿੱਚ ਹੀ ਰੋਜ਼ਗਾਰ ਹੈ। ਪਰ ਲੇਕਿਨ ਕਿ ਜਦੋਂ ਜੇ ਤੁਸੀਂ ਕੋਈ ਅੱਛਾ ਗੀਤ ਲਿਖਦੇ ਹੋ, ਅੱਛਾ ਤੁਸੀਂ ਕੋਈ ਗੀਤ ਗਾਉਂਦੇ ਹੋ, ਅੱਛੇ ਕਿਸੇ ਗੀਤ ਨੂੰ ਤੁਸੀਂ ਕੋਈ ਵਧੀਆ ਸੰਗੀਤ ਦਿੰਦੇ ਹੋ, ਅੱਛਾ ਉਸ ਦਾ ਕੋਈ ਵੀਡੀਓ ਤਿਆਰ ਕਰਦੇ ਹੋ, ਜਿਸ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਕੰਮ ਕਰਦਿਆਂ ਤੁਸੀਂ ਇਸ ਗੱਲ ਦਾ ਖਿਆਲ ਰੱਖਦੇ ਹੋ ਕਿ ਤੁਹਾਡੀ ਪ੍ਰੋਡਕਸ਼ਨ ਦਾ, ਤੁਹਾਡੇ ਵੱਲੋਂ ਤਿਆਰ ਕੀਤੀ ਹੋਈ ਕਿਸੇ ਆਈਟਮ ਦਾ ਪੰਜਾਬ ਦੇ ਸਾਡੇ ਮਨੁੱਖਤਾ 'ਤੇ ਕੋਈ ਉਹਨਾਂ ਨੂੰ ਅੱਛਾ ਸੰਦੇਸ਼ ਮਿਲੇਗਾ, ਕੋਈ ਚੰਗੀ ਗੱਲ ਹੋਵੇਗੀ, ਫਿਰ ਤਾਂ ਹੋ ਗਈ ਆਪਣੇ ਆਪ ਦੇ ਵਿੱਚ ਇਸ ਕਿਰਤ ਦੀ ਸਰਾਹਨਾ ਵਾਲੀ ਗੱਲ। ਪਰ ਜੇ ਹਾਂਜੀ ਨੰਗੇਜ਼ ਦਾ ਪਸਾਰ ਕੀਤਾ ਜਾਂਦਾ ਹੈ, ਇਸ ਤਰੀਕੇ ਦੇ ਨਾਲ ਅਜਿਹੇ ਗੀਤ ਗਾਏ ਜਾਂ ਲਿਖੇ ਜਾਂਦੇ ਨੇ ਜਿਸ ਤੋਂ ਕਿ ਸਾਡੇ ਸਮਾਜ ਦੇ ਵਿੱਚ ਕੋਈ ਸੁਧਾਰ ਵਾਲੀ, ਕੋਈ ਚੰਗੇ ਪਾਸੇ ਨੂੰ ਚੱਲਣ ਵਾਲੀ ਗੱਲ ਨਾ ਹੋਵੇ, ਲੱਚਰਤਾ ਹੋਵੇ, ਸਾਡੇ ਸਮਾਜ ਨੂੰ ਹੋਰ ਨਿਗਾਰ ਵਾਲੇ ਪਾਸੇ ਨੂੰ ਲਿਜਾਣ ਵਾਲੀ ਗੱਲ ਹੋਵੇ, ਅਤੇ ਫਿਰ ਇਸ ਦੇ ਨਾਲ ਹੀ ਗਾਇਕ ਗੀਤ ਲਿਖਣ ਵਾਲੇ ਇਹ ਕਹਿ ਕੇ ਬਰੀ ਹੋ ਜਾਣ ਕਿ ਜੋ ਲੋਕ ਦੇਖਣਾ ਚਾਹੁੰਦੇ ਨੇ, ਜੋ ਲੋਕ ਸੁਣਨਾ ਚਾਹੁੰਦੇ ਨੇ, ਅਸੀਂ ਉਹੀ ਕਰਦੇ ਹਾਂ। ਪਰ ਦੂਸਰੇ ਪਾਸੇ ਸਿਆਣੇ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਮੋੜਵੀਂ ਗੱਲ ਪੁੱਛੇ ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਸ਼ਰਾਬ ਪੀਣ ਲੱਗ ਜਾਏ, ਨਸ਼ੇ ਖਾਣ ਲੱਗ ਜਾਏ, ਤਾਂ ਤੁਸੀਂ ਉਹਨੂੰ ਹੋਰ ਸ਼ਰਾਬ ਲਿਆ ਕੇ ਦਿੰਦੇ ਹੋ, ਹੋਰ ਨਸ਼ੇ ਕਰਨ ਨੂੰ ਦਿੰਦੇ ਹੋ, ਜਾਂ ਫਿਰ ਉਹਨੂੰ ਰੋਕਦੇ ਹੋ। ਠੀਕ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਜੇ ਲੱਚਰਤਾ ਦੀ ਮੰਗ ਵੀ ਕੋਈ ਸਰੋਤਾ ਜਾਂ ਦਰਸ਼ਕ ਕਿਸੇ ਗਾਇਕ ਕੋਲੋਂ ਕਰਦਾ ਹੈ, ਅਤੇ ਉਸ ਨੂੰ ਬਜਾਏ ਇਸ 'ਤੇ ਕਿ ਉਹ ਸਾਰਾ ਕੁਝ ਪਰੋਸਣ ਦੇ, ਉਸ ਨੂੰ ਸਮਝਾਉਣਾ ਚਾਹੀਦਾ ਅਤੇ ਦਰਸ਼ਕਾਂ ਨੂੰ ਕੋਈ ਨਾ ਕੋਈ ਅੱਛਾ ਗੀਤ, ਅੱਛਾ ਆਪਣੀ ਵੰਨਗੀ ਸੁਣਾ ਕੇ ਸਿੱਧੇ ਪਾਸੇ ਨੂੰ ਲਗਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਸੋ ਸਮਾਜ ਸੇਵੀ ਸੰਗਠਨਾਂ ਨੇ ਜੀ ਇਹ ਲੱਚਰ ਗਾਇਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਪੰਜਾਬ ਦੇ ਵਿੱਚ ਹੀ ਨਹੀਂ, ਕੈਨੇਡਾ ਦੇ ਵਿੱਚ ਵੀ ਆਰੰਭਿਆ ਹੋਇਆ ਹੈ। ਸੋ ਕੈਨੇਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਲੱਚਰ ਗਾਇਕੀ ਪੰਜਾਬੀ ਦੇ ਵਿੱਚ ਗਾਉਣ ਵਾਲਿਆਂ ਦਾ ਵਿਰੋਧ ਹੋ ਰਿਹਾ ਹੈ। ਇਸੇ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ 'ਤੇ ਵੀ ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ ਵੀ ਲੱਚਰ ਗੀਤ ਗਾਉਣ ਵਾਲੇ ਇੱਕ ਗਾਇਕ ਨੂੰ ਪੰਜਾਬੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਜੌਹਲ ਸਾਹਿਬ ਗੱਲ ਇਹ ਆ ਕਿ ਲੋਕ ਚੇਤਨਾ ਹਾਂਜੀ ਕਹਿ ਸਕਦੇ ਹਾਂ ਕਿ ਹੁਣ ਲੋਕ ਸੁਚੇਤ ਹੋ ਗਏ ਆ, ਕਿਉਂਕਿ ਜੇ ਇਹ ਸਾਡੇ ਗਾਇਕ ਵਿਦੇਸ਼ਾਂ ਵਿੱਚ ਜਾਂਦੇ ਆ ਤਾਂ ਇੱਥੋਂ ਜਿਹੜਾ ਜੋ ਕੁਝ ਵੀ ਸਿੱਖਿਆ ਅਤੇ ਅਭਿਆਸ ਕੀਤਾ ਹੁੰਦਾ ਉਹਨਾਂ ਨੇ ਉੱਥੇ ਸਟੇਜਾਂ ਦੇ ਉੱਤੇ ਉਹੀ ਲੋਕਾਂ ਨੂੰ ਸੁਣਾਉਣਾ ਹੁੰਦਾ ਜਾ ਕੇ। ਰਹੀ ਗੱਲ ਇਹ ਕਿ ਇਹ ਕੀ ਲੈ ਕੇ ਜਾਂਦੇ ਆ, ਇਹ ਸਾਡੇ ਸੱਭਿਆਚਾਰ ਦੀ ਸੇਵਾ ਕਿਵੇਂ ਦੀ ਕਰਦੇ ਆ, ਇਹ ਸਾਬਤ ਹੁੰਦਾ ਕਿ ਜੀ ਲੋਕ ਮੰਗ ਕਰਦੇ ਆ। ਜਿਵੇਂ ਕਿ ਤੁਸੀਂ ਕਿਹਾ ਕਿ ਇਹ ਲੋਕ ਉਹਨਾਂ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਚੁਣ ਕੇ ਵੇਖੋ ਕਿ ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡਾ ਗੀਤ ਗਾਇਆ ਪ੍ਰਵਾਨ ਹੋ ਗਿਆ, ਫਿਰ ਤਾਂ ਸਮਝਾਂਗੇ ਲੋਕਾਂ 'ਚ ਵੀ ਹੋ ਗਿਆ। ਅਤੇ ਜੇ ਤੁਹਾਡੇ ਪਰਿਵਾਰ ਵਾਲੇ ਤੁਹਾਡੀ ਇਹ ਕਰਤੂਤ ਵੇਖ ਕੇ ਤੁਹਾਡੇ ਛਿੱਤਰ ਮਾਰਦੇ ਆ, ਤਾਂ ਮੈਂ ਸਮਝਦਾ ਕਿ ਫਿਰ ਤੁਸੀਂ ਲੋਕਾਂ ਕੋਲੋਂ ਵੀ ਛਿੱਤਰ ਖਾਣ ਲਈ ਤਿਆਰ ਰਹੋ। ਸੋ ਗੱਲ ਇਹ ਆ ਕਿ ਜਦੋਂ ਤੁਸੀਂ ਆਪਣੇ 'ਤੇ ਹੰਢਾਇਆ ਹੋਇਆ ਇਹ ਜਿਹੜਾ ਜੋ ਵੀ ਤਜਰਬਾ ਆ,
ਜੇ ਤੁਹਾਡੇ ਤੇ ਪ੍ਰਵਾਨ ਹੋ ਗਿਆ ਤਾਂ ਫਿਰ ਲੋਕਾਂ ਤੇ ਹੋਏਗਾ, ਤੇ ਜੇ ਤੁਹਾਡੇ ਤੇ ਨਹੀਂ ਪ੍ਰਵਾਨ ਹੋਇਆ ਤਾਂ ਫਿਰ ਇਸ ਕੰਮ ਨਾਲੋਂ ਬਿਹਤਰ ਆ ਕਿ ਕੰਮ ਛੱਡ ਜਾਣਾ ਚੰਗਾ, ਤੇ ਜਾਂ ਫਿਰ ਗਾਇਕੀ ਨੂੰ ਸੁਧਾਰਨ ਦੀ ਲੋੜ ਆ। ਤੇ ਇਹ ਢਕਵੰਜ ਰਚਣੇ ਕਿ ਜੀ ਕੰਪਨੀਆਂ ਰਿਕਾਰਡਿੰਗ ਨਹੀਂ ਕਰਦੀਆਂ, ਇਹ ਲੋਕਾਂ ਦੀ ਮੰਗ ਅਨੁਸਾਰ ਆ, ਇਹ ਸਾਰਾ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਇਹ ਪਖੰਡ ਹੁੰਦਾ ਇਹਨਾਂ ਲੋਕਾਂ ਦਾ, ਕਿਉਂਕਿ ਸਾਡੇ ਸਾਹਮਣੇ ਇੱਦਾਂ ਦੇ ਵਧੀਆ ਗਾਇਕ ਔਰ ਗਾਇਕੀ ਔਰ ਲਿਖਣ ਵਾਲੇ ਬੈਠੇ ਆ, ਤੇ ਮੈਂ ਸਮਝਦਾ ਕਿ ਉਹਨਾਂ ਦੇ ਮੁਕਾਬਲੇ ਇਹ ਲੋਕ ਜਿਹੜੇ ਆ ਜੇ ਕੁਝ ਵੀ ਨਹੀਂ। ਤੇ ਜੇ ਇਹ ਸਸਤੀ ਸ਼ੌਹਰਤ ਨੂੰ ਪਏ ਆ ਜੀ ਅਸੀਂ ਇੱਦਾਂ ਗਾ ਕੇ ਤੇ ਸ਼ਾਇਦ ਸਿਤਾਰੇ ਬਣ ਜਾਵਾਂਗੇ, ਇਹ ਇਹਨਾਂ ਲੋਕਾਂ ਦੀ ਭੁੱਲ ਆ, ਕਿਉਂਕਿ ਜਿਹੜੇ ਇਹੋ ਜਿਹਾ ਗਾ ਕੇ ਬੈਠੇ ਆ ਉਹਨਾਂ ਦੀਆਂ ਲਾਹਨਤਾਂ ਪੈਂਦੀਆਂ, ਤੇ ਜਿਹੜੇ ਚੰਗੇ ਗਾਉਂਦੇ ਉਹ ਅਜੇ ਵੀ ਸਲਾਏ ਜਾਂਦੇ ਆ। ਸੋ ਜੇ ਅਜੇ ਇਹ ਸਲਾਏ ਨਾ ਗਏ ਤੇ ਇਹਨਾਂ ਨੂੰ ਅਜੇ ਨਿੰਦਿਆ ਜਾਂਦਾ, ਤਾਂ ਮੈਂ ਸਮਝਦਾ ਵੀ ਇਹ ਗਾਇਕੀ ਦੇ ਖੇਤਰ 'ਚੋਂ ਉੱਦਾਂ ਹੀ ਇਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ। ਲੋਕਾਂ ਦੀ ਕਰੋਪੀ ਦਾ ਇੱਦਾਂ ਦੀ ਬਦਨਾਮੀ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ। ਸਰਦਾਰ ਖੱਖ ਜੀ, ਇਹ ਲੱਚਰ ਗਾਇਕੀ, ਇਹ ਲੱਚਰ ਵੀਡੀਓ, ਇਹ ਕਾਫੀ ਲੰਬੇ ਅਰਸੇ ਤੋਂ ਸਾਡੇ ਸਮਾਜ ਦੇ ਵਿੱਚ ਲਗਾਤਾਰ ਚੱਲ ਰਹੇ ਆ, ਪਰ ਕਮਾਲ ਦੀ ਗੱਲ ਇਹ ਹੈ ਕਿ ਕੁਝ ਇੱਕ ਸਮਾਜ ਸੇਵੀ ਸੰਗਠਨ ਜਾਂ ਇਹ ਇਸਤਰੀ ਜਾਗਰਤੀ ਮੰਚ ਜਿਸ ਤਰ੍ਹਾਂ ਕਿ ਹੁਣ ਸਰਗਰਮ ਹੋਇਆ ਹੈ, ਕਾਫੀ ਦੇਰ ਕਰ ਦਿੱਤੀ ਇਹਨਾਂ ਨੇ ਇਹ, ਲੇਕਿਨ ਕਿ 1.5 ਦਹਾਕੇ ਤੋਂ ਜ਼ਿਆਦਾ ਲੰਬਾ ਸਮਾਂ ਹੋ ਗਿਆ ਇਹ ਸਾਰਾ ਕੁਝ ਚੱਲਦੇ ਨੂੰ। ਸੋ ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ। ਗੱਲ ਜੌਹਰ ਸਾਹਿਬ ਇਹ ਵੀ ਭੇਡ ਚਾਲ ਹੈ ਮੈਂ ਸਮਝਦਾ, ਜਾਂ ਦੇਖੋ ਦੇਖੀ ਕਹਿਣਾ ਚੱਲ ਸਾਨੂੰ ਕੀ, ਚੱਲ ਸਾਨੂੰ ਕੀ। ਹਾਲਾਂਕਿ ਅਸੀਂ ਜੇ ਦੇਖੀਏ ਤਾਂ ਸਾਡੇ ਹੀ ਜਦੋਂ ਅਸੀਂ ਵਿਆਹ ਸ਼ਾਦੀ ਕਰਦੇ ਹਾਂ ਪੈਲਸਾਂ ਦੇ ਵਿੱਚ ਇਹ ਕਲਚਰ ਜਿਹੜਾ ਆਉਂਦਾ, ਅਸੀਂ ਉਹਨਾਂ ਗੀਤਾਂ ਦੀਆਂ ਤਰਜ਼ਾਂ 'ਤੇ ਗਾਉਂਦੇ ਹਾਂ, ਨੱਚਦੇ ਹਾਂ, ਸਾਰਾ ਕੁਛ ਕਰਦੇ ਹਾਂ। ਇਹ ਇੱਕ ਤਰ੍ਹਾਂ ਦਾ ਜੇ ਕੁਝ ਸਵੈ ਸੇਵੀ ਸੰਸਥਾਵਾਂ ਨੇ ਸਟੈਪ ਚੁੱਕਿਆ ਤਾਂ ਫਿਰ ਅਸੀਂ ਉਹਨਾਂ ਦੇ ਮਗਰ ਲੱਗ ਗਏ ਹਾਂ, ਤੇ ਜੇ ਉਹ ਸਟੈਪ ਨਹੀਂ ਸੀ ਚੁੱਕਿਆ ਤਾਂ ਅਸੀਂ ਚੁੱਪ ਕਰਕੇ ਸੁਣੀ ਜਾਂਦੇ ਸੀ। ਸੋ ਸਾਡੇ ਸਮਾਜ ਦੇ ਵਿੱਚ ਇੱਕ ਇੱਦਾਂ ਦੀ ਪ੍ਰਵਿਰਤੀ ਬਣ ਗਈ ਆ ਕਿ ਅਸੀਂ ਹਊ ਪਰੇ ਕਰਨ ਵਾਲੀ ਜਿਹੜੀ ਧਾਰਨਾ ਬਣਾਈ ਹੋਈ ਆ। ਤੇ ਹਾਲਾਂਕਿ ਸਾਨੂੰ ਇਹ ਪਤਾ ਕਿ ਜਦੋਂ ਅਸੀਂ ਕਿਸੇ ਪ੍ਰਾਈਵੇਟ ਬੱਸ 'ਤੇ ਨਡਾਲੇ ਤੋਂ ਕਪੂਰਥਲੇ ਜਾਂਦੇ ਆ ਜਾਂ ਸੁਭਾਨਪੁਰ ਜਾਂਦੇ ਹਾਂ ਤਾਂ ਸਾਨੂੰ ਸਵਾਰੀਆਂ ਨੂੰ ਕੀ ਪਰੋਸ ਕੇ ਦਿੰਦੇ ਆ, ਉਹਨਾਂ ਡਰਾਈਵਰਾਂ ਦੀ ਸੋਚ ਕਿੰਨੀ ਕਾ ਉਹ ਗੀਤਾਂ ਤੋਂ ਸਾਬਤ ਹੁੰਦੀ ਆ। ਸੋ ਉਹ ਗੀਤ ਜਿਹੜੇ ਆ ਉਹ ਡਰਾਈਵਰ ਜਾਂ ਆਪ ਸੁਣਦੇ ਆ ਜਾਂ ਸਵਾਰੀਆਂ ਨੂੰ ਸੁਣਾਉਂਦੇ ਆ। ਸਵਾਰੀਆਂ ਜਿਹੜੀਆਂ ਆ ਉਹ ਨਹੀਂ ਚਾਹੁੰਦੀਆਂ ਵੀ ਇੱਦਾਂ ਦੇ ਗੀਤ ਗਾਏ ਜਾਣ, ਪਰ ਉਹ ਜ਼ਬਰਦਸਤੀ ਜਿਹੜਾ ਉਹ ਸੁਣਾਇਆ ਜਾਂਦਾ। ਸੋ ਲੋਕਾਂ ਨੇ ਆਵਾਜ਼ਾਂ ਜ਼ਰੂਰ ਉਠਾਈਆਂ, ਪਰ ਇੰਨੀ ਜ਼ਬਰਦਸਤ ਜਿਹੜੀ ਆ ਉਹਨਾਂ ਦੀ ਵਿਰੋਧਤਾ ਜਿਹੜੀ ਉਹ ਨਹੀਂ ਹੋ ਸਕੀ ਜਿੰਨੀ ਕਿ ਹੁਣ ਹੋਈ ਆ। ਸੋ ਮੈਂ ਸਮਝਦਾ ਕਿ ਸ਼ਾਇਦ ਹੁਣ ਇਹਨਾਂ ਗਾਇਕਾਂ ਨੂੰ ਅਕਲ ਆ ਜਾਏਗੀ, ਰਿਕਾਰਡਿੰਗ ਕਰਨ ਵਾਲੀਆਂ ਉਹਨਾਂ ਕੰਪਨੀਆਂ ਨੂੰ ਆ ਜਾਏਗੀ ਕਿ ਸਾਡਾ ਜਿਹੜਾ ਤੋਰੀ ਫੁਲਕਾ ਜਿਹੜਾ ਇੱਦਾਂ ਚੰਗਾ ਚੱਲਦਾ ਸੀ ਉਹ ਹੁਣ ਨਹੀਂ ਚੱਲਣਾ। ਜੇ ਚੱਲਿਆ ਤਾਂ ਅਸੀਂ ਸਾਫ਼ ਸੁਥਰੀ ਗਾਇਕੀ ਪੇਸ਼ ਕਰਾਂਗੇ ਤਾਂ ਹੀ ਗੱਲ ਬਣ ਸਕੇਗੀ। ਬਿਲਕੁਲ ਜੀ, ਪਟਵਾਰੀਆਂ ਦੇ ਖਿਲਾਫ ਕੁਝ ਗਾਉਣ ਵਾਲੇ ਨੂੰ ਤੇ ਫਗਵਾੜਾ ਦੇ ਵਿੱਚ ਲਿਖਤੀ ਤੌਰ 'ਤੇ ਮਾਫੀ ਮੰਗਣੀ ਪੈ ਗਈ ਸੀ ਜਦੋਂ ਪਟਵਾਰੀ ਇਕੱਠੇ ਹੋ ਗਏ ਸੀਗੇ, ਤੇ ਕੈਨੇਡਾ ਦੇ ਵਿੱਚ ਰੋਸ ਦਿਖਾਵਾ ਜਿਸ ਕਲਾਕਾਰ ਦੇ ਖਿਲਾਫ ਹੋਇਆ ਉਸ ਨੇ ਵੀ ਲਿਖਤੀ ਤੁਰੰਤ ਮਾਫੀ ਮੰਗੀ ਕਿ ਅੱਗੇ ਤੋਂ ਅਜਿਹਾ ਨਹੀਂ ਗਾਵਾਂਗਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਨਡਾਲਾ ਵਿਖੇ ਵੀ ਇਹ ਕਲਾਕਾਰ ਆ ਕੇ ਗਾ ਗਿਆ ਇੱਕ ਸਾਡੀ ਜੀ ਧਾਰਮਿਕ ਸੱਭਿਆਚਾਰਕ ਸੰਸਥਾ ਦੇ ਸੱਦੇ 'ਤੇ। ਸੋ ਖਿਆਲ ਕਰਨ ਦੀ ਲੋੜ ਹੋਵੇਗੀ, ਥੋੜ੍ਹਾ ਜਿਹਾ ਆਪ ਵੀ ਸੁਚੇਤ ਹੋਣ ਦੀ ਲੋੜ ਹੋਵੇਗੀ। ਲੱਚਰ ਗਾਇਕੀ ਇਹ ਬਹੁਤਾ ਚਿਰ ਚੱਲ ਨਹੀਂ ਸਕਦੀ ਜੇ ਵਾਕਈ ਲੋਕ ਚਾਹੁਣ ਕਿ ਇਹ ਚੱਲਣ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਤਰਨਤਾਰਨ ਚੱਲਦੇ ਹਾਂ। ਅਗਲੀ ਖਬਰ ਹੈ ਜੀ ਕਮਾਲ ਦੀ, ਵੈਸੇ ਕਿ ਉੱਥੇ ਨਾ ਇੱਕ ਪਰਿਵਾਰ ਦੇ ਖਿਲਾਫ ਧਾਰਾ 420 ਦੇ ਤਹਿਤ ਪਰਚਾ ਦਰਜ ਕਰਵਾਇਆ ਜੀ ਦੂਸਰੇ ਪਰਿਵਾਰ ਨੇ। ਸੋ ਇਹ ਵੈਸੇ ਦੋਸ਼ ਕੀ ਲੱਗਾ ਧਾਰਾ 420 ਦਾ, ਇਹ ਬੜਾ ਕਮਾਲ ਦਾ ਆਪਣੇ ਆਪ ਦੇ ਵਿੱਚ ਦਿਲਚਸਪ ਪਹਿਲੂ ਹੈ ਕਿ ਇੰਗਲੈਂਡ ਤੋਂ ਆਇਆ ਸੀਗਾ ਜੀ ਇੱਕ ਪਰਿਵਾਰ, ਅਤੇ ਅਕਸਰ ਆਪਾਂ ਦੇਖਦੇ ਹਾਂ ਕਿ ਰਿਸ਼ਤੇ ਕਰਨ ਦੇ ਲਈ ਲੋਕ ਵਧਾ ਚੜ੍ਹਾ ਕੇ ਗੱਲਾਂ ਕਰਦੇ ਨੇ, ਵਿਚੋਲੇ ਵੀ ਹਾਂਜੀ ਕਈ ਵਾਰੀ ਅਸਲੀਅਤ ਜਾਣਬੁੱਝ ਕੇ ਛੁਪਾਈ ਜਾਂਦੀ ਹੈ। ਅਸਲੀਅਤ ਜਾਣਬੁੱਝ ਕੇ ਛੁਪਾਈ ਜਾਵੇ ਅਤੇ ਜਦੋਂ ਉਹ ਸਾਹਮਣੇ ਆਉਂਦੀ ਹੈ ਤਾਂ ਫਿਰ ਕਈ ਵਾਰੀ ਕਰਨਾ ਪੈਂਦਾ ਹੈ ਗੰਭੀਰ ਸਿੱਟਿਆਂ ਦਾ ਸਾਹਮਣਾ। ਸੋ ਇੰਗਲੈਂਡ ਤੋਂ ਆਇਆ ਸੀ ਪਰਿਵਾਰ ਆਪਣੀ ਲੜਕੀ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਵਿਆਹ ਕਰਨ ਦੇ ਲਈ, ਅਤੇ ਫਿਰ ਇਹ ਆ ਕੇ ਕੀ ਦੱਸਿਆ ਕਿ ਲੜਕੀ ਦਾ ਕਦੇ ਵਿਆਹ ਨਹੀਂ ਹੋਇਆ ਅਤੇ ਇੱਥੇ ਵਿਆਹ ਕਰ ਲਿਆ ਗਿਆ ਪੰਜਾਬ ਦੇ ਵਿੱਚ ਲੜਕੇ ਦੇ ਨਾਲ। ਲੇਕਿਨ ਕਿ ਵਿਆਹ ਤੋਂ ਬਾਅਦ ਕਾਫੀ ਦੇਰ ਬਾਅਦ ਇਹ ਪਤਾ ਲੱਗਾ ਕਿ ਲੜਕੀ ਇੰਗਲੈਂਡ ਦੇ ਵਿੱਚ ਪਹਿਲਾਂ ਹੀ ਵਿਆਹੀ ਹੋਈ ਸੀਗੀ। ਹਾਂਜੀ, ਸੋ ਹੁਣ ਉਹ ਲੜਕੇ ਵਾਲੇ ਪਰਿਵਾਰ ਨੇ ਲੜਕੀ ਵਾਲੇ ਪਰਿਵਾਰ ਦੇ ਖਿਲਾਫ ਸੱਚਾਈ ਛੁਪਾਉਣ ਕਰਕੇ, ਗੁੰਮਰਾਹ ਕਰਨ ਕਰਕੇ ਧਾਰਾ 420 ਦੇ ਤਹਿਤ ਪੁਲਿਸ ਕੋਲ ਪਰਚਾ ਦਰਜ ਕਰਾਇਆ ਜੀ ਕਿ ਸਾਡਾ ਜੋ ਮੁੰਡਾ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਗਈ ਝੂਠ ਬੋਲ ਕੇ। ਜੌਹਰ ਸਾਹਿਬ ਦੇਖਿਆ ਜਾਵੇ ਤਾਂ ਇਹ ਆਮ ਗੱਲਾਂ ਹੋ ਗਈਆਂ। ਸਾਡੀ ਜਿਹੜੀ ਹਿਰਸ ਬਾਹਰ ਜਾਣ ਦੀ ਆ ਉਹਦੀ ਭੇਟਾ ਅਸੀਂ ਚੜ੍ਹ ਕੇ ਇੱਦਾਂ ਦੀ ਜਿਹੜੀ ਕਾਹਲ ਕਰਕੇ ਸਭ ਕੁਛ ਕਰਦੇ ਹਾਂ। ਰਹੀ ਗੱਲ ਇਹ ਕਿ ਉਹ ਲੜਕੀ ਦੇ ਵਿੱਚ ਕੋਈ ਜ਼ਰੂਰ ਉਣਤਾਈ ਹੋਏਗੀ, ਕੋਈ ਇੱਦਾਂ ਦੀ ਹੋਏਗੀ ਗੱਲ ਜਿਹੜੀ ਉੱਥੇ ਵਿਆਹੀ ਹੋਣ ਕਰ ਦੇ ਬਾਵਜੂਦ ਵੀ ਇੱਥੇ ਆਣ ਕੇ ਵਿਆਹ ਕਰਾਇਆ। ਦੇਖਣ ਵਾਲੀ ਗੱਲ ਤਾਂ ਇਹ ਸੀ ਵੀ ਕੀ ਲੜਕੀ ਨੇ ਉੱਥੇ ਡਾਈਵੋਰਸ ਕਰਵਾਇਆ? ਜੇ ਡਾਈਵੋਰਸ ਤਲਾਕ ਹੋਇਆ ਫੇਰ ਸ਼ਾਦੀ ਕਰਵਾਈ ਆ ਤਾਂ ਇਹ ਵਿਚੋਲੇ ਨੂੰ ਦੱਸਣ ਦੀ ਜ਼ਰੂਰਤ ਸੀ ਵੀ ਲੜਕੀ ਨੇ ਜਿਹੜਾ ਆ
ਵਿਆਹ ਉੱਥੇ ਕਰਵਾਇਆ ਸੀ, ਤਲਾਕ ਹੋਇਆ। ਕਿਉਂਕਿ ਇਹੋ ਜਿਹੀ ਪੋਜੀਸ਼ਨ ਦਾ ਜਿਹੜਾ ਹੁਣ ਸਥਿਤੀ ਬਣੀ ਹੋਈ ਆ ਉਹਦਾ ਸਾਹਮਣਾ ਨਾ ਕਰਨਾ ਪੈਂਦਾ। ਸੋ ਇਹ ਤਾਂ ਬਿਲਕੁਲ ਠੀਕ ਆ ਗੱਲ ਕਿ ਜੇ ਇਹ ਲੜਕੇ ਵਾਲਿਆਂ ਨੇ ਇੰਨਾ ਮਤਲਬ ਹਿਆ ਕੀਤਾ ਆ ਕਿ ਉਹਨਾਂ ਖਿਲਾਫ ਪਰਚਾ ਦਰਜ ਕਰਾਇਆ, ਨਹੀਂ ਤਾਂ ਮੈਂ ਸਮਝਦਾ ਕਿ ਉਹਨਾਂ ਨੇ ਕਹਿਣਾ ਸੀ ਜਿੱਦਾਂ ਦੀ ਵੀ ਹੈਗੀ ਠੀਕ ਠਾਕ ਹੈ, ਸਾਡਾ ਮੁੰਡਾ ਬਾਹਰ ਜਾਣਾ ਚਾਹੀਦਾ। ਸੋ ਜਿਹੜੀ ਸਾਡੇ ਸਮਾਜ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਆ ਕਿ ਸਾਨੂੰ ਬਾਹਰ ਜਾਣਾ ਚਾਹੀਦਾ, ਵੀ ਚਾਹੇ ਉਹ ਉੱਥੋਂ ਦੀ ਜਨਾਨੀ ਮਿੱਟੀ ਦੀ ਹੋਵੇ, ਜੋ ਮਰਜ਼ੀ ਹੋਵੇ, ਜਿੱਦਾਂ ਦੀ ਮਰਜ਼ੀ ਹੋਵੇ, ਸਾਡਾ ਬੱਚਾ ਬਾਹਰ ਜਾਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇਹ ਇੱਕ ਮੈਂ ਕਹਿੰਦਾ ਖਬਰ ਜਿਹੜੀ ਆਈ ਆ ਉਹ ਇੱਕ ਤਰ੍ਹਾਂ ਦੀ ਵਧੀਆ ਅਸੀਂ ਸ਼ੁਭ ਸ਼ਗਨ ਸਮਝਦੇ ਹਾਂ ਕਿ ਜਿਹੜੇ ਲੋਕਾਂ ਨੇ ਇਸ ਗੱਲ 'ਤੇ ਸਟੈਂਡ ਲੈਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਨਾਲ ਇਹ ਧੋਖਾ ਹੋਇਆ। ਨਹੀਂ ਤਾਂ ਬਹੁਤੇ ਜਿਹੜੇ ਕੇਸ ਆ ਉਹ ਇਹਨੂੰ ਪ੍ਰਵਾਨ ਕਰਕੇ ਇਹੀ ਦੇਖਦੇ ਵੀ ਅਸੀਂ ਜਹਾਜ਼ੇ ਕਦੋਂ ਚੜ੍ਹਨਾ। ਸਰਦਾਰ ਖੱਕ ਜੀ, ਦਿਲਚਸਪ ਗੱਲ ਇਹ ਹੈ ਕਿ ਜਹਾਜ਼ ਚੜ੍ਹਨ ਨੂੰ ਤਾਂ ਤਿਆਰ ਸੀਗਾ, ਪਰ ਇਹ ਪੁਲਿਸ ਕੇਸ ਤੱਕ ਮਾਮਲਾ ਪਹੁੰਚਿਆ ਹੀ ਤਦ ਜਦੋਂ ਲੜਕੇ ਵਾਲਿਆਂ ਨੂੰ ਇਹ ਲੱਗ ਗਿਆ ਕਿ ਲੜਕਾ ਜਹਾਜ਼ ਦੇ ਵਿੱਚ ਚੜ੍ਹ ਨਹੀਂ ਸਕਦਾ, ਕੇਸ ਦੇ ਵਿੱਚ ਕੋਈ ਰੁਕਾਵਟ ਪੈ ਗਈ ਸੀਗੀ, ਅਤੇ ਫਿਰ ਚਾਰੇ ਰਸਤੇ ਬੰਦ ਹੋਣ ਤੋਂ ਬਾਅਦ ਜੋ ਹੈ ਇਹ ਹੁਣ ਲੜਕੀ ਵਾਲਿਆਂ ਦੇ ਖਿਲਾਫ ਮਾਮਲਾ ਆਰੰਭਿਆ ਗਿਆ। ਲੇਕਿਨ ਕਿ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਆ ਕਿ ਲੜਕੀ ਦਾ ਵਿਆਹ ਵੀ ਹੋਇਆ ਸੀ, ਤਲਾਕ ਵੀ ਹੋਇਆ ਸੀ, ਪਰ ਇੱਥੇ ਵਿਆਹ ਕਰਨ ਲੱਗਿਆ ਉਹਨਾਂ ਨੇ ਆ ਕੇ ਇਹ ਦੱਸਿਆ ਕਿ ਲੜਕੀ ਅਜੇ ਕੁਆਰੀ ਹੈ, ਇਹਦਾ ਕੋਈ ਵਿਆਹ ਨਹੀਂ ਸੀ ਹੋਇਆ। ਬੇਸ਼ੱਕ ਭਾਵੇਂ ਇਹ ਗੱਲ ਦੱਸੀ ਵੀ ਸੀ ਵੀ ਉਹ ਕੁਆਰੀ ਆ, ਪਰ ਜਿਹੜੀ ਤੁਸੀਂ ਗੱਲ ਕੀਤੀ ਆ ਫਿਰ ਗੱਲ ਤਾਂ ਉੱਥੇ ਆ ਗਈ ਕਿ ਉਹਨਾਂ ਨੂੰ ਮਤਲਬ ਇਹ ਲਾਲਚ ਸੀਗਾ ਵੀ ਸਾਡਾ ਲੜਕਾ ਜਿਹੜਾ ਬਾਹਰ ਜਾਏਗਾ। ਅਤੇ ਇਹ ਨੌਬਤ ਹੀ ਉਦੋਂ ਆਈ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਸਾਡੇ ਨਾਲ ਡਰਾਮਾਬਾਜ਼ੀ ਇੱਥੇ ਤੱਕ ਹੀ ਹੋਈ ਆ ਵੀ ਸਾਡਾ ਜਿਹੜਾ ਪਰਿਵਾਰ ਹੈ ਜਾਂ ਜਿਹੜਾ ਸਾਡਾ ਲੜਕਾ ਆ ਉਹ ਬਾਹਰ ਨਹੀਂ ਜਾ ਸਕਣਾ। ਅਤੇ ਜੇ ਇਹ ਗੱਲ ਹੁੰਦੀ ਤਾਂ ਫਿਰ ਉਹ ਇਸ ਗੱਲ ਨੂੰ, ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਕਿ ਉਹ ਪ੍ਰਵਾਨ ਕਰਨੀ ਸੀ। ਸੋ ਇਹ ਜਿਹੜੀ ਮੈਂ ਫਿਰ ਉਹ ਗੱਲ 'ਤੇ ਵੀ ਜਿਹੜੀ ਅਸੀਂ ਸਮਝਦੇ ਹਾਂ ਕਿ ਗਲਤ ਹੈ ਧਾਰਨਾ ਬਣੀ ਵੀ ਜਿਹੜੀ ਇਹ ਸਮਝਦੇ ਵੀ ਲੋਕ ਛਾਣਪੁਣ ਕਰਕੇ ਵੀ ਉਹ ਗਲਤ ਸੀਗੀ ਲੜਕੀ, ਅਤੇ ਇਹ ਲੜਕੇ ਨੇ ਸਟੈਂਡ ਲਿਆ। ਅਤੇ ਸਟੈਂਡ ਉਹਨੇ ਉਦੋਂ ਹੀ ਲਿਆ ਜਦੋਂ ਕਿ ਉਹ ਜਿਹੜੀ ਮਨਸ਼ਾ ਪੂਰੀ ਨਹੀਂ ਹੋਈ, ਉਹਦੀ ਆਸ ਪੂਰੀ ਨਹੀਂ ਹੋਈ, ਤਾਂ ਹੀ ਇਹ ਕੇਸ ਤੱਕ ਨੌਬਤ ਗਈ ਹੈ ਜੀ। ਬਿਲਕੁਲ ਜੀ। ਸੋ ਬਾਹਰ ਜਾਣ ਦੇ ਲਈ ਕਈ ਵਾਰੀ ਕਈ ਵਿਅਕਤੀਆਂ ਨੇ ਜੀ ਅਜੀਬ ਕਿਸਮ ਦੀ ਆਪਣੀ ਮਾਨਸਿਕਤਾ ਬਣਾਈ ਹੁੰਦੀ ਹੈ। ਇਸ ਕਿਸਮ ਦੇ ਕੇਸ ਅੱਜ ਕੱਲ੍ਹ ਸਾਹਮਣੇ ਆਉਂਦੇ ਹੀ ਹਨ, ਅਤੇ ਅਸੀਂ ਬੀਤੇ ਦਿਨ ਵੀ ਖਬਰ ਸਾਂਝੀ ਕੀਤੀ ਸੀ ਕਿ ਫਿਰੋਜ਼ਪੁਰ ਇਲਾਕੇ ਦੇ ਵਿੱਚ ਇੱਕ ਅਜਿਹਾ ਗਰੋਹ ਕਾਬੂ ਆਇਆ। ਇੱਕ ਲੜਕੀ ਨੂੰ ਅੱਗੇ ਲਗਾਇਆ ਹੋਇਆ ਸੀਗਾ, ਲੜਕੀ ਦਾ ਸਕਾ ਭਰਾ ਉਸ ਗਰੋਹ ਦੇ ਵਿੱਚ ਸ਼ਾਮਲ ਸੀ, ਉਹਦੇ ਕੁਝ ਹੋਰ ਰਿਸ਼ਤੇਦਾਰ ਵੀ ਸ਼ਾਮਲ ਸੀਗੇ, 4-5 ਜਾਣੇ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦੇ ਸੀਗੇ ਕਿ ਲੜਕੀ ਕੈਨੇਡਾ ਤੋਂ ਆਈ ਹੈ, ਕੈਨੇਡਾ ਦੀ ਸਿਟੀਜ਼ਨ ਹੈ, ਜੇ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ ਤੇ ਅਪਲਾਈ ਕਰ ਸਕਦੇ ਹੋ। ਕਾਫੀ ਸਾਰੇ ਲੋਕ ਅਪਲਾਈ ਕਰਦੇ ਸੀਗੇ ਸਰਦਾਰ ਖੱਕ ਜੀ, ਇੱਥੋਂ ਤੱਕ ਕਿ ਫਿਰ ਜਦੋਂ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਦੇ ਨਾਲ ਰਕਮਾਂ ਟੁੱਕ ਲਈਆਂ ਜਾਂਦੀਆਂ ਸਨ, ਐਡਵਾਂਸ ਵੀ ਲੈ ਲਿਆ ਜਾਂਦਾ ਸੀਗਾ, ਵਿਆਹ ਵੀ ਕਰਵਾ ਲਿਆ ਜਾਂਦਾ ਸੀਗਾ। ਸੋ ਇਹ ਇੱਕ ਵਿਆਹ ਕਰਾਉਣ ਤੋਂ ਬਾਅਦ ਫਿਰ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ ਸੀਗਾ। ਤਕਰੀਬਨ 5 ਤੋਂ ਜ਼ਿਆਦਾ ਵਿਆਹ ਇਸ ਲੜਕੀ ਨੇ ਕਰਾਏ, 5 ਲੋਕਾਂ ਨੂੰ ਠੱਗਿਆ ਇੱਕ ਤਰੀਕੇ ਦੇ ਨਾਲ। ਲੜਕੀ ਨੇ ਨਹੀਂ ਸਗੋਂ ਇਸ ਦੇ ਭਰਾ ਸਮੇਤ ਹੋਰ ਰਿਸ਼ਤੇਦਾਰ ਇਸ ਸਾਰੇ ਗਰੋਹ ਦੇ ਵਿੱਚ ਸ਼ਾਮਲ ਸੀਗੇ। ਕਰੋੜਾਂ ਰੁਪਏ ਦੀ ਠੱਗੀ ਇਸ 8ਵੀਂ ਪਾਸ ਲੜਕੀ ਨੇ, ਜਿਹੜੀ ਕਿ ਹੁਣ ਫਿਰੋਜ਼ਪੁਰ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਸੋ ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਦੇ ਵਿੱਚ ਵਿਆਹ ਕਰਾਉਣ ਤੋਂ ਬਾਅਦ ਜਦੋਂ ਜਾਇਆ ਜਾਂਦਾ ਸੀਗਾ ਅਤੇ ਇਹ ਲੜਕੀ ਆਪਣੇ ਆਪ ਨੂੰ ਬਹੁਤ ਸ਼ੋਅ ਕਰਦੀ ਸੀਗੀ ਕਿ ਕਿਉਂਕਿ ਮੈਂ ਬਾਹਰੋਂ ਆਈ ਹਾਂ, ਕੈਨੇਡਾ ਤੋਂ ਆਈ ਹਾਂ, ਮੈਂ ਜਲਦੀ ਵਾਪਸ ਚਲੇ ਜਾਣਾ, ਮੇਰੇ ਕੋਲ ਬਹੁਤ ਪੈਸੇ ਹੈ। 40-40, 50-50 ਹਜ਼ਾਰ ਰੁਪਏ ਦਾ ਚੜਾਵਾ ਕਈ ਵਾਰੀ ਧਾਰਮਿਕ ਸਥਾਨਾਂ 'ਤੇ ਚੜ੍ਹਾ ਦਿੰਦੀ ਸੀਗੀ ਆਪਣੇ ਸ਼ਿਕਾਰ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ। ਅਤੇ ਵਿਆਹ ਤੋਂ ਬਾਅਦ ਫਿਰ ਜਿੰਨਾ ਸੋਨਾ ਜਾਂ ਟੁੰਬਾਂ ਜਾਂ ਹੋਰ ਨਕਦੀ ਵਗੈਰਾ ਇਕੱਠੀ ਹੁੰਦੀ ਸੀਗੀ, ਉਹ ਸਾਰਾ ਕੁਝ ਲੈ ਕੇ ਫਿਰ ਇਹ ਰਫੂ ਚੱਕਰ ਹੋਇਆ ਜਾਇਆ ਕਰਦੀ ਸੀਗੀ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਲੜਕੀ ਵੀ ਆਪਣੇ ਗਰੋਹ ਦੀ ਮਦਦ ਦੇ ਨਾਲ 5 ਸ਼ਾਦੀਆਂ ਕਰਾਉਣ ਦੇ ਵਿੱਚ ਸਰਦਾਰ ਖੱਕ ਜੀ ਕਾਮਯਾਬ ਰਹੀ ਸੀ ਪੰਜਾਬ ਦੀ ਧਰਤੀ 'ਤੇ। ਜੌਲ ਸਾਹਿਬ ਗੱਲ ਇਹ ਆ ਕਿ ਇਹ ਜਿਹੜੀ ਲਾਲਸਾ ਸਾਡੀ ਉਸੇ ਦਾ ਹੀ ਇਹ ਨਜਾਇਜ਼ ਫਾਇਦਾ ਲੈ ਰਹੇ ਆਏ ਲੋਕ। ਅਤੇ ਬਾਕੀ ਰਹੀ ਗੱਲ ਕਿ ਲੋਕ ਕਿੱਥੋਂ ਤੱਕ ਗਿਰ ਚੁੱਕੇ ਆ ਕਿ ਉਹ ਭੈਣਾਂ ਨੂੰ ਮੋਹਰਾ ਬਣਾ ਕੇ ਰਿਸ਼ਤੇਦਾਰਾਂ ਸਮੇਤ ਇੱਕ ਬਿਜ਼ਨਸ ਆ ਜਿਹੜਾ ਉਹਨਾਂ ਨੇ ਤੋਰਿਆ ਕਿ ਇਹ ਪੈਸਾ ਕਮਾਈ ਕਰਕੇ ਇੱਦਾਂ ਦਾ ਅਸੀਂ ਜਿਹੜੀ ਆ ਅਮੀਰ ਹੋਣ ਦੀ ਲਾਲਸਾ ਜਿਹੜੀ ਉਹਨਾਂ ਦੀ ਪੈਦਾ ਹੋਈ। ਗੱਲ ਇਹ ਆ ਕਿ ਚੋਰ ਤਾਂ ਕਿਤੇ ਨਾ ਕਿਸੇ ਦਿਨ ਜ਼ਰੂਰ ਫੜਿਆ ਜਾਏਗਾ। ਅਤੇ ਇਹ ਗੱਲ ਆ ਕਿ ਹੁਣ ਜਿਵੇਂ ਲੜਕੀਆਂ ਨੇ ਬਿਜ਼ਨਸ ਸ਼ੁਰੂ ਕੀਤਾ ਆ ਅਤੇ ਧੋਖੇਦਾਰ ਧੋਖਾ ਹੋਣ ਕਰਕੇ ਵੀ ਇਹ ਮਤਲਬ ਸਾਡੇ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਸੰਦੇਸ਼ ਜਾਂਦਾ ਕਿ ਅਜੇ ਵੀ ਸਮਝੋ, ਅਜੇ ਵੀ ਸੋਚੋ ਕਿ ਜੋ ਕੁਛ ਲੋਕਾਂ ਦੇ ਨਾਲ ਹੋ ਰਿਹਾ ਇਹ ਇਸੇ ਕਰਕੇ ਹੋ ਰਿਹਾ ਕਿ ਅਸੀਂ ਅੰਨ੍ਹੇਵਾਹ ਜਿਹੜਾ ਲੋਕਾਂ 'ਤੇ ਵਿਸ਼ਵਾਸ ਕਰਦੇ ਹਾਂ। ਇੱਕ ਬਾਹਰ ਆਉਣ ਦਾ, ਚਾਹੇ ਲੜਕੀ ਹੋਵੇ ਚਾਹੇ ਲੜਕਾ ਹੋਵੇ, ਅਸੀਂ ਨਾ ਪੁੱਛ ਪੜਤਾਲ ਕਰਨ ਦੇ, ਬਿਲਕੁਲ ਅਸੀਂ ਉਸੇ ਤਰ੍ਹਾਂ ਹੀ ਉਹਨਾਂ 'ਤੇ ਲੋਕਾਂ 'ਤੇ ਯਕੀਨ ਕਰਕੇ ਅਸੀਂ ਇਹ ਕੰਮ ਕਰ ਬੈਠਦੇ ਹਾਂ। ਮੁੜ ਕੇ ਅਸੀਂ ਆਪਣਾ ਜੋ ਪੈਸਾ ਵੀ ਆ ਸਾਰਾ ਕੁਝ ਗਵਾ ਕੇ ਫਿਰ ਪਛਤਾਉਂਦੇ ਹਾਂ।
ਤੇ ਬਿਹਤਰ ਇਹੀ ਆ ਕਿ ਅਸੀਂ ਜਦੋਂ ਇਹੋ ਜਿਹਾ ਕੰਮ ਕਰਨਾ ਉਹਦੀ ਪੁੱਛ ਪੜਤਾਲ ਕੀਤੀ ਜਾਵੇ ਕਿ ਇਹ ਠੀਕ ਆ ਜਾਂ ਗਲਤ ਆ। ਸੋ ਇਹਨਾਂ ਗੱਲਾਂ ਨੂੰ, ਇਹ ਜਿਹੜੀਆਂ ਖਬਰਾਂ ਸਾਨੂੰ ਇਸੇ ਗੱਲ ਤੋਂ ਸੁਚੇਤ ਕਰਦੀਆਂ ਜੀ। ਇਹ ਸਰਦਾਰ ਖੱਖ ਜੀ, ਆਮ ਤੌਰ 'ਤੇ ਸਾਡੇ ਸਮਾਜ ਦੇ ਵਿੱਚ ਇਹ ਇਲਜ਼ਾਮ ਲੜਕਿਆਂ ਤੇ NRIs 'ਤੇ ਲੱਗਦਾ ਆਇਆ ਕਿ ਉਹ ਇੱਥੇ ਆ ਕੇ ਹਾਂਜੀ ਲੜਕੀਆਂ ਦੇ ਨਾਲ, ਪਰਿਵਾਰਾਂ ਦੇ ਨਾਲ ਧੋਖਾ ਕਰ ਜਾਂਦੇ ਆ, ਵਿਆਹ ਕਰਾ ਕੇ ਚਲੇ ਜਾਂਦੇ, ਮੁੜ ਕੇ ਆਉਂਦੇ ਨਹੀਂ ਹਨ, ਉਹਨਾਂ ਨੂੰ ਲੜਕੀਆਂ ਨੂੰ ਵਿਦੇਸ਼ ਦੇ ਵਿੱਚ ਲੈ ਕੇ ਨਹੀਂ ਜਾਂਦੇ ਹਨ, ਅਤੇ ਹੁਣ ਲੜਕੀਆਂ ਵੀ ਉਸੇ ਰਾਹ 'ਤੇ ਤੁਰ ਪਈਆਂ ਲੱਗਦੀਆਂ। ਜੌਲ ਸਾਹਿਬ, ਗੱਲ ਇਹ ਆ ਕਿ ਲੜਕੇ ਲੜਕੀਆਂ ਦਾ ਜੇ ਇਸ ਕੰਮ ਵੱਲ ਦੇਖਿਆ ਜਾਵੇ ਤਾਂ ਬਰਾਬਰ ਦਾ ਯੋਗਦਾਨ ਪਾਇਆ ਜਾ ਰਿਹਾ। ਦੂਸਰੀ ਗੱਲ ਇਹ ਆ ਕਿ ਜੇ ਵਿਦੇਸ਼ਾਂ ਵੱਲ ਨੂੰ ਗੱਲ ਦੇਖੀ ਜਾਵੇ, ਉੱਧਰੋਂ ਵੀ ਧੋਖੇ ਹੋ ਰਹੇ ਆ ਅਤੇ ਇੱਧਰੋਂ ਵੀ ਧੋਖੇ ਹੋ ਰਹੇ ਆ। ਦੇਸ਼ ਵੱਲੋਂ ਵੀ ਹੋ ਰਹੇ, ਵਿਦੇਸ਼ ਵੱਲੋਂ ਵੀ ਹੋ ਰਹੇ। ਤੁਸੀਂ ਪਿਛਲੇ ਸਮੇਂ ਦੌਰਾਨ ਇਹ ਵੀ ਦੇਖਿਆ ਹੋਵੇਗਾ ਕਿ ਜਿਹੜੀਆਂ ਲੜਕੀਆਂ ਇੱਧਰੋਂ ਵਿਦੇਸ਼ੀ ਲਾੜਿਆਂ ਨਾਲ ਵਿਆਹ ਕੇ ਗਈਆਂ, ਉਹਨਾਂ ਨੇ ਉੱਥੇ ਜਾ ਕੇ ਏਅਰਪੋਰਟਾਂ 'ਤੇ ਲਾਈਨਾਂ ਹੋਰ ਬਦਲ ਲਈਆਂ, ਹੋਰ ਕਿਸੇ ਦੇ ਚਲੇ ਗਈਆਂ। ਸੋ ਇੱਦਾਂ ਦੀ ਗੱਲ ਲੜਕਿਆਂ ਦੀ ਵੀ ਸੀ। ਜਿਹੜੀਆਂ ਉੱਧਰੋਂ ਲੜਕੀਆਂ ਨਾਲ ਇੱਧਰਲੇ ਲੜਕੇ ਵਿਆਹੇ ਗਏ, ਉਹ ਵੀ ਕਿਸੇ ਧੋਖਾ ਦੇ ਕੇ ਹੋਰ ਪਾਸੇ ਚਲੇ ਗਏ। ਸੋ ਗੱਲ ਇਹ ਆ ਕਿ ਦੇਸ਼ ਵਾਲੇ ਵਿਦੇਸ਼ ਵਾਲੇ ਬਰਾਬਰ ਦਾ, ਮੈਂ ਕਹਿੰਦਾ ਵੀ ਇਹ ਇੱਕ ਤਰ੍ਹਾਂ ਦਾ ਜਿਹੜਾ ਆਪਣਾ ਮਤਲਬ ਕੱਢਣ ਦਾ ਇੱਕ ਜ਼ਰੀਆ ਬਣਾਇਆ ਹੋਇਆ, ਦੂਸਰੇ ਨਾਲ ਵਿਸ਼ਵਾਸਘਾਤ ਕਰਨ ਦਾ ਜਿਹੜਾ ਆ ਇਹ ਜਿਹੜੀ ਪ੍ਰਕਿਰਿਆ ਚੱਲਦੀ ਆ, ਇਹਦੇ ਵਿੱਚੋਂ ਇੱਕ ਦੂਜੇ ਦੀ ਬੇਵਿਸ਼ਵਾਸੀ ਦਾ ਜਿਹੜਾ ਉਹ ਸਾਹਮਣੇ ਆਉਂਦੀ ਆ ਕਿ ਅਸੀਂ ਕਿਸੇ 'ਤੇ ਯਕੀਨ ਕਰੀਏ ਕਿ ਨਾ ਕਰੀਏ। ਇਸ ਦੁਬਿਧਾ ਦੇ ਵਿੱਚ ਅੱਜ ਮੈਂ ਸਮਝਦਾ ਕਿ ਸਾਡੇ ਲੋਕ ਫਸੇ ਹੋਏ ਆ ਜੀ। ਤੁਸੀਂ ਕਿਹਾ ਜੀ ਧੋਖੇ ਇੱਧਰ ਵੀ ਹੋ ਰਹੇ ਆ, ਧੋਖੇ ਉੱਧਰ ਵੀ ਹੋ ਰਹੇ ਆ। ਸੋ ਗਏ ਤੇ ਲੇਕਿਨ ਕਿ ਉੱਧਰਲੇ ਲੋਕ ਵੀ ਇੱਧਰੋਂ ਹੀ ਹੋਏ ਆ। ਅਤੇ ਜਦੋਂ ਆਪਾਂ ਇਹੋ ਜਿਹਿਆਂ ਨੂੰ ਮਿਲਦੇ ਹਾਂ ਜੀ, ਇਹੋ ਜਿਹੀਆਂ ਠੱਗੀਆਂ ਫਰੇਬ ਕਰਨ ਵਾਲਿਆਂ ਨੂੰ, ਪਰ ਕਮਾਲ ਦੀ ਗੱਲ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਧਰ ਧੋਖਾ ਕਰਨ ਵਾਲੇ ਵੀ ਰਗੜ ਕੇ ਨਮਸਕਾਰ ਹੋਈ ਜਾ ਰਹੇ ਆ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਉੱਥੇ ਬੈਠੇ ਵੀ ਨੱਕ ਬੜਾ ਰਗੜੀ ਜਾ ਰਹੇ ਆ, ਅਤੇ ਨਾਲ ਇੱਦਾਂ ਦੇ ਫਰਾਡ ਵੀ ਕਰੀ ਜਾ ਰਹੇ ਆ। ਜੌਲ ਸਾਹਿਬ, ਗੱਲ ਇਹ ਆ ਕਿ ਇਹ ਤੁਸੀਂ ਬਹੁਤ ਵਧੀਆ ਸਵਾਲ ਉਠਾਇਆ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਤੇ ਸਿਰਫ ਇੱਕ ਕਿਤਾਬ ਸਮਝ ਕੇ ਮੱਥਾ ਟੇਕਦੇ ਹਾਂ। ਜੇ ਅਸੀਂ ਹਾਜ਼ਰ ਨਾਜ਼ਰ ਗੁਰੂ ਸਮਝੀਏ ਹਾਂਜੀ ਤਾਂ ਫਿਰ ਪਾਪ ਕੰਬਦੇ ਸਾਡੇ, ਅਸੀਂ ਕਿਸ ਦੇ ਅੱਗੇ ਕੀ ਕਰ ਰਹੇ ਹਾਂ। ਪਰ ਗੱਲ ਇਹ ਆ ਕਿ ਸਾਡਾ ਰੁਝਾਨ ਸਿਰਫ ਤੇ ਸਿਰਫ ਇਹ ਆ, ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਕੋਈ ਸਾਨੂੰ ਵੇਖਦਾ ਨਹੀਂ, ਅਸੀਂ ਦੇਖਦੇ ਪੈਸੇ ਵੱਲ ਅਤੇ ਸਾਨੂੰ ਕੁਝ ਨਹੀਂ ਦਿਸਦਾ, ਅਸੀਂ ਅੰਨੇ ਹੋਏ ਸਭ ਕੁਝ ਕਰਦੇ ਹਾਂ। ਅਤੇ ਜਦੋਂ ਅਸੀਂ ਕੜਿੱਕੀ 'ਚ ਫਸਦੇ ਹਾਂ, ਜਦੋਂ ਐਸੀ ਘੁੰਮਣ ਘੇਰੀ 'ਚ ਆਉਂਦੇ ਹਾਂ, ਫਿਰ ਅਸੀਂ ਉਸੇ ਗੁਰੂ 'ਤੇ ਅੱਗੇ ਲਿਲਕੜੀਆਂ ਕੱਢਦੇ ਹਾਂ ਕਿ ਹੁਣ ਸਾਨੂੰ ਬਚਾ। ਜੇ ਪਹਿਲਾਂ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਿਆ ਤਾਂ ਹੁਣ ਕਿਵੇਂ ਸਮਝ ਦਿਓ। ਪਹਿਲੀ ਗੱਲ ਤਾਂ ਇਸ ਗੱਲ ਦਾ ਸਵਾਲ ਹੁੰਦਾ। ਸੋ ਗੱਲ ਇਹ ਆ ਕਿ ਅਸੀਂ ਲੋਕ ਮਤਲਬ ਪ੍ਰਸਤ ਇੰਨੇ ਹੋ ਗਏ ਹਾਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਉੱਥੇ AC ਲਾ ਸਕਦੇ ਹਾਂ, ਪੱਖੇ ਲਾ ਸਕਦੇ ਹਾਂ, ਅਸੀਂ ਸਿਆਲ ਨੂੰ ਤਲਾਈਆਂ ਰਜਾਈਆਂ ਉੱਪਰ ਵਿਛਾ ਸਕਦੇ ਹਾਂ, ਤਾਂ ਮੈਂ ਸਮਝਦਾ ਵੀ ਗੁਰਦੁਆਰਿਆਂ ਦੇ ਵਿੱਚ ਬੈਠੇ ਉਹ ਲੋਕ ਦੱਸਣ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜੇ ਇਹ ਝਗੜੇ ਹੁੰਦੇ ਆ, ਜੋ ਮਨ ਦੇ ਵਿੱਚ ਕਪਟ ਹੁੰਦੇ ਆ, ਅਸੀਂ ਕਾਨਫਰੰਸਾਂ ਕਰਦੇ, ਜੋ ਕੁਝ ਵੀ ਗੁਰਦੁਆਰਿਆਂ ਦੇ ਵਿੱਚ ਆਨੰਦ ਕਾਰਜ ਦੀ ਵੀ ਗੱਲ ਕਰ ਲਓ, ਜੋ ਕੁਝ ਹੁੰਦਾ ਆ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਹਾਂ ਕਿ ਜਾਂ ਅਸੀਂ ਉਹਨੂੰ ਮਤਲਬ ਇੱਕ ਮਹਿਜ ਇੱਕ ਕਿਤਾਬ ਸਮਝ ਕੇ ਕਰਦੇ ਹਾਂ। ਸੋ ਇਹ ਬੜਾ ਵੱਡਾ ਇੱਕ ਸਵਾਲ ਆ ਇਹ ਸਾਡੇ ਸਮਾਜ ਦੇ ਵਿੱਚ। ਜੇ ਗੁਰੂ ਨੂੰ ਗੁਰੂ ਮੰਨ ਕੇ ਕਰਦੇ ਤਾਂ ਮਿੱਤਰੋ ਫਿਰ ਸਮਝ ਲਓ ਕਿ ਤੁਹਾਡਾ ਬੇੜਾ ਪਾਰ ਨਹੀਂ ਹੋਣਾ, ਡੁੱਬਣਾ। ਅਤੇ ਜੇ ਕਿਤਾਬ ਸਮਝਦੇ ਹਾਂ, ਮਖੌਲ ਕਰਦੇ ਹਾਂ, ਤਾਂ ਵੀ ਤੁਹਾਡਾ ਮਖੌਲ ਜਿਹੜਾ ਉੱਡਣਾ ਹੀ ਉੱਡਣਾ। ਸੋ ਗੱਲ ਆ ਕਿ ਜੇ ਤਾਂ ਗੁਰੂ ਨੂੰ ਗੁਰੂ ਮੰਨਣਾ ਤਾਂ ਫਿਰ ਭੈ ਵਿੱਚ ਰਹਿ ਕੇ ਚੰਗੇ ਕੰਮ ਕਰਨੇ ਪੈਣਗੇ, ਅਤੇ ਜੇ ਨਹੀਂ ਤਾਂ ਫਿਰ ਤੁਸੀਂ ਮੱਥਾ ਨਾ ਹੀ ਟੇਕੋ ਅਤੇ ਨਾ ਹੀ ਗੁਰੂ ਦੇ ਦਰ ਜਾ ਕੇ ਇੱਦਾਂ ਦੇ ਕੰਮ ਕਰੋ। ਬਿਲਕੁਲ ਜੀ, ਤੁਸੀਂ ਨੱਕ ਭਾਵੇਂ ਘੱਟ ਰਗੜੋ। ਹਾਂਜੀ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬਾਨਾਂ ਵੱਲ ਨੂੰ, ਧਾਰਮਿਕ ਸਥਾਨਾਂ ਵੱਲ ਨੂੰ ਬੜੀਆਂ ਸਾਡੀਆਂ ਵਹੀਰਾਂ ਹੁੰਦੀਆਂ ਨੇ, ਸਾਰਾ ਸਾਲ ਅਸੀਂ ਆਉਂਦੇ ਰਹਿੰਦੇ ਹਾਂ, ਜਾਂਦੇ ਰਹਿੰਦੇ ਹਾਂ, ਬਾਣੀ ਸਾਨੂੰ ਬੜੀ ਕੰਠ ਹੁੰਦੀ ਹੈ, ਸਵੇਰੇ ਸ਼ਾਮ ਭੁੱਲਦੇ ਨਹੀਂ ਅਸੀਂ ਪਾਠ ਕਰਨਾ। ਅੱਛੀ ਗੱਲ ਹੈ, ਕਰਨਾ ਚਾਹੀਦਾ ਹੈ, ਪਰ ਲੇਕਿਨ ਕਿ ਜੀਵਨ ਦੇ ਵਿੱਚ ਅਪਣਾਉਣਾ ਵੀ ਚਾਹੀਦਾ ਹੈ। ਅਸੀਂ ਕਈ ਵਾਰੀ ਇਹ ਹੈ ਕਿ ਪਾਠ ਕਰਨ ਦੀ ਪਰੰਪਰਾ ਨੂੰ ਬਹੁਤ ਅਪਣਾਇਆ ਹੋਇਆ ਜੀਵਨ ਦੇ ਵਿੱਚ, ਲੇਕਿਨ ਕਿ ਕਾਫੀ ਸਾਰੇ ਸਾਡੇ ਜ਼ਿੰਦਗੀ ਦੇ ਵਿੱਚ ਰੋਣੇ ਇਸ ਕਰਕੇ ਪਏ ਹੁੰਦੇ ਆ ਕਿ ਉਹ ਜੋ ਪਾਠ ਹੈ ਨਾ, ਜਿਹੜਾ ਅਸੀਂ ਕਰਦੇ ਹਾਂ ਰੋਜ਼ ਸਵੇਰੇ ਸ਼ਾਮ, ਉਹਦੇ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਬਣਾਇਆ ਹੁੰਦਾ, ਜੀਵਨ ਨੂੰ ਉਹਦਾ ਚਲਾਇਆ ਨਹੀਂ ਹੁੰਦਾ। ਜੇ ਥੋੜ੍ਹੀ ਜਿਹੀ ਬਾਣੀ ਦੇ ਵੀ ਅਨੁਸਾਰ ਆਪਣੇ ਜੀਵਨ ਨੂੰ ਚਲਾ ਲਿਆ ਜਾਵੇ ਤਾਂ ਫਿਰ ਬਹੁਤਾ ਨੱਕ ਰਗੜਨ ਦੀ ਲੋੜ ਨਹੀਂ, ਲੇਕਿਨ ਕਿ ਉਸ ਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਗੁਰੂ ਸਾਹਿਬਾਂ ਦੇ ਆਦੇਸ਼ਾਂ ਦੇ ਅਨੁਸਾਰ ਚੱਲਣ ਦਾ ਹੋਵੇਗਾ ਜ਼ਿਆਦਾ ਮਹੱਤਵ। ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ। ਇਹ ਤਰਨਤਾਰਨ ਦੇ ਲਾਗਿਓਂ ਖਬਰ ਹੈ ਜੀ, ਠੱਠਾ ਪਿੰਡ ਆ ਉੱਥੇ, ਅਤੇ ਆਪਾਂ ਇਹ ਨੱਕ ਰਗੜਨ ਵਾਲੀ ਗੱਲ ਕਰਦੇ ਹਾਂ, ਧਾਰਮਿਕ ਸਥਾਨਾਂ 'ਤੇ ਬੜਾ ਆਪਣਾ ਵਿਸ਼ਵਾਸ ਦਿਖਾਉਣ ਵਾਲੀ ਗੱਲ ਕਰਦੇ ਹਾਂ। ਕਈ ਵਾਰੀ ਸਾਨੂੰ ਹੁੰਦਾ ਕਿ ਅਸੀਂ ਮੱਥਾ ਟੇਕ ਲਿਆ, ਇੰਨਾ ਹੀ ਕਾਫੀ ਹੈ, ਪਰ ਇੱਦਾਂ ਨਹੀਂ ਹੁੰਦਾ ਜੀ। ਇਹ ਭਰਾ ਨੇ ਜੀ ਦੋ ਸਕੇ, ਇੱਕ ਥੋੜ੍ਹਾ ਜਿਹਾ ਪੜ੍ਹਿਆ ਹੋਇਆ ਹੈ, ਉਹਦੇ ਤੋਂ ਸਿਆਣਪ ਦੀ ਵੈਸੇ ਤਾਂ ਆਸ ਰੱਖੀ ਜਾਂਦੀ ਹੈ, ਅਤੇ ਦੂਸਰਾ ਅਨਪੜ੍ਹ ਹੈ। ਹੋਇਆ ਇਹ ਕਿ ਅਨਪੜ੍ਹ ਵਿਅਕਤੀ ਕਿਉਂਕਿ ਅੰਗੂਠਾ ਹੀ ਲਗਾ ਸਕਦਾ, ਉਹ ਪੜ੍ਹ ਵੀ ਨਹੀਂ ਸਕਦਾ, ਲਿਖ ਵੀ ਨਹੀਂ ਸਕਦਾ,
ਉਸ ਕੋਲੋਂ ਜਿਹੜੀ 16 ਕਨਾਲ ਜ਼ਮੀਨ ਸੀ ਦੋਨਾਂ ਭਰਾਵਾਂ ਦੀ, ਉਹ ਇੱਕ ਭਰਾ ਜਿਹੜਾ ਕਿ ਥੋੜ੍ਹਾ ਪੜ੍ਹਿਆ ਲਿਖਿਆ, ਉਹਨੇ ਅਨਪੜ੍ਹ ਭਰਾ ਨੂੰ ਬਿਨਾਂ ਦੱਸੇ ਹਾਂਜੀ ਉਸ ਦਾ ਅੰਗੂਠਾ ਲਗਵਾ ਲਿਆ ਅਤੇ ਉਸ ਦੀ ਜਿਹੜੀ 8 ਕਨਾਲ ਜ਼ਮੀਨ ਹੈ ਉਹ ਵੀ ਆਪਣੇ ਹੜੱਪਣ ਦੀ ਕੋਸ਼ਿਸ਼ ਕੀਤੀ। ਸੋ ਭਰਾ ਨੂੰ ਲੇਕਿਨ ਕਿ ਇਹ ਜ਼ਮੀਨ 'ਤੇ ਅੰਗੂਠਾ ਲਗਾਉਣ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਉਹ ਕਾਬਜ਼ ਹੋ ਗਿਆ, ਫਿਰ ਪਤਾ ਲੱਗਾ ਕਿ ਉਸ ਦੇ ਨਾਲ ਧੋਖਾ ਹੋ ਗਿਆ। ਹੁਣ ਪੁਲਿਸ ਦੇ ਕੋਲ ਕੇਸ ਪਹੁੰਚਾ ਹੋਇਆ ਹੈ। ਸੋ ਇਹ ਸਕੇ ਭਰਾ ਨੇ ਆਪਣੇ ਸਕੇ ਭਰਾ ਦੀ ਜ਼ਮੀਨ ਧੋਖੇ ਨਾਲ ਹਥਿਆ ਲਈ ਜੀ। ਜੌਲ ਸਾਹਿਬ, ਚਾਹੇ ਕੋਈ ਭਰਾ ਹੋਏ, ਚਾਹੇ ਭੈਣ ਹੋਏ, ਚਾਹੇ ਮਾਂ ਹੋਏ, ਚਾਹੇ ਬਾਪ ਹੋਵੇ, ਚਾਹੇ ਘਰ ਵਾਲੀ ਹੋਣ, ਚਾਹੇ ਸਾਡੇ ਬੱਚੇ ਆ, ਸਾਡੀ ਕਮਜ਼ੋਰੀ ਦਾ ਫਾਇਦਾ ਕਿਸੇ ਨਾ ਤਰੀਕੇ ਨਾਲ ਅੱਜ ਦੇ ਸਮੇਂ ਵਿੱਚ ਲਿਆ ਜਾ ਰਿਹਾ। ਇਸੇ ਤਰ੍ਹਾਂ ਇਸ ਭਰਾ ਨੇ ਉਹਦੀ ਅਨਪੜ੍ਹਤਾ ਦੀ ਕਮਜ਼ੋਰੀ ਦਾ ਫਾਇਦਾ ਲਿਆ ਵੀ ਸ਼ਾਇਦ ਇਸੇ ਤਰ੍ਹਾਂ ਮੈਂ ਇਹਦੇ ਕੋਲੋਂ ਇਹਨੂੰ ਧੋਖੇ 'ਚ ਰੱਖ ਕੇ ਜ਼ਮੀਨ ਹੜੱਪ ਲਵਾਂ। ਅਤੇ ਉਹ ਗੱਲ ਆ ਕਿ ਉਹਨੇ ਭਰਾ ਵਾਲੀ ਗੱਲ ਜਿਹੜੀ ਆ ਉਹ ਰਿਸ਼ਤਿਆਂ ਵਾਲੀ ਗੱਲ ਭੁੱਲ ਕੇ ਉਹਨੇ ਜਾਇਦਾਦ ਨੂੰ ਪਹਿਲ ਦਿੱਤੀ। ਅਤੇ ਜਦੋਂ ਇਹ ਕਾਬਜ਼ ਹੋਇਆ ਤਾਂ ਉਹਨੇ ਇਹ ਮਨ 'ਚ ਸਮਝਿਆ ਹੁਣ ਇਹ ਮੇਰਾ ਕੁਝ ਨਹੀਂ ਕਰ ਸਕਦਾ। ਸੋ ਸਮਾਂ ਇੱਦਾਂ ਦਾ ਆ ਗਿਆ ਕਿ ਘੱਟੋ ਘੱਟ ਉਹਨੂੰ ਇਸ ਗੱਲ ਦਾ ਤਾਂ ਅਹਿਸਾਸ ਹੋਇਆ ਜਿਹਨੇ ਅੰਗੂਠਾ ਲਾਇਆ ਕਿ ਇਹਨੇ ਮੇਰੇ ਜ਼ਬਰਦਸਤੀ ਜਿਹੜਾ ਕਬਜ਼ਾ ਵੀ ਕੀਤਾ ਔਰ ਮੇਰੇ ਨਾਲ ਧੋਖਾ ਕੀਤਾ। ਅਖੀਰ ਜੇ ਉਹ ਨਹੀਂ ਸੀ ਪੜ੍ਹਿਆ ਤਾਂ ਉਹਨੇ ਘੱਟੋ ਘੱਟ ਰੌਲਾ ਪਾਇਆ, ਆਂਢ ਗੁਆਂਢ, ਪਿੰਡ ਦੀ ਪੰਚਾਇਤ, ਥਾਣੇ ਤੱਕ ਪਹੁੰਚ ਕੀਤੀ, ਤਾਂ ਹੀ ਉਹਨੂੰ ਮਤਲਬ ਇਹ ਆ ਵੀ ਇਹ ਸਾਡੀ ਖਬਰ ਤੱਕ ਪਹੁੰਚਾ, ਖਬਰਾਂ ਤੱਕ ਆਇਆ। ਸੋ ਗੱਲ ਇਹ ਆ ਕਿ ਇਹ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਜੇ ਕੋਈ ਅਨਪੜ੍ਹਿਆ ਤਾਂ ਉਹਦੇ ਨਾਲ ਧੋਖਾ ਕਰ ਲਈ, ਉਹਨੂੰ ਪਤਾ ਨਹੀਂ। ਹੁਣ ਜੇ ਨਹੀਂ ਪੜ੍ਹੇ ਲਿਖੇ ਲੋਕ ਤਾਂ ਸੁਚੇਤ ਜ਼ਰੂਰ ਹੋ ਗਏ ਆ, ਆਪਣੇ ਹੱਕ ਨੂੰ ਲੈਣ ਵਾਸਤੇ ਉਹ ਕੋਈ ਨਾ ਕੋਈ ਆਸ-ਪਾਸੇ ਤੋਂ ਜਾਣਕਾਰੀ ਜ਼ਰੂਰ ਲੈ ਲੈਂਦੇ ਆ। ਸੋ ਇਹ ਆ ਵੀ ਇੱਕ ਪਾਸੇ ਧੋਖੇ ਹੋ ਰਹੇ ਆ, ਦੂਜੇ ਪਾਸੇ ਲੋਕ ਸੁਚੇਤ ਵੀ ਹੋ ਰਹੇ ਆ। ਪਰ ਇਹ ਆ ਵੀ ਜਿਹੜਾ ਜੁਰਮ ਆ, ਜੋ ਸਾਡੇ ਧਰਤੀ 'ਤੇ ਅਨਿਆਂ ਆ, ਉਹ ਵੱਧ ਰਿਹਾ। ਨਿਆਂ ਵਾਲਾ ਪਾਸਾ ਜਿਹੜਾ ਜਾਂ ਰਿਸ਼ਤੇਦਾਰੀ ਦਾ ਵਾਲਾ ਪਾਸਾ ਜਾਂ ਅਸੀਂ ਨੈਤਿਕ ਗੁਣਾਂ ਦੀ ਗੱਲ ਜਿਹੜੀ ਕਰਦੇ ਹਾਂ ਉਹ ਘਟ ਰਹੇ ਆ। ਇਸੇ ਕਰਕੇ ਜਿਹੜਾ ਇਹ ਕਲੇਸ਼ ਦਾ ਮੁੱਢ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਾਡੀ ਧਰਤੀ 'ਤੇ ਇਹ ਵੱਧ ਰਿਹਾ ਜੀ। ਅੱਛਾ, ਤੁਸੀਂ ਕਹਿ ਰਹੇ ਜੀ ਅਨੈਤਿਕਤਾ ਵੱਧ ਰਹੀ ਆ, ਪਰ ਦੂਸਰੇ ਪਾਸੇ ਦੇਖਿਆ ਜਾਵੇ ਸਮੇਂ ਦੇ ਚੱਲਦਿਆਂ ਪੜ੍ਹਾਈ ਵਧੀ ਆ, ਵਿੱਦਿਅਕ ਅਦਾਰੇ ਵੱਡੇ ਵੱਡੇ ਬਣ ਗਏ, ਯੂਨੀਵਰਸਿਟੀਆਂ ਕਿੰਨੀਆਂ ਖੁੱਲ੍ਹ ਰਹੀਆਂ ਨੇ, ਕਾਲਜ ਕਿੰਨੇ ਖੁੱਲ੍ਹ ਰਹੇ ਆ, ਸਕੂਲ ਤਾਂ ਹਰ ਗਲੀ ਮੁਹੱਲੇ ਦੇ ਵਿੱਚ ਖੁੱਲ੍ਹਦਾ ਨਜ਼ਰ ਆ ਰਿਹਾ ਹੈ। ਪੜ੍ਹੀ ਲਿਖੀ ਜਾ ਰਹੇ ਹਾਂ ਅਸੀਂ। ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਕੋਲ ਭਾਵੇਂ ਬਹੁਤੀ ਕੋਈ ਵੱਡੀ ਵਿੱਦਿਆ ਨਹੀਂ ਸੀ ਹੁੰਦੀ ਪੜ੍ਹਾਈ ਲਿਖਾਈ ਦੀ, ਅਨਪੜ੍ਹ ਲੋਕ ਵਿਚਾਰੇ ਆਪਸ ਦੇ ਵਿੱਚ ਝੱਟ ਸਹਿਮਤ ਹੋ ਜਾਂਦੇ ਸੀਗੇ। ਸੋ ਜਿੰਨੇ ਜ਼ਿਆਦਾ ਵਿਵਾਦ ਅਸੀਂ ਆਲੇ ਦੁਆਲੇ ਦੇ ਵਿੱਚ ਦੇਖਦੇ ਹਾਂ, ਇਹ ਪੜ੍ਹਿਆਂ ਲਿਖਿਆਂ ਲੋਕਾਂ ਦੇ ਹੀ ਪਾਏ ਹੋਏ ਆ, ਜਾਂ ਪੜ੍ਹਿਆਂ ਲਿਖਿਆਂ ਲੋਕਾਂ ਵੱਲੋਂ ਇੱਕ ਤਰੀਕੇ ਦੇ ਨਾਲ ਆਪਸ ਦੇ ਵਿੱਚ ਜ਼ਿਆਦਾ ਸਮੱਸਿਆਵਾਂ ਜੋ ਇਸ ਕਿਸਮ ਦੀਆਂ ਸਹੇੜੀਆਂ ਜਾਂਦੀਆਂ ਨੇ। ਸੋ ਪੜ੍ਹਾਈ ਲਿਖਾਈ ਦਾ ਮਤਲਬ ਤਾਂ ਸਰਦਾਰ ਖੱਖ ਜੀ ਇਹ ਹੁੰਦਾ ਕਿ ਇਨਸਾਨ ਬਿਹਤਰ ਹੋਵੇਗਾ, ਪਰ ਸਮੇਂ ਦੇ ਚੱਲਦਿਆਂ ਜੇ ਪੜ੍ਹਾਈ ਵੱਧ ਰਹੀ ਹੈ, ਸਰਟੀਫਿਕੇਟ ਵੱਡੇ ਵੱਡੇ ਸਾਡੀਆਂ ਜੇਬਾਂ 'ਚ ਆ ਰਹੇ ਨੇ, ਲੇਕਿਨ ਕਿ ਸਮੱਸਿਆਵਾਂ ਤਾਂ ਸਾਡੀਆਂ ਹੋਰ ਵੀ ਗੰਭੀਰ ਹੁੰਦੀਆਂ ਜਾ ਰਹੀਆਂ। ਜੌਲ ਸਾਹਿਬ, ਇਹ ਜਿਹੜੀ ਪੜ੍ਹਾਈ ਮਹਿਜ ਕਿਤਾਬਾਂ ਨਾਲ ਮੱਥਾ ਮਾਰਨ ਵਾਲੀ ਮੈਂ ਗੱਲ ਸਮਝਦਾ। ਜੇ ਅਸੀਂ ਇਹ ਦੇਖੀਏ ਕਿ ਸਾਡੇ ਦਿਮਾਗੀ ਵਿਕਾਸ ਹੋਇਆ ਜਾਂ ਸਾਡਾ ਕੋਈ ਮਾਨਸਿਕ ਵਿਕਾਸ ਹੋਇਆ ਇਸ ਪੜ੍ਹਾਈ ਦੇ ਨਾਲ, ਤਾਂ ਮੈਂ ਸਮਝਦਾ ਜ਼ੀਰੋ ਆ। ਕਿਉਂਕਿ ਜਿੰਨੀਆਂ ਵੀ ਸਾਡੀਆਂ ਵਿੱਦਿਅਕ ਸੰਸਥਾਵਾਂ ਦੇ ਵਿੱਚ ਵਿੱਦਿਆ ਪੜ੍ਹਾਈ ਜਾਂਦੀ ਆ, ਤੁਸੀਂ ਵੀ ਪੜ੍ਹੇ, ਮੈਂ ਵੀ ਪੜ੍ਹਿਆ, ਅੱਜ ਤੱਕ ਪਹਿਲੀ ਤੋਂ ਲੈ ਕੇ 10ਵੀਂ ਤੱਕ, 10ਵੀਂ ਤੋਂ +2 ਅਤੇ BA ਫਾਈਨਲ ਤੱਕ ਅਸੀਂ ਪੜ੍ਹੇ ਹਾਂ। ਪਰ ਮੈਨੂੰ ਵੀ ਕੋਈ ਇੱਦਾਂ ਦੀ ਕਿਤਾਬ ਨਹੀਂ ਸਾਡੇ ਸਿਲੇਬਸ ਦੇ ਵਿੱਚ ਆਈ ਦਿਸਦੀ ਵੀ ਜਿਹਦੇ ਨਾਲ ਕਿਸੇ ਦੇ ਆਚਰਣ ਦੇ ਵਿੱਚ ਵਿਕਾਸ ਹੁੰਦਾ ਹੋਵੇ, ਕਿਸੇ ਦੇ ਨੈਤਿਕ ਗੁਣਾਂ ਦੀ ਕੋਈ ਧਾਰਨੀ ਬਣਦਾ ਹੋਵੇ, ਆਚਾਰ ਵਿਹਾਰ ਦੇ ਵਿੱਚ ਕੋਈ ਚੰਗੀ ਗੱਲ ਬਣਦੀ ਦਿਸਦੀ ਹੋਵੇ। ਸੋ ਜਦੋਂ ਸਾਡੇ ਸਿਲੇਬਸ ਦੇ ਵਿੱਚੋਂ ਇਹ ਗੱਲਾਂ ਮਨਫੀ ਕੀਤੀਆਂ ਗਈਆਂ ਜਾਂ ਸਾਡੇ ਇਹ ਸਿੱਖਿਆ ਸ਼ਾਸਤਰੀ ਜਿਹੜੇ ਆ ਉਹ ਚਾਹੁੰਦੇ ਨਹੀਂ, ਤਾਂ ਫਿਰ ਅਸੀਂ ਇਹ ਜਿਹੜੇ ਲੋਕੀ ਪੜ੍ਹੇ ਲਿਖਿਆ ਮਹਿਜ ਇੱਕ ਕਿਤਾਬੀ ਕੀੜੇ ਕਹਿ ਸਕਦੇ ਹਾਂ, ਜਾਂ ਇਹ ਡਿਗਰੀਆਂ ਤੱਕ ਦੌੜ ਜਿਹੜੀ ਆ ਇਹ ਲੱਗੀ ਆ ਉਹੀ ਹੋ ਸਕਦੀ ਆ। ਪਰ ਇਹ ਜਿਹੜੇ ਆ ਨਾ, ਅਸੀਂ ਪੜ੍ਹੇ ਲਿਖੇ ਨਹੀਂ ਕਹਿ ਸਕਦੇ, ਇਹ ਕਿਤਾਬੀ ਕੀੜੇ ਜਾਂ ਡਿਗਰੀਆਂ ਤੱਕ ਸੀਮਤ ਡਿਗਰੀ ਹੋਲਡਰ ਜ਼ਰੂਰ ਕਹਿ ਸਕਦੇ ਹਾਂ। ਬਿਲਕੁਲ ਜੀ। ਸੋ ਪੜ੍ਹਿਆਂ ਲਿਖਿਆਂ ਦੀ ਗਿਣਤੀ ਲੇਕਿਨ ਕਿ ਹੁਣ ਵੱਧਦੀ ਜਾ ਰਹੀ ਹੈ ਜੇਲ੍ਹਾਂ ਦੇ ਵਿੱਚ ਵੀ, ਭਾਵੇਂ ਕਿ ਅਨਪੜ੍ਹਾਂ ਅਤੇ ਅੱਧਪੜ੍ਹਾਂ ਦੀ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਪੜ੍ਹਿਆਂ ਲਿਖਿਆਂ ਦੇ ਮੁਕਾਬਲੇ ਘੱਟ ਹੈ। ਪਰ ਜਿਉਂ-ਜਿਉਂ ਪੜ੍ਹਾਈ ਜ਼ਿਆਦਾ ਆਉਂਦੀ ਜਾਂਦੀ ਹੈ, ਸਰਟੀਫਿਕੇਟ ਵੱਡੇ ਵੱਡੇ ਜੇਬ ਦੇ ਵਿੱਚ ਪੈਂਦੇ ਜਾਂਦੇ ਨੇ, ਛੇਤੀ ਅਮੀਰ ਹੋਣ ਅਤੇ ਬਹੁਤ ਸਾਰਾ ਧਨ ਸੰਪਦਾ ਇਕੱਠਾ ਕਰਨ ਦਾ ਲਾਲਚ ਵੱਧਦਾ ਜਾਂਦਾ, ਅਤੇ ਫਿਰ ਜਦੋਂ ਫੜੇ ਜਾਂਦੇ ਨੇ ਪਹੁੰਚਦੇ ਨੇ ਜੇਲ੍ਹਾਂ ਦੇ ਵਿੱਚ ਵਾਈਟ ਕਾਲਰ ਕ੍ਰਾਈਮ ਕਰਨ ਤੋਂ ਬਾਅਦ ਇਸ ਕਿਸਮ ਦੇ ਲੋਕ ਵੀ। ਲੇਕਿਨ ਕਿ ਇੱਕ ਖਬਰ ਜੋ ਸਾਡੇ ਕੋਲ ਹੁਣ ਇਹ ਹੈ ਨਾ ਜੀ, ਇਹ ਬੜੀ ਛੋਟੀ ਉਮਰ ਦੇ ਵਿੱਚ ਹੀ ਲੜਕਾ ਕਮਾਲ ਦੇ ਕੰਮ ਕਰ ਰਿਹਾ ਹੈ ਕਿ ਇਹਨੂੰ ਜੀ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚੋਂ ਪੁਲਿਸ ਲੈ ਕੇ ਗਈ ਸੀ ਤਰੀਕ ਭੁਗਤਣ ਦੇ ਵਾਸਤੇ ਗੁਰਦਾਸਪੁਰ ਵਿਖੇ, ਅਤੇ ਤਰੀਕ ਭੁਗਤਣ ਤੋਂ ਬਾਅਦ
ਅਦਾਲਤ ਦੇ ਵਿੱਚੋਂ ਜਦੋਂ ਕੰਮ ਮੁੱਕਿਆ ਤੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਹੁਸ਼ਿਆਰਪੁਰ ਦੇ ਵਿੱਚ ਬਾਲ ਜੇਲ੍ਹ ਦੇ ਵਿੱਚ ਦੁਬਾਰਾ ਇਸ ਨੂੰ ਤਾੜਨਾ ਸੀਗਾ, ਲੇਕਿਨ ਕਿ ਦਸੂਹਾ ਦੇ ਵਿੱਚ ਕਿਸੇ ਤਰ੍ਹਾਂ ਪੁਲਿਸ ਜੋ ਹੈ ਇਹ ਰੁਕ ਗਈ, ਉੱਥੇ ਚਾਹ ਪਾਣੀ ਪੀਣ ਲੱਗੇ ਤੇ ਪੁਲਿਸ ਨੂੰ ਚਕਮਾ ਦੇ ਕੇ ਇਹ ਬਾਲ ਕੈਦੀ ਫਰਾਰ ਹੋ ਗਿਆ ਹੈ। ਸੋ ਆਮ ਤੌਰ 'ਤੇ ਕੈਦੀਆਂ ਦੇ ਫਰਾਰ ਹੋਣ ਦੀ ਖਬਰ ਆਉਂਦੀ ਰਹਿੰਦੀ ਹੈ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕਿ ਪੁਲਿਸ ਉਹਨਾਂ ਨੂੰ ਤਰੀਕ ਭੁਗਤਣ ਦੇ ਵਾਸਤੇ ਲੈ ਕੇ ਜਾਂਦੀ ਹੈ। ਕੈਦੀ ਕਈ ਵਾਰੀ ਪੁਲਿਸ ਵਾਲਿਆਂ ਨੂੰ ਚਕਮਾ ਦੇ ਜਾਂਦੇ ਨੇ, ਕਈ ਵਾਰੀ ਲਾਲਚ ਦੇ ਵਿੱਚ ਪੁਲਿਸ ਵਾਲਿਆਂ ਨੂੰ ਲਿਆ ਕੇ ਹਾਂਜੀ ਆਪਣੇ ਘਰ ਲੈ ਜਾਂਦੇ ਨੇ, ਉੱਥੇ ਉਹਨਾਂ ਨੂੰ ਖਾਣ ਪੀਣ ਲਗਾ ਦਿੰਦੇ ਨੇ ਤੇ ਆਪ ਖਿਸਕ ਜਾਂਦੇ ਨੇ। ਲੇਕਿਨ ਕਿ ਇਹ ਬਾਲ ਕੈਦੀ ਨੇ ਕਮਾਲ ਕੀਤੀ ਹੈ ਕਿ 3 ਪੁਲਿਸ ਵਾਲੇ ਇਹਦੇ ਨਾਲ ਸੀਗੇ, ਫਿਰ ਵੀ ਉਹਨਾਂ ਨੂੰ ਚਕਮਾ ਦੇ ਕੇ ਦਸੂਹਾ ਤੋਂ ਫਰਾਰ ਹੋ ਗਿਆ ਜੀ। ਜੌਲ ਸਾਹਿਬ, ਮੈਂ ਸਮਝਦਾ ਕਿ ਜਿਹੜੇ ਸੁਧਾਰ ਘਰ ਇਹਨਾਂ ਨੇ ਬਣਾਏ ਸਾਡੀ ਸਰਕਾਰ ਨੇ, ਮੈਂ ਤਾਂ ਸਮਝਦਾ ਕਿ ਵਿਗਾੜ ਘਰ ਆ, ਕਿਉਂਕਿ ਉੱਥੋਂ ਸੁਧਰ ਕੇ ਅੱਜ ਤੱਕ ਕੋਈ ਨਹੀਂ ਆਇਆ, ਵਿਗੜ ਕੇ ਜ਼ਰੂਰ ਆਏ ਆ। ਸੋ ਜਿਹੜੀ ਉਹ ਜਿਹੜੀ ਉੱਥੇ ਦੀ ਇੱਕ ਵਾਰਡ ਵੱਖਰਾ ਬਣਾਇਆ ਜਿੱਥੇ ਉੱਥੇ ਲੜਕਿਆਂ ਨੂੰ ਮਤਲਬ ਬਾਲ ਅਵਸਥਾ ਵਾਲਿਆਂ ਨੂੰ ਰੱਖਿਆ ਗਿਆ, ਉੱਥੇ ਹੋ ਸਕਦਾ ਇੱਦਾਂ ਦੇ ਹੀ ਮਤਲਬ ਇੱਕ ਦੂਜੇ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਜਾਂ ਉਹ ਸਿੱਖਦੇ ਹੋਣ ਵੀ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਜਾਂ ਇਹਨਾਂ ਦੇ ਸਕੰਜੇ ਦੇ ਵਿੱਚੋਂ ਕਿਵੇਂ ਨਿਕਲਣਾ। ਉਹ ਬੱਚਾ ਇੰਨਾ ਸੁਚੇਤ ਹੋਏਗਾ, ਇੰਨਾ ਚੁਸਤ ਹੋਏਗਾ ਕਿ ਜਿਹੜਾ ਉਹਨਾਂ ਨੂੰ ਚਕਮਾ ਦੇ ਕੇ ਭੱਜ ਗਿਆ ਤੇ ਇਹ ਬਾਅਦ ਵਿੱਚ ਉਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਜੇ ਮੈਂ ਫੜਿਆ ਗਿਆ ਤਾਂ ਮੇਰੇ ਨਾਲ ਕੀ ਬੀਤਣੀ ਆ। ਸੋ ਇਹ ਜਿਹੜੀਆਂ ਜੇਲ੍ਹਾਂ ਦੇ ਵਿੱਚ ਜੋ ਵੀ ਇਹ ਭਗੌੜੇ ਹੁੰਦੇ, ਫਰਾਰ ਹੁੰਦੇ ਆ, ਉਹ ਉੱਥੇ ਕੋਈ ਨਾ ਕੋਈ ਯੋਜਨਾਵਾਂ ਘੜੀਆਂ ਜਾਂਦੀਆਂ ਜਾਂ ਇੱਕ ਦੂਜੇ ਨਾਲ ਇਹੋ ਜਿਹੀਆਂ ਸਕੀਮਾਂ ਬਣਾਈਆਂ ਜਾਂਦੀਆਂ ਜਿਹੜੀਆਂ ਹਕੀਕਤ ਵਿੱਚ ਜਦੋਂ ਉਹ ਬਦਲਦੀਆਂ ਅਤੇ ਸਾਡੀਆਂ ਅਖਬਾਰਾਂ ਦੇ ਵਿੱਚ ਜਦੋਂ ਆਉਂਦਾ ਪਤਾ ਲੱਗਦਾ। ਸੋ ਗੱਲ ਇਹ ਆ ਕਿ ਸੁਧਾਰ ਘਰ ਇੱਕ ਨਾਂ ਦਾ ਸ਼ਬਦ ਜ਼ਰੂਰ ਬਣਾਇਆ ਗਿਆ, ਜਿਵੇਂ ਕਿ ਕਪੂਰਥਲੇ ਦੀ ਨਵੀਂ ਜੇਲ੍ਹ ਦੇ ਸਾਹਮਣੇ ਮਤਲਬ ਸਾਡੀ ਸੜਕ ਦੇ ਉੱਤੇ ਲਿਖਿਆ ਗਿਆ ਸੁਧਾਰ ਘਰ, ਪਰ ਤੁਸੀਂ ਜੌਲ ਸਾਹਿਬ ਖੁਦ ਜਾ ਕੇ ਵੇਖਿਆ ਕਿ ਉੱਥੇ ਕਿੰਨਾ ਕੁ ਸੁਧਾਰ ਹੁੰਦਾ ਜਾਂ ਕਿੰਨਾ ਕੁ ਮਤਲਬ ਕਿ ਉਹਨਾਂ ਲੋਕਾਂ ਦੇ ਵਿੱਚ ਇਸ ਗੱਲ ਦਾ ਪਛਤਾਵਾ ਕਿ ਅਸੀਂ ਕੋਈ ਕ੍ਰਾਈਮ ਕਰਕੇ ਆਏ ਹਾਂ ਅਤੇ ਅਸੀਂ ਇੱਥੋਂ ਕੋਈ ਨਵੀਂ ਗੱਲ ਲੈ ਕੇ ਜਾਣਾ ਕਿ ਆਪਣਾ ਜੀਵਨ ਸੁਧਾਰਨਾ ਆ। ਸੋ ਗੱਲ ਇਹ ਆ ਕਿ ਜੇ ਉੱਥੇ ਨਸ਼ਾ ਵੀ ਜਾ ਕੇ ਸਪਲਾਈ ਹੁੰਦਾ ਤਾਂ ਮੈਂ ਸਮਝਦਾ ਕਿ ਉਹ ਫਿਰ ਵਿਗਾੜ ਘਰ ਹੀ ਹੋਇਆ, ਫਿਰ ਕੋਈ ਸੁਧਾਰ ਘਰ ਨਹੀਂ। ਸੋ ਸੁਧਾਰ ਘਰ ਨੂੰ ਸੁਧਾਰ ਘਰ ਬਣਾਉਣਾ ਚਾਹੀਦਾ, ਨਾ ਕਿ ਉੱਥੋਂ ਕੋਈ ਬੰਦਾ ਵਿਗੜ ਕੇ ਆਵੇ। ਇੰਨਾ ਜ਼ਰੂਰ ਆ ਕਿ ਉਹ ਆਪਣੇ ਜੀਵਨ 'ਚ ਜੋ ਕੀਤਾ ਪਹਿਲਾਂ ਉਹਦਾ ਪਛਤਾਵਾ ਲੈ ਕੇ ਅੱਗੋਂ ਕੁਝ ਨਵਾਂ ਕਰਨ ਵਾਸਤੇ, ਚੰਗਾ ਕਰਨ ਵਾਸਤੇ ਇਸ ਆਸ ਨੂੰ ਅੱਗੇ ਲੈ ਕੇ ਆਵੇ। ਸਰਦਾਰ ਕੱਖ ਜੀ, ਘੱਟੋ ਘੱਟ ਜੇਲ੍ਹ ਦਾ ਪ੍ਰਸ਼ਾਸਨ ਦਾਅਵਾ ਜ਼ਰੂਰ ਕਰਦਾ ਹੈ ਕਿ ਉਹ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੋ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਜਾ ਕੇ ਜੋ ਕੁਝ ਪ੍ਰੋਗਰਾਮ ਉੱਥੇ ਚੱਲ ਰਹੇ ਹਨ, ਖਾਸ ਤੌਰ 'ਤੇ ਨਸ਼ਾ ਛਡਾਊ ਜਾਂ ਇਸ ਕਿਸਮ ਦੇ ਹੋਰ ਕਈ ਸਾਰੇ ਕਿ ਸਿੱਧੇ ਪਾਸੇ ਲਿਆਉਣ ਲਈ ਘੱਟੋ ਘੱਟ ਉਹ ਦਾਅਵਾ ਕਰਦੇ ਨੇ, ਯਤਨ ਕਰਦੇ ਨੇ। ਪਰ ਜੇ ਅਸੀਂ ਸਿੱਧੇ ਪਾਸੇ ਲੱਗਣ ਨੂੰ ਤਿਆਰ ਹੀ ਨਹੀਂ, ਅਸੀਂ ਪੁੱਠੇ ਪਾਸੇ ਲੱਗਣ ਦੇ ਲਈ ਇੱਕ ਤਰੀਕੇ ਦੇ ਨਾਲ ਤਰਲੋ ਮੱਛੀ ਹੋਈ ਜਾ ਰਹੇ ਹਾਂ। ਸੋ ਦੂਸਰੇ ਪਾਸੇ ਪ੍ਰਮੁੱਖ ਤੌਰ 'ਤੇ ਇਹ ਵੀ ਅਕਸਰ ਦੇਖਣ ਨੂੰ ਮਿਲਦਾ ਸਰਦਾਰ ਕੱਖ ਜੀ ਕਿ ਕਿਸੇ ਪਰਿਵਾਰ ਦੇ ਵਿੱਚ ਜੇ ਕੋਈ ਵਿਅਕਤੀ ਗਲਤ ਹੈ ਨਾ, ਬਜਾਏ ਇਸ 'ਤੇ ਕਿ ਪਰਿਵਾਰ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਾਵੇ, ਉਹਨੂੰ ਸਿੱਧੇ ਪਾਸੇ ਲਾਵੇ, ਸਗੋਂ ਕਿ ਉਸ ਦੀਆਂ ਗਲਤੀਆਂ ਛੁਪਾਈਆਂ ਜਾਣਗੀਆਂ, ਉਸ ਦੀ ਪੁਸ਼ਤ ਪਨਾਹੀ ਕੀਤੀ ਜਾਵੇਗੀ, ਉਸ ਦੇ ਗਲਤ ਕੰਮਾਂ ਦੇ ਵਿੱਚ ਸਾਥ ਦਿੱਤਾ ਜਾਵੇਗਾ। ਸੋ ਇਸ ਢੰਗ ਤਰੀਕੇ ਦੇ ਨਾਲ ਪਰਿਵਾਰ ਦਾ ਜੋ ਉਸ ਦੀ ਪੁਸ਼ਤ ਪਨਾਹੀ ਕਰਨ ਵਾਲਾ ਵਿਵਹਾਰ ਹੋ ਜਾਂਦਾ ਹੈ ਅਤੇ ਫਿਰ ਉਹ ਗਲਤ ਕੰਮ ਕਰਦਾ ਵਿਅਕਤੀ ਹੌਸਲਾ ਉਸ ਦਾ ਵੱਧਦਾ ਰਹਿੰਦਾ ਹੈ ਅਤੇ ਇੱਕ ਦਿਨ ਵੱਡਾ ਮੁਜਰਮ ਬਣਦਾ ਹੈ। ਸੋ ਅਸੀਂ ਖਬਰ ਸਾਂਝੀ ਕਰਦੇ ਹਾਂ, ਕਪੂਰਥਲਾ ਦੀ ਮਾਡਰਨ ਜੇਲ੍ਹ ਦੇ ਵਿੱਚ ਹੀ ਆਪਣੇ ਪਤੀ ਨੂੰ ਮਿਲਣ ਦੇ ਵਾਸਤੇ ਗਈ ਸੀ ਇੱਕ ਪਤਨੀ, ਹਾਂਜੀ, ਲੇਕਿਨ ਕਿ ਗ੍ਰਿਫਤਾਰ ਕਰ ਲਈ ਗਈ। ਕਿਉਂਕਿ ਆਪਣੇ ਪਤੀ ਨੂੰ ਮੁਲਾਕਾਤ ਦੇ ਦੌਰਾਨ ਚਰਸ ਨਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀਗੀ। ਸੋ ਅਸੀਂ ਪਹਿਲਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਖਬਰ ਸਾਂਝੀ ਕੀਤੀ ਹੈ ਕਿ ਇੱਕ ਭਾਬੀ ਗ੍ਰਿਫਤਾਰ ਕੀਤੀ ਗਈ ਸੀ ਜਲੰਧਰ ਦੀ ਜੇਲ੍ਹ ਦੇ ਵਿੱਚ, ਜਿਹੜੀ ਕਿ ਆਪਣੇ ਦਿਓਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਈ ਸੀਗੀ। ਉਹਨੂੰ ਉੱਥੇ ਉਹ ਨਸ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਤਰੀਕੇ ਦੇ ਨਾਲ ਕਪੂਰਥਲਾ ਦੀ ਮਾਡਰਨ ਜੇਲ੍ਹ ਦੇ ਵਿੱਚ ਹੀ ਇੱਕ ਪਿਓ ਦੀ ਮੁਲਾਕਾਤ ਕਰਨ ਗਿਆ, ਉਸ ਦਾ ਪੁੱਤਰ, ਉਹ ਵੀ ਉਸ ਨੂੰ ਇਸੇ ਤਰੀਕੇ ਦੇ ਨਾਲ ਕੋਕੀਨ ਦਿੰਦਾ, ਨਸ਼ਾ ਦਿੰਦਾ ਗ੍ਰਿਫਤਾਰ ਕੀਤਾ ਗਿਆ ਸੀਗਾ। ਸੋ ਇਹ 3 ਖਬਰਾਂ ਆਪਣੇ ਆਪ ਦੇ ਵਿੱਚ ਬੜੀਆਂ ਕਮਾਲ ਦੀਆਂ ਨੇ ਕਿ ਭਾਬੀ ਦਿਓਰ ਨੂੰ ਨਸ਼ਾ ਦੇਣ ਗਈ ਜੇਲ੍ਹ ਦੇ ਵਿੱਚ, ਪੁੱਤ ਪਿਓ ਨੂੰ ਨਸ਼ਾ ਦੇਣ ਗਿਆ ਜੇਲ੍ਹ ਦੇ ਵਿੱਚ, ਇਸੇ ਤਰੀਕੇ ਨਾਲ ਪਤਨੀ ਪਤੀ ਨੂੰ ਦੇਣ ਗਈ ਨਸ਼ਾ ਜੇਲ੍ਹ ਦੇ ਵਿੱਚ, ਹੋ ਗਏ ਸਾਰੇ ਇਹ ਗ੍ਰਿਫਤਾਰ। ਸੋ ਆਪੇ ਆਪਣੇ ਪਰਿਵਾਰ ਦੇ ਮੈਂਬਰ ਆਪਣੇ ਪਰਿਵਾਰ ਦੇ ਵਿੱਚ ਹੀ ਅਮਲੀਆਂ ਨੂੰ ਨਸ਼ਾ ਤਾਂ ਦੇਈ ਜਾ ਰਹੇ ਨੇ, ਉਹਨਾਂ ਨੂੰ ਨਸ਼ਾ ਛੱਡਣ ਲਈ ਕਹਿਣ ਦਾ ਹੌਸਲਾ ਨਹੀਂ ਕਰ ਪਾ ਰਹੇ। ਜੌਲ ਸਾਹਿਬ, ਗੱਲ ਇਹ ਆ ਕਿ ਅਸੀਂ ਮਤਲਬ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਇਹ ਮਦਦ ਆਪਣੀ ਵੱਲੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਦਿਮਾਗ 'ਚ ਇਹ ਗੱਲ ਨਹੀਂ ਕਿ ਅਸੀਂ ਉਹਨਾਂ ਨੂੰ ਮੌਤ ਸਹੇੜਨ ਡਏ ਹਾਂ ਉਹਨਾਂ ਵਾਸਤੇ ਕਿ ਇਹ ਅਸੀਂ ਕਿੰਨਾ ਕੁ ਚਿਰ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਸਪਲਾਈ ਕਰਾਂਗੇ। ਜਦੋਂ ਬੰਦ ਹੋ ਗਈਆਂ, ਜਿਸ ਇਲਤ ਨਾਲ ਉਹ ਜੀਵਨ ਜੂ ਰਹੇ ਆ, ਉਹ ਹੋ ਸਕਦਾ ਕਿ ਉਦੋਂ ਉਹ ਚੀਜ਼ ਨਾ ਮਿਲਣ ਕਰਕੇ ਉਹਨਾਂ ਦੀ ਜ਼ਿੰਦਗੀ ਮੌਤ ਜਿਹੜੀ ਆ ਉਹ ਜ਼ਿੰਦਗੀ ਬਦਤਰ ਹੋ ਜਾਏ। ਅਤੇ ਇਸ ਕਰਕੇ ਜਿਹੜੀ ਆ ਵੀ ਇਹ ਸਭ ਤੋਂ ਨਜ਼ਦੀਕੀ ਰਿਸ਼ਤਿਆਂ ਬਾਰੇ ਤੁਸੀਂ ਗੱਲ ਕੀਤੀ ਆ, ਪਿਓ ਪੁੱਤਰ ਦੀ, ਦਿਓਰ
ਭਰਜਾਈ ਦੀ, ਪਤੀ ਪਤਨੀ ਦੀ। ਸੋ ਇਹ ਤਿੰਨੇ ਰਿਸ਼ਤੇ ਇੱਦਾਂ ਦੇ ਨਜ਼ਦੀਕੀ ਆ ਕਿ ਜੇ ਇਹਨਾਂ ਨੇ ਵੀ ਇਹ ਆਪਣੇ ਵੱਲੋਂ ਹੇਜ ਜਗਾਉਣੇ ਆ ਬਈ ਅਸੀਂ ਜਾ ਕੇ ਉਹਨਾਂ ਨੂੰ ਇਹ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰੀਏ, ਤਾਂ ਮੈਂ ਸਮਝਦਾ ਕਿ ਉਹਨਾਂ ਦੇ ਮੂੰਹ ਵਿੱਚ ਮੌਤ ਦੇ ਮੂੰਹ ਧੱਕਣ ਵਾਲੀ ਗੱਲ ਕਰਦੇ ਆ। ਸੋ ਜੇ ਉਹ ਜੇਲ੍ਹਾਂ 'ਚ ਬੈਠੇ ਆ, ਜੇ ਉਹ ਚੰਗਾ ਜੀਵਨ ਜਿਊ ਰਹੇ ਆ ਬਿਨਾਂ ਨਸ਼ੇ ਤੋਂ, ਤਾਂ ਮੈਂ ਸਮਝਦਾ ਫਿਰ ਇੱਦਾਂ ਦੀਆਂ ਗੱਲਾਂ ਕਰਨ ਦੀ ਕੀ ਜ਼ਰੂਰਤ ਆ। ਜੇ ਨਸ਼ਾ ਛਡਾਊ ਕੇਂਦਰ ਸਰਕਾਰ ਨੇ ਜੇਲ੍ਹਾਂ ਵਿੱਚ ਮਤਲਬ ਬਣਾਏ ਹੋਇਆ, ਤਾਂ ਫਿਰ ਮੈਂ ਕਹਿੰਦਾ ਜਿਹੜੇ ਬਾਹਰ ਪਰਿਵਾਰ ਬੈਠੇ ਆ ਉਹਨਾਂ ਲੋਕਾਂ ਬਾਰੇ ਬਹੁਤਾ ਫਿਕਰਮੰਦ ਹੋਣ ਦੀ ਜ਼ਰੂਰਤ ਨਹੀਂ। ਜੇ ਉਹ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਬਣਦੇ, ਜਿੱਥੇ ਜਿੱਥੇ ਵੀ ਕੈਦੀ ਬੈਠੇ ਆ ਉਹਨਾਂ ਦੀ ਹਰ ਸਹੂਲਤ ਵਾਸਤੇ ਉਹਨਾਂ ਦੀ ਨਿਗਰਾਨੀ ਕਰਦੇ ਆ। ਸੋ ਫਿਰ ਅਸੀਂ ਬਾਹਰ ਬੈਠੇ ਇੰਨਾ ਹੇਜ ਕਿਉਂ ਜਗਾਉਂਦੇ ਆ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਨਸ਼ੇ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੱਕ ਸਪਲਾਈ ਕਰਦੇ ਹਾਂ। ਬਿਲਕੁਲ ਜੀ। ਸੋ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦਾ ਜੇ ਉਹ ਅੱਛਾ ਕੰਮ ਕਰ ਰਿਹਾ ਤਾਂ ਹੌਸਲਾ ਵਧਾਉਣ ਦੀ ਲੋੜ ਹੈ, ਲੇਕਿਨ ਕਿ ਜੇ ਉਹ ਬੁਰਾ ਕੰਮ ਕਰ ਰਿਹਾ ਤਾਂ ਫਿਰ ਨਾ ਤਾਂ ਉਸ ਦੀ ਬੁਰਾਈ ਛੁਪਾਉਣ ਦੀ ਲੋੜ ਹੈ ਅਤੇ ਨਾ ਉਸ ਦੀ ਪੁਸ਼ਤਪਨਾਹੀ ਕਰਨ ਦੀ ਲੋੜ ਹੈ, ਅਤੇ ਨਾ ਹਾਂਜੀ ਆਪਣੇ ਤਰੀਕੇ ਦੇ ਨਾਲ ਇਹ ਸੋਚ ਰੱਖ ਕੇ ਕਿ ਜੇ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਦਾ ਸਾਥ ਨਹੀਂ ਦੇਵਾਂਗੇ ਅਤੇ ਹਾਂਜੀ ਕਿਸੇ ਤਰੀਕੇ ਦੇ ਨਾਲ ਉਹਦੀ ਬਦਨਾਮੀ ਨਾ ਹੋ ਜਾਏ, ਸਾਡੀ ਬਦਨਾਮੀ ਨਾ ਹੋ ਜਾਏ। ਸੋ ਬੁਰੇ ਕੰਮ ਤੋਂ ਲੇਕਿਨ ਕਿ ਜੇ ਬਚਣਾ ਹੈ ਤਾਂ ਫਿਰ ਕੁਦਰਤੀ ਆ ਕਿ ਆਪਣੇ ਅਤੇ ਜਾਂ ਫਿਰ ਬੇਗਾਨਿਆਂ ਦੀਆਂ ਕਈ ਵਾਰੀ ਅਸੀਂ ਗੱਲਾਂ ਬਹੁਤ ਵਧਾ ਚੜ੍ਹਾ ਕੇ ਕਰਨ ਦੇ ਆਦੀ ਹੁੰਦੇ ਹਾਂ ਕਿ ਸਾਡੇ ਆਂਢ ਗੁਆਂਢ ਦੇ ਵਿੱਚ ਜਾਂ ਇੱਧਰ ਉੱਧਰ ਜਾਂ ਦੂਰ ਦੁਰਾਡੇ ਦੀ ਵੀ ਸਾਨੂੰ ਕਿਸੇ ਦੀ ਬੁਰੀ ਖਬਰ ਸੁਣਨ ਨੂੰ ਮਿਲ ਜਾਏ ਅਤੇ ਉਸ ਨੂੰ ਅਸੀਂ ਇੱਧਰ ਉੱਧਰ ਬਹੁਤ ਪ੍ਰਚਾਰ ਦਿੰਦੇ ਹਾਂ, ਕਈ ਵਾਰੀ ਬੜਾ ਜ਼ੋਰ ਲਗਾਉਂਦੇ ਹਾਂ ਹਾਂਜੀ ਉਸ ਨੂੰ ਭੰਡਣ ਦੇ ਲਈ। ਲੇਕਿਨ ਕਿ ਆਪਣੇ ਘਰ ਦੇ ਵਿੱਚ ਕੀ ਕੁਝ ਹੋ ਰਿਹਾ ਕਈ ਵਾਰੀ ਇਸ ਦੇ ਬਾਰੇ ਅਸੀਂ ਕੰਨ ਕੇ ਸਲਮਾਰ ਛੱਡਦੇ ਹਾਂ, ਅਤੇ ਜਾਂ ਫਿਰ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਬੁਰਾਈਆਂ ਕਰਨ ਵਾਲੇ ਵਿਅਕਤੀਆਂ ਦਾ ਅਸੀਂ ਸਾਥ ਦੇਣ ਤੋਂ ਵੀ ਕੰਨੀ ਨਹੀਂ ਕਤਰਾਉਂਦੇ ਹਾਂ। ਚੱਲਦੇ ਹਾਂ ਅਗਰ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਖਬਰਾਂ ਵਾਲਾ ਇਹ ਪ੍ਰੋਗਰਾਮ ਜਿਸ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਹਾਂ ਸਰਦਾਰ ਨਿਰਮਲ ਸਿੰਘ ਜੀ ਖੱਖ ਜੋ ਕਿ ਸਾਹਿਤਕ ਪਿੰਡ ਨਡਾਲਾ ਦੇ ਪ੍ਰਧਾਨ ਹਨ, ਪ੍ਰੋਗਰਾਮ 'ਚ ਸ਼ਾਮਲ ਹਨ। ਕਰਤਾਰਪੁਰ ਤੋਂ ਸਰਦਾਰ ਖੱਖ ਜੀ ਇਹ ਖਬਰ ਆਈ ਹੈ ਕਿ ਭਰਾ ਅਤੇ ਭਰਜਾਈ ਦੇ ਕੋਲ ਹਾਂਜੀ ਰਹਿੰਦਾ ਸੀਗਾ, ਕਹਿ ਲਓ ਕਿ ਦਿਓਰ ਜਾਂ ਫਿਰ ਦੂਸਰਾ ਭਰਾ ਛੋਟਾ, ਉਹ ਨਸ਼ੇ ਦਾ ਹੋ ਗਿਆ ਆਦੀ, ਅਤੇ ਨਸ਼ੇ ਦਾ ਆਦੀ ਹੋ ਕੇ ਅਤੇ ਉਹ ਭਰਜਾਈ ਕੋਲੋਂ ਭਰਾ ਕੋਲੋਂ ਪੈਸੇ ਮੰਗਦਾ ਸੀਗਾ, ਅਤੇ ਪੈਸੇ ਦੇਣ ਤੋਂ ਜਦੋਂ ਇਨਕਾਰ ਕੀਤਾ ਗਿਆ ਅਤੇ ਇਹ ਜੋ ਲੜਕਾ ਸੀਗਾ ਛੋਟਾ ਇਹ ਆਪਣੇ ਭਰਾ ਦੇ ਗਲ ਪੈ ਗਿਆ, ਅਤੇ ਇਸ ਦੀ ਭਾਬੀ ਨੇ ਜਾਂ ਕਹਿ ਲਓ ਕਿ ਉਸ ਦੂਸਰੇ ਬੰਦੇ ਦੀ ਪਤਨੀ ਨੇ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ। ਇੰਨੇ ਨੂੰ ਇਸ ਅਮਲੀ ਦੇ ਹੱਥ ਚਾਕੂ ਆ ਗਿਆ, ਇਸ ਨੇ ਉਹ ਚਾਕੂ ਮਾਰ ਦਿੱਤਾ ਅਤੇ ਜਿਹੜਾ ਕਿ ਇਸ ਦੀ ਭਾਬੀ ਨੂੰ ਲੱਗਾ ਅਤੇ ਉਸ ਭਾਬੀ ਦੀ ਮੌਕੇ 'ਤੇ ਮੌਤ ਹੋ ਗਈ। ਚਾਕੂ ਮਾਰ ਕੇ ਆਪਣੇ ਭਰਾ ਨੂੰ ਵੀ ਇਸ ਨੇ ਜ਼ਖਮੀ ਕੀਤਾ। ਸੋ ਨਸ਼ਈ ਨੂੰ ਘਰੋਂ ਪੈਸੇ ਨਹੀਂ ਮਿਲੇ, ਭਾਬੀ ਨੂੰ ਚਾਕੂ ਮਾਰ ਕੇ ਕਤਲ ਹੀ ਕਰ ਦਿੱਤਾ ਅਤੇ ਭਰਾ ਜ਼ਖਮੀ ਹਸਪਤਾਲ ਦੇ ਵਿੱਚ ਹੈ ਅਤੇ ਆਪ ਜੇਲ੍ਹ ਵਿੱਚ ਹੈ ਜੀ। ਜੌਹਲ ਸਾਹਿਬ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਨਸ਼ੇ ਦੀ ਇਲਤ ਔਰ ਇਹਦੀ ਜਦੋਂ ਤੋੜ ਲੱਗਦੀ ਆ ਕਿੱਥੋਂ ਤੱਕ ਜਾਂਦੀ ਆ, ਉਦੋਂ ਰਿਸ਼ਤੇ ਭੁੱਲ ਜਾਂਦਾ, ਕੌਣ ਮੇਰਾ ਕੀ ਲੱਗਦਾ, ਉਹਦਾ ਸਿਰਫ ਅਤੇ ਸਿਰਫ ਇਹੋ ਨਿਸ਼ਾਨਾ ਹੁੰਦਾ ਕਿ ਮੈਨੂੰ ਪੈਸਾ ਮਿਲਣਾ ਚਾਹੀਦਾ। ਕਈ ਜਿਹੜੇ ਕਤਲ ਹੁੰਦੇ ਆ ਜਾਂ ਇਹ ਮਾਰ ਧਾੜ ਦੀਆਂ ਵਾਰਦਾਤਾਂ ਹੁੰਦੀਆਂ, ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ, ਇਹ ਇਸੇ ਹੀ ਗੱਲ ਮਤਲਬ ਦੀ ਇੱਕ ਕੜੀ ਹੈ, ਇੱਕ ਮਤਲਬ ਉਸੇ ਗੱਲ 'ਚੋਂ ਆਉਂਦਾ ਕਿ ਜਿਵੇਂ ਕਿ ਇਸ ਖਬਰ ਦੇ ਵਿੱਚ ਉਹਨੇ ਭਰਾ ਨੂੰ ਵੀ ਭਰਜਾਈ ਨੂੰ ਵੀ ਜਿਹੜਾ ਮਤਲਬ ਮਾਰਿਆ, ਜ਼ਖਮੀ ਕੀਤਾ। ਅਤੇ ਉਹ ਗੱਲ ਇਹ ਆ ਕਿ ਨਸ਼ਾ ਜੇ ਇੰਨਾ ਭਿਆਨਕ ਆ ਅਤੇ ਇੱਥੋਂ ਅਸੀਂ ਕੀ ਆਸ ਕਰ ਸਕਦੇ ਹਾਂ ਕਿ ਉਹ ਜਿਹੜਾ ਨਸ਼ਈ ਆ ਉਹ ਕਿਸੇ 'ਤੇ ਰਹਿਮ ਕਰੇਗਾ। ਜੇ ਉਹਨੂੰ ਪੈਸਾ ਨਹੀਂ ਮਿਲਿਆ ਤਾਂ ਉਹ ਕੋਈ ਵੀ ਰਿਸ਼ਤਾ ਉਹਦਾ ਲੱਗਦਾ ਹੋਵੇ ਉਹ ਕਿਸੇ ਨੂੰ ਵੀ ਨਹੀਂ ਬਖਸ਼ੇਗਾ। ਸੋ ਇਸ ਕਰਕੇ ਕਿਹਾ ਜਾ ਸਕਦਾ ਵੀ ਨਸ਼ਾ ਸਭ ਤੋਂ ਮਾੜਾ, ਜੇ ਕਿਸੇ ਨੂੰ ਲੱਗ ਗਿਆ ਤਾਂ ਉਹਦੇ ਵਾਸਤੇ ਉਹ ਕੋਈ ਵੀ ਨਹੀਂ ਦੁਨੀਆ ਦੇ, ਉਹਦੇ ਲਈ ਉਹੀ ਆ ਜਿਹੜਾ ਉਹਨੂੰ ਨਸ਼ਾ ਦੇਵੇਗਾ ਜਾਂ ਨਸ਼ੇ ਵਾਸਤੇ ਪੈਸਾ ਦੇਵੇਗਾ। ਸੋ ਇੱਦਾਂ ਦੀ ਭਿਆਨਕ ਜਿਹੜੀ ਇਲਤ ਆ ਸਾਡੇ ਸਮਾਜ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਜਦੋਂ ਆ ਗਈ ਅਤੇ ਸਾਡੇ ਮਾਪਿਆਂ ਦਾ ਕੀ ਬਣੇਗਾ, ਸਾਡੇ ਰਿਸ਼ਤੇਦਾਰਾਂ ਦਾ ਕੀ ਬਣੇਗਾ, ਇਹ ਉਹਨਾਂ ਲੋਕਾਂ ਨੂੰ ਸੋਚਣ ਦੀ ਲੋੜ ਆ ਜਿਹੜੇ ਲੋਕ ਸਪਲਾਈ ਕਰਦੇ ਆ, ਵੇਚਦੇ ਆ, ਜਾਂ ਨੌਜਵਾਨਾਂ ਨੂੰ ਸਕੂਲਾਂ ਕਾਲਜਾਂ ਵਿੱਚ ਜਾ ਕੇ ਇੱਦਾਂ ਦੀ ਇਲਤ ਸਿਹੜਦੇ ਆ। ਉਹਨਾਂ ਨੂੰ ਮਤਲਬ ਇਹ ਆ ਵੀ ਉਹਨਾਂ ਸਿਰਫ ਅਤੇ ਸਿਰਫ ਨਿਸ਼ਾਨਾ ਪੈਸਾ ਕਮਾਉਣ ਦਾ ਹੁੰਦਾ, ਅਤੇ ਸਾਡੀ ਜਵਾਨੀ ਨੂੰ ਗਾਲਣ ਦਾ ਜਿਹੜਾ ਸਾਡੇ ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਆ ਕਿ ਆਪਣੇ ਬੱਚੇ ਨੂੰ ਵੇਖਣ ਸਕੂਲ ਤੋਂ ਬਾਹਰ ਉਹ ਕੀ ਹਰਕਤਾਂ ਕਰਦਾ, ਅਤੇ ਉਦੋਂ ਸਮਾਂ ਵਿਹਾ ਚੁੱਕੇ ਹੁੰਦੇ ਆ। ਜਦੋਂ ਉਹ ਆਦੀ ਬਣ ਜਾਏ ਫਿਰ ਉਹਨਾਂ ਦਾ ਕੁਝ ਵੀ ਨਹੀਂ ਹੋ ਸਕਦਾ। ਲੋੜ ਉਦੋਂ ਪੈਂਦੀ ਆ ਜਦੋਂ 7ਵੀਂ 8ਵੀਂ ਤੋਂ ਬਾਅਦ ਬੱਚਾ ਜਦੋਂ ਸਕੂਲ ਜਾਂਦਾ, ਉਹਦੀ ਬਿਲਕੁਲ ਪੂਰੀ ਦੀ ਪੂਰੀ ਰਿਪੋਰਟ ਲੈਣੀ ਚਾਹੀਦੀ ਆ, ਸਕੂਲੇ ਜਾਂਦਾ ਵੀ ਆ ਜਾਂ ਨਹੀਂ ਜਾਂਦਾ, ਉੱਥੇ ਕੀ ਕਰਦਾ। ਜਿਉਂ-ਜਿਉਂ ਵੱਡਾ ਹੋਏਗਾ ਤਿਉਂ ਤੋਂ ਮਾਪਿਆਂ ਦੀ ਜ਼ਿੰਮੇਵਾਰੀ ਵੱਧਦੀ ਜਾਏਗੀ, ਅਤੇ ਜੇ ਅਸੀਂ ਜਵਾਨੀ ਨੂੰ ਬੱਚਿਆਂ ਨੂੰ ਬਚਾਉਣਾ ਤਾਂ ਫਿਰ ਸਾਨੂੰ ਬੱਚਿਆਂ 'ਤੇ ਨਿਗਰਾਨੀ ਰੱਖਣੀ ਬਹੁਤ ਜ਼ਰੂਰੀ ਹੋਏਗੀ। ਬਿਲਕੁਲ ਜੀ, ਨਿਗਰਾਨੀ ਕਰਨ ਦੀ ਹੋਵੇਗੀ ਸਖਤ ਜ਼ਰੂਰਤ। ਸੋ ਨਸ਼ੇ ਦਾ ਇਹ ਪ੍ਰਕੋਪ ਜਿਹੜਾ ਲਗਾਤਾਰ ਸਮਾਜ ਦੇ ਵਿੱਚ ਵੱਧ ਰਿਹਾ ਅਤੇ ਕਿਵੇਂ ਘਰਾਂ ਦੇ ਵਿੱਚ ਹੀ ਇਹ ਘਾਣ ਹੋ ਰਹੇ ਨੇ
ਕਈ ਵਾਰੀ ਲੋਕ ਕਹਿੰਦੇ ਨੇ ਕਿ ਪੁੱਤਰ ਜ਼ਰੂਰ ਹੋਣਾ ਚਾਹੀਦਾ ਹੈ ਪੁੱਤਰ ਵੀ, ਲੇਕਿਨ ਕਿ ਜੇ ਕਿਸੇ ਹਾਂਜੀ ਕਹਿ ਲਓ ਕਿ ਗੁਣਾਂ ਦਾ ਧਾਰਨੀ ਹੋਵੇ ਤਾਂ ਫਿਰ ਹੀ ਪਰਿਵਾਰ ਨੂੰ ਉਸ ਦਾ ਕੋਈ ਲਾਭ ਹੋ ਸਕਦਾ ਜਾਂ ਉਸ ਨੂੰ ਆਪਣੀ ਜ਼ਿੰਦਗੀ ਧਾਰਨ ਕਰਨ ਦਾ ਵੀ ਤਾਂ ਹੀ ਕਿਸੇ ਵਿਅਕਤੀ ਨੂੰ ਕੋਈ ਲਾਭ ਹੋ ਸਕਦਾ ਹੈ ਜੇ ਉਹ ਅੱਛੇ ਗੁਣਾਂ ਦਾ ਧਾਰਨੀ ਹੋਵੇ। ਅਤੇ ਜੇ ਇਸ ਕਿਸਮ ਦੇ ਔਗੁਣਾਂ ਦੇ ਧਾਰਨੀ ਹੋਣਾ ਹੈ, ਇਸ ਸੰਸਾਰ ਦੇ ਵਿੱਚ ਆਉਣਾ ਹੈ, ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਕਹਿ ਲਓ ਕਿ ਲਾਵਾਰਸ ਜਿਉਣਾ ਹੈ, ਹੋਰਨਾਂ ਮਨੁੱਖਾਂ ਦੇ ਲਈ ਖਤਰਾ ਬਣਨਾ ਹੈ, ਸਮਾਜ ਦੇ ਵਿੱਚ ਬੁਰਾਈਆਂ ਦਾ ਵਾਧਾ ਕਰਨਾ, ਅਤੇ ਇਹੋ ਜਿਹੇ ਜੀਵਨ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ। ਹਾਂਜੀ, ਸੋ ਕਈ ਵਾਰੀ ਅਸੀਂ ਇੱਧਰ ਉੱਧਰ ਜਾ ਕੇ ਨੱਕ ਬਹੁਤ ਰਗੜਦੇ ਹਾਂ ਕਿ ਸਾਡੇ ਪੁੱਤਰ ਜ਼ਰੂਰ ਹੋਣਾ ਚਾਹੀਦਾ ਹੈ। ਪੁੱਤਰ ਜੰਮਣ 'ਤੇ ਅਸੀਂ ਭੰਗੜੇ ਬਹੁਤ ਪਾਉਂਦੇ ਹਾਂ, ਪੁੱਤਰ ਜੰਮਣ 'ਤੇ ਅਸੀਂ ਡੱਬੇ ਬਹੁਤ ਵੰਡਦੇ ਫਿਰਦੇ ਹਾਂ, ਪਰ ਲੇਕਿਨ ਕਿ ਇਸ ਗੱਲ ਦਾ ਖਿਆਲ ਘੱਟ ਕਰਦੇ ਹਾਂ ਕਿ ਪੁੱਤਰ ਨੇ ਜੰਮ ਕੇ ਉਸ ਨੂੰ ਵੱਡਾ ਕਰਕੇ ਹਾਂਜੀ ਸੰਸਾਰ ਨੂੰ ਉਸ ਦੀ ਦੇਣ ਕੀ ਹੋਵੇਗੀ, ਆਪਣਾ ਉਸ ਦਾ ਜੀਵਨ ਕਿਹੋ ਜਿਹਾ ਹੋਵੇਗਾ। ਸੋ ਕਈ ਵਾਰੀ ਉਸ ਨੂੰ ਚੰਗਿਆਈਆਂ ਦਾ ਅਸੀਂ ਧਾਰਨੀ ਬਣਾਉਣ ਵਾਲੇ ਪਾਸੇ ਉਹਨਾਂ ਜ਼ੋਰ ਨਹੀਂ ਦਿੰਦੇ ਹਾਂ ਜਿੰਨਾ ਕਿ ਸਿਰਫ ਅਤੇ ਸਿਰਫ ਇੱਕ ਉਸ ਦਾ ਜਨਮ ਘਰ ਦੇ ਵਿੱਚ ਹੋ ਜਾਣ 'ਤੇ ਅਸੀਂ ਭੰਗੜਾ ਪਾਉਂਦੇ ਫਿਰਦੇ ਹਾਂ। ਸੋ ਇਸ ਸੋਚ ਦੇ ਵਿੱਚ ਵੀ ਥੋੜ੍ਹੀ ਜਿਹੀ ਤਬਦੀਲੀ ਕਰਨ ਦੀ ਹੋਵੇਗੀ ਲੋੜ। ਅਸੀਂ ਅੱਗੇ ਚੱਲਦੇ ਹਾਂ ਅਤੇ ਫਗਵਾੜਾ ਤੋਂ ਹੀ ਵੈਸੇ ਖਬਰ ਹੈ ਸਰਦਾਰ ਖੱਖ ਜੀ, ਇਹ ਸਮੱਸਿਆ ਤਾਂ ਵੈਸੇ ਸਾਰੇ ਭਾਰਤ ਦੀ ਹੀ ਹੈ, ਪੰਜਾਬ ਦੀ ਹੈ। ਬੀਤੇ ਲੰਬੇ ਸਮੇਂ ਤੋਂ ਇਹ ਸਮੱਸਿਆਵਾਂ ਦੇ ਸਿਲਸਿਲੇ 'ਚ ਖਬਰਾਂ ਆਉਂਦੀਆਂ ਨੇ ਜੋ ਕਿ ਅਵਾਰਾ ਕੁੱਤਿਆਂ ਕਰਕੇ ਸਾਡੇ ਸਮਾਜ ਦੇ ਵਿੱਚ ਹਨ। ਅਤੇ ਹੁਣ ਕਿਉਂਕਿ ਲਗਾਤਾਰ ਡਾਕਟਰ ਕਰਮਜੀਤ ਸਿੰਘ ਨਡਾਲਾ ਵੀ ਪ੍ਰੋਗਰਾਮ ਦੇ ਵਿੱਚ ਆਏ ਸੀ ਕਿ ਉਹਨਾਂ ਦੇ ਹਸਪਤਾਲ ਦੇ ਵਿੱਚ ਵੀ ਲਗਾਤਾਰ ਮਰੀਜ਼ ਆ ਰਹੇ ਆ ਜਿਹੜੇ ਕਿ ਕੁੱਤਿਆਂ ਦੇ ਕੱਟੇ ਹੋਏ ਹੁੰਦੇ ਨੇ, ਫਿਰ ਉਹਨਾਂ ਨੂੰ ਰੈਬੀਜ਼ ਤੋਂ ਹਲਕਾ ਤੋਂ ਟੀਕੇ ਲਗਾਉਣੇ ਪੈਂਦੇ ਨੇ, 2000 ਰੁਪਏ ਤੋਂ ਜ਼ਿਆਦਾ ਦਾ ਖਰਚਾ ਜਿਹੜਾ ਇਹ ਹੋ ਜਾਂਦਾ ਅਕਸਰ ਜੇ ਕੁੱਤਾ ਕਿਸੇ ਨੂੰ ਕੱਟ ਜਾਵੇ। ਇਹ ਵੀ ਡਾਕਟਰ ਕਰਮਜੀਤ ਸਿੰਘ ਨਡਾਲਾ ਪ੍ਰੋਗਰਾਮ 'ਚ ਦੱਸ ਕੇ ਗਏ ਸੀਗੇ। ਅਤੇ ਜੇ ਕੁੱਤਾ ਕੱਟ ਜਾਵੇ ਤਾਂ ਕੱਪੜੇ ਝਾੜ ਕੇ ਗਾਂਹ ਨਹੀਂ ਤੁਰ ਪੈਣਾ ਚਾਹੀਦਾ, ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਇਸ ਦਾ ਜੋ ਵਾਇਰਸ ਹੈ ਕਈ ਵਾਰੀ ਲੰਬਾ ਸਮਾਂ ਸਰੀਰ ਦੇ ਵਿੱਚ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਲੱਗ ਕੇ ਪਿਆ ਰਹਿੰਦਾ ਹੈ, ਲੇਕਿਨ ਕਿ ਫਿਰ ਜਦੋਂ ਸਾਡਾ ਇਮਿਊਨ ਸਿਸਟਮ ਹੁੰਦਾ ਕਮਜ਼ੋਰ ਅਤੇ ਇਹ ਵਾਇਰਸ ਜਿਸ ਵੇਲੇ ਆਪਣਾ ਜ਼ੋਰ ਪਕੜਦਾ ਅਤੇ ਫਿਰ ਇਹੋ ਜਿਹਾ ਸਰੀਰ ਨੂੰ ਆਪਣੀ ਪਕੜ ਦੇ ਵਿੱਚ ਲੈਂਦਾ ਕਿ ਉਸ ਦਾ ਇਲਾਜ ਕਰਨਾ ਔਖਾ ਹੋ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਜੇ ਕਿਸੇ ਨੂੰ ਕੁੱਤਾ ਕੱਟ ਜਾਵੇ ਤਾਂ 2000 ਰੁਪਏ ਤੋਂ ਖਰਚਾ ਜਿਹੜਾ ਵੱਧ ਕਈ ਵਾਰੀ ਹਲਕਾ ਤੋਂ ਬਚਾਅ ਦੇ ਲਈ ਸਰਦਾਰ ਖੱਖ ਜੀ ਹੋ ਜਾਂਦਾ ਹੈ। ਅਤੇ ਫਗਵਾੜਾ ਦੇ ਵਿੱਚ ਕੁਝ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਨੇ, ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਜੇ ਅਵਾਰਾ ਕੁੱਤਿਆਂ ਨੂੰ ਨਹੀਂ ਮਾਰਨਾ ਜਾਂ ਕਹਿ ਲਓ ਕਿ ਇਹਨਾਂ ਦਾ ਨਹੀਂ ਕੋਈ ਸਮਾਜ ਦੇ ਵਿੱਚੋਂ ਸਫਾਇਆ ਕਰਨਾ, ਅਤੇ ਫਿਰ ਉਹ ਲੋਕ ਜਿਹੜੇ ਅਵਾਰਾ ਕੁੱਤਿਆਂ ਤੋਂ ਕੱਟੇ ਜਾ ਰਹੇ ਹਨ ਉਹਨਾਂ ਦਾ ਕੀ ਕਸੂਰ ਹੈ, ਉਹਨਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਮੁਫਤ ਹੋਣਾ ਚਾਹੀਦਾ, ਇਹ ਮੰਗ ਕੀਤੀ ਗਈ ਜੀ। ਜੌਹਰ ਸਾਹਿਬ, ਮੈਂ ਸਮਝਦਾ ਕਿ ਇਹ ਬੜੀ ਵਧੀਆ ਉਹਨਾਂ ਦੀ ਸੋਚ ਆ ਜਿਨ੍ਹਾਂ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਲੋਕਾਂ ਨੂੰ ਇਲਾਜ ਫ੍ਰੀ ਹੋਣਾ ਚਾਹੀਦਾ। ਪਰ ਇੱਦਾਂ ਦੀਆਂ ਮੈਂ ਸਮਝਦਾ ਕਿ ਸਵੈ ਸੰਸਥਾਵਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ, ਜਿਵੇਂ ਕਿ ਅਵਾਰਾ ਪਸ਼ੂਆਂ ਦਾ ਇੱਕ ਤਰ੍ਹਾਂ ਦੇ ਬਣੇ ਹੋਏ ਆ, ਗਊਸ਼ਾਲਾ ਘਰ ਹੋਇਆ ਜਾਂ ਹੋਰ ਇੱਦਾਂ ਦੀਆਂ ਸਮਝਦੇ ਹਾਂ। ਅਤੇ ਮੈਂ ਸਮਝਦਾ ਕਿ ਇੱਦਾਂ ਦੀਆਂ ਸੰਸਥਾਵਾਂ ਵੀ ਕੋਈ ਇੱਦਾਂ ਦਾ ਫੈਸਲਾ ਕਰਨ ਜਾਂ ਕੋਈ ਸਰਕਾਰ ਮਦਦ ਕਰ ਲੈ ਕਿ ਇਹਨਾਂ ਅਵਾਰਾ ਕੁੱਤਿਆਂ ਨੂੰ ਇੱਕ ਥਾਂ ਇਕੱਠਿਆਂ ਕੀਤਾ ਜਾਵੇ ਜੀ। ਜੇ ਮਾਰਨਾ ਨਹੀਂ ਤਾਂ ਘੱਟੋ ਘੱਟ ਫਿਰ ਉਹਨਾਂ ਦਾ ਸਰਕਾਰ ਇੰਨਾ ਕੁ ਸਵੈ ਸੇਵੀ ਸੰਸਥਾਵਾਂ ਦੀ ਮਦਦ ਕਰ ਸਕਣ ਕਿ ਇਹਨਾਂ ਦਾ ਪਿੰਡਾਂ 'ਚੋਂ ਲਿਜਾ ਕੇ ਇਹਨਾਂ ਦਾ ਸਫਾਇਆ ਕੀਤਾ ਜਾ ਸਕੇ, ਜਿੱਥੇ ਕਿ ਆਏ ਦਿਨ ਜਿਹੜੇ ਆ ਇਹ ਲੋਕਾਂ 'ਤੇ ਇੱਕ ਗੰਭੀਰ ਸਮੱਸਿਆ ਬਣੇ ਹੋਏ ਆ, ਲੋਕਾਂ ਦੀਆਂ ਜਾਨਾਂ ਨੂੰ ਖਤਰਾ ਆ। ਸੋ ਜੇ ਇਹ ਸੰਸਥਾਵਾਂ ਵੱਡੇ ਹੋਏ ਕੁੱਤਿਆਂ ਦੇ ਮਰੀਜ਼ਾਂ ਦੀ ਇਹ ਮਦਦ ਦਵਾਈਆਂ ਨਾਲ ਕਰਦੇ ਆ, ਅਤੇ ਇੱਕ ਇੱਦਾਂ ਦੀਆਂ ਸੰਸਥਾਵਾਂ ਵੀ ਜਾਂ ਸਰਕਾਰ ਵੱਲੋਂ ਇੱਦਾਂ ਦਾ ਯਤਨ ਹੋ ਜਾਣਾ ਚਾਹੀਦਾ ਕਿ ਘੱਟੋ ਘੱਟ ਜੇ ਤੁਸੀਂ ਇਹ ਕਾਨੂੰਨ ਪਾਸ ਕੀਤਾ ਕਿ ਕੁੱਤੇ ਮਾਰ ਨਹੀਂ ਸਕਦੇ, ਤੁਸੀਂ ਇਹਨਾਂ ਕੁੱਤਿਆਂ ਦੇ ਵਾੜੇ ਬਣਾਓ, ਇਹਨਾਂ ਨੂੰ ਇਕੱਠੇ ਕਰਨ ਦਾ ਕੋਈ ਇੱਦਾਂ ਦਾ ਪ੍ਰਬੰਧ ਹੋਵੇ। ਦੂਸਰੀ ਗੱਲ ਨਾਲ ਮੈਂ ਇਹ ਕਹਿਣੀ ਚਾਹੁੰਦਾ ਕਿ ਉਹਨਾਂ ਬੇਜ਼ਬਾਨੇ ਪਸ਼ੂਆਂ ਦਾ ਕੀ ਕਸੂਰ ਆ ਕਿ ਜਿਹੜੇ ਸਾਡੀਆਂ ਖਬਰਾਂ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਖਬਰ ਆਈ ਰਹਿੰਦੀ ਆ ਕਿ ਜਿਹੜੇ ਲੋਕ ਇੱਥੋਂ ਉਹਨਾਂ ਨੂੰ ਬੰਨ੍ਹ ਕੇ ਲੈ ਜਾਂਦੇ ਆ। ਅੱਜ ਦੀ ਖਬਰ ਮੈਂ ਦੇਖਿਆ ਕਿ ਪਸ਼ੂ ਬੇਹੋਸ਼ ਕਰਕੇ ਲਿਜਾਂਦੇ ਆ ਅਤੇ ਇੱਕ ਫੈਕਟਰੀ ਫੜੀ ਗਈ ਜਿੱਥੇ ਜਿਉਂਦਿਆਂ 'ਤੇ ਉਹ ਆਰੇ ਚਲਾ ਕੇ ਮਾਰ ਕੇ ਉਹਨਾਂ ਦਾ ਮਾਸ ਅਤੇ ਉਹ ਹੱਡੀਆਂ ਵੱਖਰਾ ਕਰਕੇ ਉਹ ਕਰਦੇ ਆ। ਸੋ ਗੱਲ ਇਹ ਆ ਕਿ ਜੇ ਪਸ਼ੂਆਂ ਨੂੰ ਇੱਦਾਂ ਮਾਰਦੇ ਆ ਉੱਥੇ ਕੋਈ ਕੇਸ ਨਹੀਂ ਚੱਲਦਾ ਜਾਂ ਇੱਦਾਂ ਦੀ ਇਹ ਪ੍ਰਸ਼ਾਸਨ ਅਜੇ ਬੇਧਿਆਨੀ ਵਿੱਚ ਬੈਠਾ ਆ, ਅਤੇ ਕੁੱਤਿਆਂ ਦਾ ਜਿਹੜਾ ਕਿ ਇੱਕ ਮਨੁੱਖ ਨੂੰ ਇਹਦੇ ਵੈਰੀ ਬਣਦੇ ਜਾ ਰਹੇ ਆ। ਵੀ ਆਏ ਦਿਨ ਅਸੀਂ ਦੇਖਦੇ ਹਾਂ ਵੀ ਕੁੱਤਿਆਂ ਨੇ ਬੱਚੀਆਂ ਨੋਚ ਲਈਆਂ, ਬਜ਼ੁਰਗਾਂ ਨੂੰ, ਜਨਾਨੀਆਂ ਨੂੰ ਇੱਦਾਂ ਦਾ ਹੋ ਗਿਆ। ਸੋ ਗੱਲ ਇਹ ਆ ਕਿ ਪਸ਼ੂਆਂ ਤੱਕ ਵੀ ਨਹੀਂ ਛੱਡਦੇ, ਉਹਨਾਂ ਨੂੰ ਇੰਨੀ ਮਤਲਬ ਜਿਹੜੀ ਆ ਆਪਾਂ ਪੁਸ਼ਪਨਾਈ ਦਿੱਤੀ ਜਾ ਰਹੀ ਆ, ਅਤੇ ਪਸ਼ੂਆਂ ਬੇਜ਼ਬਾਨਿਆਂ ਨੂੰ ਇੱਦਾਂ ਦਾ ਵਡਾਂਗਾ ਹੋ ਰਿਹਾ। ਅਤੇ ਅਵਾਰਾ ਪਸ਼ੂਆਂ ਲਈ ਜੇ ਉਹਨਾਂ ਦੇ ਗਊਸ਼ਾਲਾ ਘਰ ਬਣ ਗਏ ਆ ਤਾਂ ਕੁੱਤਿਆਂ ਦਾ ਵੀ ਕੋਈ ਨਾ ਕੋਈ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਜੀ, ਹੋਣਾ ਹੈ ਜ਼ਰੂਰੀ। ਸੋ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ, ਖਾਸ ਤੌਰ 'ਤੇ ਤਾਂ ਠੀਕ ਹੈ ਕਿ ਕੋਈ ਵੀ ਸਾਡੇ ਸਮਾਜ ਦੇ ਵਿੱਚ ਬੁਰਾਈ ਹੋਵੇ, ਭਾਵੇਂ
ਹਾਂਜੀ ਹੋਵੇ, ਸਾਡੀ ਆਪਣੀ ਕਮਜ਼ੋਰੀ ਕਰਕੇ ਹੀ ਆਪਾਂ ਕਸੂਰ ਸਰਕਾਰ ਦਾ ਕੱਢਣ ਦੀ ਆਦਤ ਬਣਾਈ ਹੁੰਦੀ ਹੈ। ਪਰ ਇਹ ਘੱਟੋ ਘੱਟ ਹਰ ਇੱਕ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹ ਜੋ ਸਰਕਾਰ ਹੈ ਉਹਦੇ ਫਰਜ਼ਾਂ ਦੇ ਵਿੱਚ ਆਉਂਦਾ ਹੈ। ਸੋ ਕੁੱਤਿਆਂ ਤੋਂ ਬਚਾਉਣਾ ਇਹ ਸਰਕਾਰ ਦੇ ਫਰਜ਼ਾਂ ਦੇ ਹੇਠ ਹੀ ਹੈ। ਸਰਕਾਰ ਵੱਲੋਂ ਬਿਆਨਬਾਜ਼ੀ ਵੀ ਕੀਤੀ ਜਾਂਦੀ ਰਹਿੰਦੀ ਹੈ ਕਿ ਤਿਆਰੀ ਕੀਤੀ ਜਾ ਰਹੀ ਹੈ ਜੀ ਕਿ ਇਸ ਤਰੀਕੇ ਦੇ ਨਾਲ ਕੁੱਤਿਆਂ ਦੀ ਆਬਾਦੀ ਘਟਾਉਣੀ ਹੈ। ਇਸ ਵੇਲੇ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ, ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਸੋ ਲੇਕਿਨ ਕਿ ਉਦੋਂ ਤੱਕ ਜਦੋਂ ਤੱਕ ਇਹ ਸਾਰਾ ਕੁਝ ਹੋ ਜਾਵੇ ਅਤੇ ਜਿਹੜੇ ਲੋਕ ਜੇ ਅਵਾਰਾ ਕੁੱਤਿਆਂ ਤੋਂ ਕੱਟੇ ਜਾ ਰਹੇ ਹਨ, ਖਰਚਾ ਨਹੀਂ ਕਰ ਸਕਦੇ ਰੈਬੀਜ਼ ਤੋਂ ਆਪਣੇ ਬਚਾਅ ਦੇ ਲਈ, ਹਲਕਾ ਤੋਂ ਆਪਣੇ ਬਚਾਅ ਦੇ ਲਈ ਇਲਾਜ ਕਰਾਉਣ ਦੇ ਵਾਸਤੇ ਉਹਨਾਂ ਦੀ ਮਦਦ ਦੀ ਹੋਵੇਗੀ ਲੋੜ। ਸੋ ਸਰਕਾਰੀ ਸੰਸਥਾਵਾਂ ਨੇ ਫਗਵਾੜਾ ਵਿਖੇ ਮੰਗ ਕੀਤੀ ਹੈ ਕਿ ਜੇ ਅਵਾਰਾ ਕੁੱਤਿਆਂ ਤੋਂ ਸਰਕਾਰ ਲੋਕਾਂ ਨੂੰ ਨਹੀਂ ਬਚਾ ਸਕਦੀ ਅਤੇ ਜਦੋਂ ਘੱਟੋ ਘੱਟ ਵੱਢਦੇ ਹੀ ਨੇ ਉਦੋਂ ਹੀ ਫਿਰ ਉਹਨਾਂ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਜੋ ਹੈ ਇਹ ਮੁਫਤ ਕਰਨਾ ਬਣਾਉਣਾ ਯਕੀਨੀ ਜ਼ਰੂਰੀ ਹੋਵੇਗਾ। ਸੋ ਅਸੀਂ ਗੱਲ ਕਰ ਰਹੇ ਸੀ ਕਿ ਵਿਆਹਾਂ ਸ਼ਾਦੀਆਂ ਦੀਆਂ ਠੱਗੀਆਂ ਲੜਕੇ ਕਰਦੇ ਨੇ, ਵਿਦੇਸ਼ਾਂ ਤੋਂ ਆ ਕੇ NRIs ਲੰਬੇ ਸਮੇਂ ਤੋਂ ਇਲਜ਼ਾਮ ਲੱਗਦੇ ਆ ਰਹੇ ਸਨ। ਲੜਕੀਆਂ ਦੀਆਂ ਖਬਰਾਂ ਵੀ ਹੁਣ ਅਜਿਹੀਆਂ ਚਰਚਾ ਦੇ ਵਿੱਚ ਆਉਣ ਲੱਗ ਪਈਆਂ ਨੇ। ਲੇਕਿਨ ਕਿ ਅਸੀਂ ਦੇਖ ਰਹੇ ਸੀ ਕਿ ਇਹ ਜੇਲ੍ਹਾਂ ਦੇ ਵਿੱਚ ਆਬਾਦੀ ਕੈਦੀਆਂ ਦੀ ਆਮ ਤੌਰ 'ਤੇ ਆਦਮੀਆਂ ਦੀ ਜ਼ਿਆਦਾ ਹੁੰਦੀ ਹੈ ਸਮੇਂ ਦੇ ਚੱਲਦਿਆਂ, ਲੇਕਿਨ ਕਿ ਔਰਤਾਂ ਵੀ ਹੁਣ ਵੱਡੀ ਤਾਦਾਦ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਾ ਰਹੀਆਂ ਹਨ, ਫੜੀਆਂ ਜਾ ਰਹੀਆਂ ਹਨ। ਅਤੇ ਲੁਧਿਆਣਾ ਦੇ ਵਿੱਚ ਕੋਈ ਅਜਿਹਾ ਗਰੋਹ ਸਰਗਰਮ ਹੈ ਸਰਦਾਰ ਖੱਖ ਜੀ, ਜਿਹਦਾ ਕਿ ਸਿਰਫ ਔਰਤਾਂ ਹੀ ਉਸ ਗਰੋਹ ਦੇ ਵਿੱਚ ਕੰਮ ਕਰਦੀਆਂ ਨੇ। ਇਹਨਾਂ ਦਾ ਕੰਮ ਇਹ ਹੈ ਕਿ ਸਕੂਟਰਾਂ 'ਤੇ ਸਵਾਰ ਹੋ ਕੇ ਇੱਧਰ ਉੱਧਰ ਇਹ ਸ਼ਿਕਾਰ ਵੀ ਔਰਤਾਂ ਨੂੰ ਹੀ ਆਪਣਾ ਬਣਾਉਂਦੀਆਂ ਨੇ। ਸੋ ਉਹਨਾਂ ਨੂੰ, ਔਰਤਾਂ ਨੂੰ, ਕਿਉਂਕਿ ਔਰਤ ਕਈ ਵਾਰੀ ਔਰਤ 'ਤੇ ਜ਼ਿਆਦਾ ਭਰੋਸਾ ਕਰਦੀ ਆ, ਗੱਲੀ ਲੱਗ ਜਾਏਗੀ, ਇੱਧਰ ਉੱਧਰ ਦੀਆਂ ਜਦੋਂ ਗੱਲਾਂ ਮਾਰਨ ਲੱਗ ਜਾਂਦੀਆਂ ਨੇ ਅਤੇ ਫਿਰ ਉਹ ਜਿਹੜੀਆਂ ਠੱਗ ਬਿਰਤੀ ਵਾਲੀਆਂ ਔਰਤਾਂ ਹੁੰਦੀਆਂ ਨੇ ਉਹ ਚਲਾਕੀ ਦੇ ਨਾਲ ਕੋਈ ਨਾ ਕੋਈ ਕਮਜ਼ੋਰੀ ਉਸ ਔਰਤ ਦੀ ਫੜ ਲੈਣਗੀਆਂ ਉਹਦੀ ਗੱਲ ਦੇ ਵਿੱਚੋਂ ਹੀ, ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ ਨਾਲ ਦੇਖਦੀਆਂ ਰਹਿਣਗੀਆਂ ਕਿ ਉਸਨੇ ਸੋਨਾ ਕਿੰਨਾ ਕੁ ਪਾਇਆ ਹੋਇਆ ਹੈ, ਵਾਲੀਆਂ ਪਾਈਆਂ ਹੋਈਆਂ ਨੇ, ਕੜੇ ਪਾਏ ਹੋਏ ਨੇ, ਮੁੰਦਰੀਆਂ ਪਾਈਆਂ ਹੋਈਆਂ ਨੇ, ਅਤੇ ਫਿਰ ਕੋਈ ਨਾ ਕੋਈ ਤਰੀਕਾ ਅਜਿਹਾ ਕੱਢਣਗੀਆਂ ਕਿ ਉਹ ਜਾਂ ਤਾਂ ਫਿਰ ਆਪਣੇ ਗਹਿਣੇ ਲਾ ਕੇ ਆਪ ਹੀ ਉਹਨਾਂ ਨੂੰ ਫੜਾ ਦੇਣ ਕਿ ਦੁੱਗਣੇ ਕਰ ਦੇਣੇ, ਜ਼ਿਆਦਾ ਹੋ ਜਾਣਗੇ, ਲਾਲਚ ਦਿੱਤਾ ਜਾਵੇਗਾ। ਅਤੇ ਜੇ ਹੋਰ ਇਸ ਕਿਸਮ ਦਾ ਨਾ ਚਾਰਾ ਚੱਲਦਾ ਹੋਵੇ ਅਤੇ ਉਸ ਦੀਆਂ ਚੂੜੀਆਂ ਵਗੈਰਾ, ਵੰਗਾਂ ਵਗੈਰਾ ਉਹਨਾਂ ਦੇ ਕੋਲ ਔਜ਼ਾਰ ਠੱਗ ਔਰਤਾਂ ਕੋਲ ਅਜਿਹੇ ਨੇ ਕਿ ਉਹ ਕੱਟ ਲਏ ਜਾਂਦੇ ਨੇ। ਸੋ ਕਈ ਵਾਰੀ ਔਰਤ ਨੂੰ ਠੱਗੇ ਜਾਣ ਤੋਂ ਬਾਅਦ, ਸੋਨਾ ਲੈ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਉਸ ਦਾ ਸੋਨਾ ਜੋ ਹੈ ਇਹ ਗੱਲੀ ਬੱਤੀ ਲਗਾ ਕੇ ਠੱਗ ਔਰਤਾਂ ਨੇ ਲੁੱਟ ਲਿਆ। ਸੋ ਲੁਧਿਆਣਾ ਦੇ ਵਿੱਚ ਸਕੂਟਰਾਂ 'ਤੇ ਸਰਗਰਮ ਨੇ ਜੀ ਠੱਗ ਔਰਤਾਂ, ਨੌਜਵਾਨ ਕੁੜੀਆਂ ਹੀ ਦੱਸਿਆ ਜਾਂਦਾ ਹੈ। ਜੌਹਲ ਸਾਹਿਬ, ਠੱਗਣ ਦੇ ਤਰੀਕੇ ਨਵੇਂ। ਸੋ ਜੇ ਮਰਦ ਆ ਤਾਂ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ। ਖਾਸ ਤੌਰ 'ਤੇ ਜੇ ਦੇਖਿਆ ਜਾਵੇ ਕਿ ਗਹਿਣਾ ਗੱਟਾ ਕਿਵੇਂ ਕਿਸੇ ਕੋਲੋਂ ਲੁੱਟਣਾ ਜਾਂ ਪੈਸਾ ਧੇਲਾ ਕਿਵੇਂ ਲੈਣਾ, ਇਹਨਾਂ ਗੱਲਾਂ ਦੀ ਮੁਹਾਰਤ ਵਾਲੀਆਂ ਜਿਹੜੀਆਂ ਇਹ ਗਰੋਹ ਬਣੇ ਹੋਏ ਆ, ਉਹਨਾਂ ਕੋਲ ਹਰ ਵਸੀਲਾ ਅਤੇ ਹਰ ਹੀਲਾ ਹੁੰਦਾ। ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸ਼ਿਕਾਰ ਫਸ ਗਿਆ ਉਹਨੂੰ ਸੁੱਕਾ ਨਹੀਂ ਜਾਣ ਦੇਣਾ। ਉਹਨਾਂ ਨੇ ਜਿੱਦਾਂ ਦਾ ਵੀ ਉਹ 'ਤੇ ਹਰਬਾ ਵਰਤ ਹੋਣਾ। ਸੋ ਇਹੋ ਜਿਹਾ ਜਿਹੜਾ ਕੰਮ ਆ, ਇਹ ਜਿਹੜੀ ਪ੍ਰਕਿਰਿਆ ਚੱਲਦੀ ਆ, ਇਹ ਮੈਂ ਸਮਝਦਾ ਕਿ ਉਹਨਾਂ ਲੋਕਾਂ ਦੇ ਵਿੱਚ ਹੀ ਸ਼ੁਮਾਰ ਆ ਜਿਹੜੇ ਕ੍ਰਾਈਮ ਦੀ ਦੁਨੀਆ ਦੇ ਵਿੱਚ, ਚਾਹੇ ਉਹ ਮਰਦ ਆ ਚਾਹੇ ਨੌਜਵਾਨ ਆ, ਉਹਨਾਂ ਨੇ ਇਹੀ ਆ ਵੀ ਕੋਈ ਹੋਰ ਧੰਦਾ ਕਰਨ ਦੀ ਬਜਾਏ ਇਹਨੂੰ ਸੌਖਿਆਂ ਇਹ ਆਪਣੀ ਕਮਾਈ ਦਾ ਸਾਧਨ ਬਣਾਇਆ। ਅਤੇ ਇੱਦਾਂ ਦੇ ਤਰੀਕੇ ਵਰਤਣ ਵਾਸਤੇ ਉਹ ਜਿਹੜੇ ਗਰੋਹ ਆ ਮੋਟਰਸਾਈਕਲਾਂ, ਸਕੂਟਰਾਂ ਦਾ ਜਿਹੜਾ ਵਰਤੋਂ ਕਰਦੇ ਆ। ਅਤੇ ਤਰੀਕਾ ਵੀ ਬੜਾ ਵਧੀਆ ਕਿ ਉਹ ਚਲੋ ਹਥਿਆਰਾਂ ਦੇ ਨਾਲ ਨਹੀਂ ਤਾਂ ਉਹ ਮਿੱਠੀ ਜ਼ੁਬਾਨ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਇਹ ਵੀ ਮਹਿਸੂਸ ਨਹੀਂ ਹੋਣ ਦਿੰਦੇ ਕਿ ਅਸੀਂ ਤੁਹਾਡੇ ਕੋਲੋਂ ਕੀ ਲੈਣਾ ਹੈ ਜਾਂ ਖੋਹ ਖਿੰਝ ਕਰਨੀ ਆ। ਸੋ ਆਪਣਾ ਕੰਮ ਵੀ ਕੱਢ ਲੈਂਦੇ ਆ ਅਤੇ ਕਿਸੇ ਨੂੰ ਮਹਿਸੂਸ ਵੀ ਨਾ ਹੋਣ ਦੇਣਾ। ਜੇ ਹੋ ਵੀ ਗਿਆ ਤਾਂ ਉਨਾ ਚਿਰ ਨੂੰ ਉਹ ਰਫੂ ਚੱਕਰ ਹੋ ਜਾਂਦੇ ਆ। ਸੋ ਇੱਦਾਂ ਦੇ ਗਰੋਹਾਂ ਤੋਂ ਜੇ ਪ੍ਰਸ਼ਾਸਨ ਆ ਅਤੇ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਜੀ। ਸੋ ਇਹ ਕਈ ਵਾਰੀ ਔਰਤਾਂ, ਹਾਂਜੀ, ਕਮਜ਼ੋਰੀ ਦਾ ਫਾਇਦਾ ਉਠਾਇਆ ਜਾਂਦਾ ਨਾ। ਸੋ ਜਿਸ ਵੀ ਠੱਗ ਨੇ, ਚੋਰ ਨੇ ਆਪਣਾ ਠੱਗੀ ਦਾ, ਚੋਰੀ ਦਾ ਜਾਲ ਵਿਛਾਉਣਾ ਹੈ, ਉਹ ਦੂਸਰੇ ਆਪਣੇ ਸ਼ਿਕਾਰ ਦੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਹ ਔਰਤਾਂ ਨੂੰ ਕਈ ਵਾਰੀ ਔਰਤਾਂ ਦੀਆਂ ਕਮਜ਼ੋਰੀਆਂ ਦਾ ਪਤਾ ਹੁੰਦਾ ਕਿ ਆਪਣੇ ਦੁੱਖ ਸੁੱਖ ਰੋਣ ਦੇ ਲਈ ਇਹ ਇੱਧਰ ਉੱਧਰ ਦੀਆਂ ਗੱਲਾਂ ਸਾਡੇ ਨਾਲ ਕਰਨ ਲੱਗ ਜਾਣਗੀਆਂ। ਸੋ ਔਰਤਾਂ ਨੂੰ ਵੀ ਥੋੜ੍ਹਾ ਜਿਹਾ ਬੇਗਾਨੀਆਂ ਔਰਤਾਂ ਦੇ ਨਾਲ ਗੱਲੀ ਬਾਤੀ ਲੱਗਣ ਤੋਂ ਸਾਵਧਾਨ ਹੋਣਾ ਪਏਗਾ। ਜੌਹਲ ਸਾਹਿਬ, ਇਹ ਬਿਲਕੁਲ ਗੱਲ ਠੀਕ ਆ ਕਿ ਮੈਂ ਅੱਗੇ ਇਸੇ ਕਰਕੇ ਗੱਲ ਕੀਤੀ ਕਿ ਔਰਤਾਂ ਨੂੰ ਔਰਤਾਂ ਦੀ ਨਬਜ਼ ਦਾ ਪਤਾ ਅਤੇ ਇਹਨਾਂ ਕੋਲ ਮੁਹਾਰਤ ਹੁੰਦੀ ਹੈ ਜਿਨ੍ਹਾਂ ਨੇ ਠੱਗਣਾ ਹੁੰਦਾ। ਕਿਉਂਕਿ ਦੋ ਤਿੰਨ ਹੀ ਗੱਲਾਂ ਹੁੰਦੀਆਂ ਜਿਹੜੀਆਂ ਔਰਤਾਂ ਉਸੇ ਵੇਲੇ ਫਿਸ ਪੈਂਦੀਆਂ। ਚਾਹੇ ਸੱਸ ਦੀ ਗੱਲ ਕਰ ਲਓ, ਚਾਹੇ ਘਰ ਵਾਲੇ ਦੀ ਗੱਲ ਕਰ ਲਓ,
ਚਾਹੇ ਉਹਨੂੰ ਕੋਈ ਦੁੱਖ ਦੀ ਗੱਲ ਛੇੜ ਲਓ, ਉਹ ਸਾਰੀਆਂ ਖਿਲਰ ਕੇ ਬਹਿ ਜਾਣਗੀਆਂ ਔਰ ਆਪਣਾ ਆਪ ਸਾਰਾ ਕੁਝ ਉਹਨਾਂ ਦੇ ਅੱਗੇ ਰੱਖ ਦਿੰਦੀਆਂ। ਸੋ ਇਹ ਜਿਹੜੀਆਂ ਕਮਜ਼ੋਰੀਆਂ ਆ ਉਹ ਇੱਕ ਤਰ੍ਹਾਂ ਦਾ ਵਿਸ਼ਵਾਸ ਕਰ ਲੈਂਦੀਆਂ ਵੀ ਇਹ ਮੇਰੀਆਂ ਹਮਦਰਦ ਆ, ਕਿਉਂਕਿ ਹਰ ਬੰਦਾ ਜਿਹੜਾ ਦੁਖੀ ਆ ਉਹ ਕੋਈ ਨਾ ਕੋਈ ਆਪਣਾ ਹਮਦਰਦੀ ਲੱਭਦਾ। ਤੇ ਇਹੋ ਜਿਹੇ ਲੋਕ ਜਿਹੜੇ ਮੋਮੋ ਠੱਗਣੇ ਹੁੰਦੇ ਆ, ਉਹਨਾਂ ਨੇ ਠੱਗਣ ਵਾਸਤੇ ਇਦਾਂ ਦੇ ਤਰੀਕੇ ਜ਼ਰੂਰ ਅਪਣਾਏ ਹੁੰਦੇ ਆ। ਤੇ ਇਹਨਾਂ ਦੋਵਾਂ ਚਵਾਂ ਨੁਕਤਿਆਂ ਨੂੰ ਲੈ ਕੇ ਉਹ ਜਿਹੜੀਆਂ ਆਮ ਜਿਹੜੀਆਂ ਔਰਤਾਂ ਗਹਿਣੇ ਗੱਟੇ ਵਾਲੀਆਂ, ਪੈਸੇ ਧੇਲੇ ਵਾਲੀਆਂ, ਉਹਨਾਂ ਨੂੰ ਵਰਗਲਾ ਕੇ ਇਹ ਆਪਣਾ ਜਿਹੜਾ ਆ ਕੰਮ ਕਰ ਜਾਂਦੀਆਂ ਜੀ। ਬਿਲਕੁਲ ਜੀ। ਸੋ ਸਾਵਧਾਨ ਰਹਿਣ ਦੀ ਹੋਵੇਗੀ ਲੋੜ। ਸਾਵਧਾਨ ਉਦੋਂ ਵੀ ਰਹਿਣ ਦੀ ਲੋੜ ਹੈ ਕਿ ਜਦੋਂ ਤੁਹਾਡੇ ਕੋਲੋਂ ਕੋਈ ਚੀਜ਼ ਉਧਾਰੀ ਮੰਗਣ ਆਉਂਦਾ ਹੈ ਅਤੇ ਤੁਸੀਂ ਉਸ ਨੂੰ ਦੇਣੀ ਹੈ, ਅਤੇ ਹੋ ਸਕਦਾ ਜੇ ਉਹ ਤੁਹਾਨੂੰ ਮੋੜੇ ਨਾ ਅਤੇ ਫਿਰ ਲੜਾਈ ਝਗੜਾ ਅਜਿਹਾ ਹੋ ਜਾਏ ਕਿ ਜਾਨ ਹੀ ਗਵਾਉਣੀ ਪੈ ਜਾਏ। ਮਲੋਟ ਤੋਂ ਸਾਡੇ ਕੋਲ ਖਬਰ ਹੈ ਜੀ, ਕਿਸੇ ਵਿਅਕਤੀ ਨੇ ਤਰਪਾਲ ਉਧਾਰੀ ਲਈ ਅਤੇ ਜਿਹਦੇ ਕੋਲੋਂ ਉਧਾਰ ਲਈ ਸੀ, ਜਦੋਂ ਸਾਲ ਬਾਅਦ ਉਸਨੇ ਤਰਪਾਲ ਵਾਪਸ ਮੰਗੀ ਅਤੇ ਤਰਪਾਲ ਵਾਪਸ ਦੇਣ ਤੋਂ ਝਗੜਾ ਅਜਿਹਾ ਹੋ ਗਿਆ ਕਿ ਜਿਹਨੇ ਤਰਪਾਲ ਲਈ ਸੀ ਨਾ, ਉਹਨੇ ਡੰਡਾ ਮਾਰ ਕੇ ਜਿਹਦੇ ਕੋਲੋਂ ਤਰਪਾਲ ਲਈ ਸੀ ਉਹਦਾ ਕਤਲ ਹੀ ਕਰ ਦਿੱਤਾ, ਡੰਡਾ ਮਾਰ ਕੇ। ਜੌਹਲ ਸਾਹਿਬ, ਜ਼ਮਾਨੇ ਦੀ ਖੇਡ ਹੈ। ਇੰਨਾ ਕੁ ਭਿਆਨਕ ਆ ਗਿਆ ਕਿ ਉਲਟਾ ਦੇਣ ਵਾਲਾ ਹੀ ਮਰ ਗਿਆ। ਸੋ ਗੱਲ ਇਹ ਆ ਕਿ ਅੱਜ ਕੱਲ੍ਹ ਸਮਾਂ ਇੱਦਾਂ ਦਾ ਬੇਯਕੀਨੀ ਵਾਲਾ ਆ ਗਿਆ ਕਿ ਕਿਸੇ ਨੂੰ ਹੁਣ ਇਹ ਗੱਲ ਆ ਕਿ ਚੀਜ਼ ਦਿੱਤੀ ਨਾ ਜਾਵੇ, ਚਾਹੇ ਪੈਸਾ ਹੋਵੇ, ਚਾਹੇ ਕੋਈ ਉਧਾਰੀ ਚੀਜ਼ ਹੋਵੇ। ਜਦੋਂ ਮੰਗਣ ਜਾਂਦਾ ਉਦੋਂ ਉਹਨੂੰ ਇਹ ਨਹੀਂ ਪਤਾ, ਅਹਿਸਾਨਮੰਦ ਨਹੀਂ ਹੁੰਦਾ ਕਿ ਮੈਨੂੰ ਇਹਨੇ ਮੇਰਾ ਵਕਤ ਸਾਰਿਆ, ਚਾਹੇ ਪੈਸੇ ਦੇ ਕੇ ਸਾਰਿਆ, ਚਾਹੇ ਕੋਈ ਚੀਜ਼ ਸਾਨੂੰ ਦੇ ਕੇ ਜਿਹੜੀ ਮੇਰੇ ਕੋਲ ਨਹੀਂ ਸੀ, ਮੇਰੇ ਕੋਲ ਜ਼ਰੂਰ ਸੀ ਉਸ ਟਾਈਮ, ਅਤੇ ਇਹਨੇ ਮੇਰਾ ਵਕਤ ਸਾਰਿਆ ਦਾ ਧੰਨਵਾਦੀ ਹੋਣਾ ਮੈਨੂੰ ਚਾਹੀਦਾ। ਬਸ਼ਰਤੇ ਕਿ ਉਸ ਨੇ ਉਲਟਾ ਜਿਹੜਾ ਆ ਲੜਾਈ ਦਾ ਮੁੱਢ ਬੰਨ੍ਹਿਆ ਔਰ ਉਹਨੂੰ ਇੱਥੋਂ ਤੱਕ ਨੌਬਤ ਗਈ ਕਿ ਇਸ ਗੁੱਸੇ ਦੇ ਵਿੱਚ ਉਹਨੂੰ ਮਤਲਬ ਕਿ ਮਾਰ ਹੀ ਦਿੱਤਾ। ਇੱਦਾਂ ਦੀ ਜਿਹੜੀ ਬੇਯਕੀਨੀ ਨੇ ਸਾਡੇ ਸਮਾਜ ਦੇ ਵਿੱਚ ਜਿਹੜਾ ਆ ਵਿਸ਼ਵਾਸ ਨੂੰ ਤਾਰ-ਤਾਰ ਕੀਤਾ, ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ। ਸੋ ਲੋੜ ਹੁਣ ਜੇ ਅਸੀਂ ਦੱਸੀਏ ਕਿ ਪੜ੍ਹੇ ਲਿਖੇ ਸਮਾਜ ਦੀ ਗੱਲ ਜੇ ਕਰੀਏ ਤਾਂ ਮੈਂ ਸਮਝਦਾ ਕਿ ਪੜ੍ਹੇ ਲਿਖੇ ਸਮਾਜ ਦੇ ਵਿੱਚ ਹੀ ਸਾਰਾ ਵਰਤਾਰਾ ਵਰਤ ਰਿਹਾ। ਅਤੇ ਇਹ ਆ ਵੀ ਜਿਹੜੀਆਂ ਆਪਾਂ ਪਿੱਛੇ ਗੱਲਾਂ ਕੀਤੀਆਂ ਕਿ ਨੈਤਿਕ ਗੁਣਾਂ ਦੀ ਜਾਂ ਕੋਈ ਅਹਿਸਾਨਮੰਦਗੀ ਵਾਲੀ ਗੱਲ ਜਾਂ ਸਾਡੇ ਫਰਜ਼ਾਂ ਦੀ ਗੱਲ ਜਿਹੜੀ ਆ ਉਹ ਨਹੀਂ ਰਹਿ ਗਈ। ਇਸੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਜੀ। ਬਿਲਕੁਲ ਜੀ, ਇਹ ਸਾਰਾ ਕੁਝ ਨਾ ਹੋਵੇ। ਸੋ ਉਧਾਰ ਕਿਹਾ ਜਾਂਦਾ ਨਾ ਕਿ ਪਿਆਰ ਦੀ ਕੈਂਚੀ ਹੈ। ਸੋ ਉਧਾਰ ਜੇ ਤਾਂ ਜਿੰਨੇ ਸਤਿਕਾਰ ਨਾਲ ਮੰਗਿਆ ਜਾਂਦਾ ਹੈ, ਉਨੇ ਹੀ ਸਤਿਕਾਰ ਦੇ ਨਾਲ ਚੀਜ਼ ਵਾਪਸ ਵੀ ਦੇਣੀ ਚਾਹੀਦੀ ਹੈ ਤਾਂ ਕਿ ਪਿਆਰ ਬਣਿਆ ਰਹੇ। ਸੋ ਕਈ ਵਾਰੀ ਪੈਸੇ ਲੈਣ ਦੇਣ ਦਾ ਸਿਲਸਿਲਾ ਇਹ ਪਿਆਰ ਬਣਾਉਣ ਕਰਕੇ ਹਾਂਜੀ ਕਈ ਉਧਾਰ ਦਿੰਦੇ ਨੇ ਕਿ ਮੈਂ ਨਾ ਕਵਾਂਗਾ ਜਾਂ ਨਾ ਕਵਾਂਗੀ ਅਤੇ ਫਿਰ ਕਿਤੇ ਪਿਆਰ ਨਾ ਖਤਮ ਹੋ ਜਾਏ। ਪਰ ਲੇਕਿਨ ਕਿ ਅਕਸਰ ਇਹੋ ਜਿਹੇ ਨਤੀਜੇ ਨਿਕਲਦੇ ਨੇ ਕਿ ਜਦੋਂ ਉਧਾਰ ਦੇਣ ਤੋਂ ਬਾਅਦ ਵੀ ਵਿਅਕਤੀ ਨੂੰ ਜ਼ੋਖਮ ਉਠਾਉਣਾ ਪੈਂਦਾ, ਇੱਥੋਂ ਤੱਕ ਕਿ ਤਰਪਾਲ ਉਧਾਰ ਦੇਣ ਵਾਲੇ ਨੂੰ ਆਪਣੀ ਜਾਨ ਤੋਂ ਹੀ ਹੱਥ ਧੋਣੇ ਪੈ ਗਏ। ਕੁਝ ਕੁ ਖਬਰਾਂ ਅਤੇ ਵਿਚਾਰ ਚਰਚਾ ਕਰ ਰਹੇ ਸੀ। ਸਾਹਿਤਕ ਪਿੰਡ ਨਡਾਲਾ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਖੱਖ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਸੀਗੇ। ਭਾਈ ਸਾਹਿਬ ਜੀ, ਪ੍ਰੋਗਰਾਮ 'ਚ ਆਏ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਦੇ ਨਾਲ ਹੀ ਅਸੀਂ ਦਰਸ਼ਕਾਂ ਤੋਂ ਲੈਂਦੇ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।